ਹਾਂਜੀ ਚਲੋ ਸਟਾਰਟ ਕਰਦੇ ਜੀ ਆਪਾਂ ਫਸਟ ਕੁਐਸਚਨ ਤੋਂ। ਹਾਂਜੀ ਇਹਦੇ ਚ ਜਿਹੜੇ ਕਾਫੀ ਕੁਐਸਚਨ ਜੋ ਈਜ਼ੀਲੀ ਹੋ ਜਾਂਦੇ ਨੇ, ਕੁਝ ਕੁ ਕੁਐਸਚਨ ਨੇ ਜਿਹੜੇ ਟਫ ਨੇ, ਤੇ ਆਪਾਂ ਸਟਾਰਟ ਕਰਦੇ ਹਾਂ ਉਹਨਾਂ ਤੋਂ। ਫਸਟ ਦੇਖੋ ਜੀ ਆਪਣੇ ਕੋਲੇ ਆਪਾਂ ਡਬਲ ਡੈਰੀਵੇਟਿਵ ਫਾਈਂਡ ਕਰਨਾ। ਡਬਲ ਡੈਰੀਵੇਟਿਵ ਤੋਂ ਪਹਿਲਾਂ ਆਪਾਂ ਨੂੰ ਸਿੰਗਲ ਡੈਰੀਵੇਟਿਵ ਕਰਨਾ ਪੈਣਾ, ਫਿਰ ਹੀ ਆਪਾਂ ਡਬਲ ਡੈਰੀਵੇਟਿਵ ਕਰ ਸਕਦੇ ਹਾਂ। ਲਓ ਜੀ ਪਹਿਲਾਂ ਮੈਂ ਤੁਹਾਨੂੰ ਸਿਖਾਇਆ ਗਿਆ, ਤੁਸੀਂ dy/dx ਕੱਢਣਾ ਤਾਂ ਇਹ ਦੇਖੋ ਦੋਨੋਂ ਵੇਰੀਏਬਲ ਤੁਹਾਡੇ ਕੋਲ ਕਾਹਦੇ ਚ t ਚ ਆ, ਤੇ ਉੱਪਰ ਕੀ ਕਰ ਦਿਓ ਡਾਇਰੈਕਟ ਤੁਸੀਂ t ਦਾ ਡੈਰੀਵੇਟਿਵ ਕਰ ਦਿਓ, ਯਾਨੀ ਕਿ 3t² ਹੋ ਗਿਆ ਡਿਵਾਈਡਡ ਬਾय 2t। ਇੱਕ t ਦਾ t ਕੱਟਿਆ ਗਿਆ, ਤੁਹਾਡੇ ਕੋਲ ਆਨਸਰ ਕਿੰਨਾ ਆ ਗਿਆ ਇਹਦਾ ਹਾਲੇ ਤੱਕ 3t ਡਿਵਾਈਡਡ ਬਾय 2। ਹੁਣ ਇਹਦਾ ਆਪਾਂ ਡਬਲ ਡੈਰੀਵੇਟਿਵ ਕਰਨਾ, ਉਹ ਕੀ ਹੋਏਗਾ ਦੇਖੋ ਜਦੋਂ ਦੋਨੋਂ ਬੰਨੇ ਡਿਫਰੈਂਸ਼ੀਏਟ ਕੀਤਾ d/dx ਇਧਰ ਬਣ ਜਾਣਾ ਮੇਰੇ ਕੋਲ ਐਜ਼ ਇਟ ਇਜ਼, ਤਾਂ ਰਾਈਟ ਸਾਈਡ ਤੇ ਮੇਰੇ ਕੋਲ ਕੀ ਬਣਾ d/dx 3/2 ਕਾਂਸਟੈਂਟ ਆ, ਉਹਨੂੰ ਬਾਹਰ ਕੱਢਣਾ ਬਾਹਰ ਕੱਢ ਲਓ, ਤੇ ਇਹ ਮੇਰੇ ਕੋਲ t ਰਹਿ ਜਾਏਗਾ। ਦੇਖੋ ਵੇਰੀਏਬਲ ਮੇਰੇ ਕੋਲ ਕਾਹਦੇ ਚ ਆ x ਦੇ ਵਿੱਚ ਆ, ਅੰਦਰ ਮੇਰੇ ਕੋਲ t ਆ, ਤਾਂ ਫਿਰ ਇਹਨੂੰ ਥੋੜਾ ਜਿਹਾ ਚੇਂਜ ਕਰਨਾ ਪਏਗਾ। ਵੈਸੇ ਇਹਦਾ ਸ਼ਾਰਟਕਟ ਵੀ ਦਿਖਾਇਆ ਗਿਆ ਸੀਗਾ, ਤੁਸੀਂ ਇਹਨੂੰ ਉਲਟਾ ਮਲਟੀਪਲਾਈ ਕਰ ਦੇਣਾ ਸੀਗਾ। ਹੁਣ ਇੱਥੇ ਕਰ ਦਾਂਗੇ ਆਪਾਂ d/dt, ਇੱਥੇ dt/dx ਹੋ ਜਾਏਗਾ। ਵੈਲਿਊ ਫਿਲ ਕਰ ਦਿੰਦੇ ਆਪਾਂ 3/2 × 1। ਹਾਂਜੀ ਹੁਣ dx/dt ਕੱਢਣਾ ਸੀਗਾ, ਉਹ ਬਣਨਾ ਸੀ 2t, ਡਿਵਾਈਡ ਚਲਾ ਜਾਣਾ 1/2t, ਤਾਂ ਆਨਸਰ ਹੋ ਗਿਆ ਮੇਰੇ ਕੋਲ 3/4t। ਠੀਕ ਹੈ ਜੀ, ਮੈਂ ਐਜ਼ ਇਟ ਇਜ਼ ਇਹਨੂੰ ਸੇਵ ਕਰ ਦਾਂਗਾ। ਮੈਂ ਇੱਕ ਪੇਜ ਦੇ ਉੱਪਰ ਇੱਕ ਹੀ ਸਮ ਕੀਤਾ ਹੋਇਆ, ਤਾਂ ਕਿ ਤੁਹਾਨੂੰ ਇਹਦਾ ਸੋਲੂਸ਼ਨ ਵੀ ਐਜ਼ ਇਟ ਇਜ਼ ਮਿਲ ਜਾਏ, ਕੱਲ ਨੂੰ ਜਦੋਂ ਜ਼ਰੂਰਤ ਪਵੇ ਤਾਂ ਤੁਸੀਂ ਕਰ ਸਕੋ। ਜੀ ਨੈਕਸਟ ਦੇਖੋ ਜੀ, ਹੁਣ ਆਪਾਂ ਕੀ ਕਰਨਾ, ਇਹਦਾ ਡੈਰੀਵੇਟਿਵ ਕੱਢਣਾ। ਮੋਡ x ਦਾ ਡੈਰੀਵੇਟਿਵ ਕੀ ਹੁੰਦਾ ਚੈੱਕ ਕਰ ਲਓ ਤੁਸੀਂ, ਉਹਦਾ ਤੁਹਾਡੇ ਕੋਲ x/mod x। ਡਿਫਰੈਂਸ਼ੀਏਬਲ ਕਿੱਥੇ ਨਹੀਂ ਹੁੰਦਾ, ਜਿੱਥੇ ਆਪਣੇ ਕੋਲ ਡਿਨੋਮੀਨੇਟਰ ਦੇ ਨੂੰ ਇਜ਼ ਇਕੁਅਲ ਟੂ 0 ਰੱਖ ਲਓ, ਯਾਨੀ ਕਿ ਇਹ x ਤੇ ਡਿਫਰੈਂਸ਼ੀਏਬਲ ਨਹੀਂ ਹੈਗਾ, x ਇਜ਼ ਇਕੁਅਲ ਟੂ 0 ਤੇ ਡਿਫਰੈਂਸ਼ੀਏਬਲ ਨਹੀਂ ਹੈਗਾ, ਬਾਕੀ ਸਾਰੀਆਂ ਵੈਲਿਊਜ਼ ਤੇ ਇਹ ਡਿਫਰੈਂਸ਼ੀਏਬਲ ਹੈਗਾ। ਦੇਖੋ ਹੁਣ ਆਪਾਂ ਇਹਦਾ ਡੈਰੀਵੇਟਿਵ ਕਰਦੇ ਹਾਂ, ਕੀ ਬਣੇਗਾ ਮੇਰੇ ਕੋਲ d/dx mod x - 1 plus x - 4। ਇਹਦਾ ਡੈਰੀਵੇਟਿਵ ਕਰਾਂਗੇ, ਉਹ ਬਣੇਗਾ ਮੇਰੇ ਕੋਲ x - 1 ਉਹਦਾ ਮੋਡ ਡਿਨੋਮੀਨੇਟਰ ਦੇ ਵਿੱਚ, ਪਲੱਸ x - 4 ਡਿਨੋਮੀਨੇਟਰ ਦੇ ਵਿੱਚ ਮੋਡ। ਇਹ ਦੋ ਪੁਆਇੰਟਸ ਦੇ ਉੱਪਰ ਡਿਫਰੈਂਸ਼ੀਏਬਲ ਨਹੀਂ ਹੋਏਗਾ, ਕਿਹੜੀ ਜਗ੍ਹਾ ਤੇ x ਇਜ਼ ਇਕੁਅਲ ਟੂ 1 ਐਂਡ x ਇਜ਼ ਇਕੁਅਲ ਟੂ 4 ਤੇ। ਇਸ ਤੋਂ ਇਲਾਵਾ ਇਹ ਸਾਰੇ ਪੁਆਇੰਟਸ ਤੇ ਡਿਫਰੈਂਸ਼ੀਏਬਲ ਹੈ, ਇਹਨੂੰ ਕੋਈ ਪ੍ਰੋਬਲਮ ਨਹੀਂ। ਆਪਾਂ ਨੂੰ ਪੁੱਛਿਆ ਕਿੱਥੇ ਗਿਆ x ਇਜ਼ ਇਕੁਅਲ ਟੂ 2 ਤੇ, ਤਾਂ ਆਪਾਂ ਨੂੰ ਕੋਈ ਪ੍ਰੋਬਲਮ ਨਹੀਂ, ਆਪਾਂ ਸੋਲਵ ਕਰ ਸਕਦੇ ਹਾਂ। ਠੀਕ ਹੈ, ਇਹਨਾਂ ਦੋ ਪੁਆਇੰਟ ਤੇ ਨਾਨ ਡਿਫਰੈਂਸ਼ੀਏਬਲ। ਵੈਲਿਊ ਫਿਲ ਕਰਨੀ, ਜਸਟ ਫਿਲ ਕਰ ਦਿਓ। ਦੇਖੋ ਕਿੰਨਾ ਬਣ ਗਿਆ 2 - 1 2 - 1 ਦਾ ਮੋਡ 2 - 4 2 - 4 ਦਾ ਮੋਡ। ਹਾਂਜੀ ਸੋਲਵ ਕਰਕੇ ਬਣ ਜਾਏਗਾ ਤੁਹਾਡੇ ਕੋਲ 1 - 2/2, ਤਾਂ ਓਵਰਆਲ ਆਂਸਰ ਕਿੰਨਾ ਬਣ ਗਿਆ 1 - 1 0। ਆਪਸ਼ਨ ਨੰਬਰ ਡੀ। ਜੀ ਥਰਡ ਦੇਖਦੇ ਹਾਂ ਜੀ, ਇਨਕਰੀਜ਼ਿੰਗ ਫੰਕਸ਼ਨ ਚੈੱਕ ਕਰਨਾ ਜੀ। ਇਨਕਰੀਜ਼ਿੰਗ ਵਾਸਤੇ ਆਪਾਂ ਕਰਦੇ ਹੁੰਦੇ ਸੀਗੇ f' ਨਿਕਾਲਣਾ, ਇਹਦਾ f' ਨਿਕਾਲੋ, ਉਹ ਬਣ ਜਾਏਗਾ ਤੁਹਾਡੇ ਕੋਲ 2x - 2। ਸੈਕੰਡ ਸਟੈਪ ਕੀ ਹੁੰਦਾ ਸੀ ਆਪਣੇ ਕੋਲ f' ਨੂੰ 0 ਦੇ ਇਕੁਅਲ ਪੁੱਟ ਕਰਨਾ, 0 ਦੇ ਇਕੁਅਲ ਆਪਾਂ ਪੁੱਟ ਕਰ ਦਿੱਤਾ, ਤਾਂ ਤੁਹਾਡੇ ਕੋਲ x ਦੀ ਵੈਲਿਊ ਕਿੰਨੀ ਆ ਗਈ, ਇਹ ਤੋਂ 1 ਆ ਗਿਆ। ਆਪਾਂ 1 ਤੇ ਲਾਈਨ ਲਗਾਵਾਂਗੇ, ਲਓ ਜੀ 1। ਹੁਣ ਆਪਣੇ ਕੋਲ ਇੰਟਰਵਲ ਕੁਛ ਨਾ ਕੁਛ ਦਿੱਤੇ ਹੋਏ ਆ, ਆਪਣੇ ਕੋਲੇ 1 ਦੇ ਪਿੱਛੇ ਚੈੱਕ ਕਰ ਲਓ ਕਿਹੜੀ ਵੈਲਿਊ ਆਉਂਦੀ ਹੈ, ਪੋਜ਼ਿਟਿਵ ਆਉਂਦੀ ਹੈ ਕਿ ਨੈਗੇਟਿਵ ਆਉਂਦੀ ਹੈ। ਹਾਂਜੀ 1 ਤੋਂ ਪਿੱਛੇ ਫਿਲ ਕੀਤਾ 0 ਹੈਗਾ, 0 ਇਸ ਦੇ ਵਿੱਚ ਫਿਲ ਕੀਤਾ ਤਾਂ ਤੁਹਾਡੇ ਕੋਲੇ ਕੀ ਆਏਗਾ ਨੈਗੇਟਿਵ। f' ਦੇ ਵਿੱਚ ਫਿਲ ਕਰੀਦਾ, ਤਾਂ ਯਾਨੀ ਕਿ ਇੱਧਰ ਮੇਰੇ ਕੋਲੇ ਕੀ ਹੋਏਗਾ ਨੈਗੇਟਿਵ ਲਿਖਣਾ, ਆਪਣੇ ਕੋਲੇ ਪੋਜ਼ਿਟਿਵ ਲਿਖਿਆ ਗਿਆ ਸੀ, ਬੋਲਿਆ ਮੈਂ ਨੈਗੇਟਿਵ ਸੀ। ਹਾਂਜੀ 0 ਤੇ ਅੱਗੇ ਫਿਲ ਕੀਤਾ, ਯਾਨੀ ਕਿ ਇੰਟਰਵਲ ਆਪਣੇ ਕੋਲ ਕਿੱਥੋਂ ਤੱਕ 2 ਤੱਕ ਆ, ਯਾਨੀ ਕਿ 1 ਤੋਂ ਪਿੱਛੇ ਵਾਲੇ ਸਾਰੇ ਇੰਟਰਵਲ ਕੈਂਸਲ ਹੋ ਗਏ, ਇਹ ਵੀ ਗਿਆ ਇਹ ਵੀ ਗਿਆ ਇਹ ਵੀ ਗਿਆ। ਵੈਸੇ ਤਾਂ ਆਂਸਰ ਮੇਰੇ ਕੋਲ ਡੀ ਬਣ ਚੁੱਕਾ ਆ, ਪਰ ਫਿਰ ਵੀ ਇਹਦੇ ਤੋਂ ਅੱਗੇ 1 ਦੇ ਅੱਗੋਂ ਥੋੜੀ ਜਿਹੀ ਵੈਲਿਊ ਫਿਲ ਕਰਾਂਗੇ ਤਾਂ ਮੇਰੇ ਕੋਲ ਪੋਜ਼ਿਟਿਵ ਆ ਜਾਏਗਾ, ਤਾਂ ਯਾਨੀ ਕਿ ਇੱਧਰ ਮੇਰੇ ਕੋਲ f' ਕੀ ਆ ਗਿਆ ਗ੍ਰੇਟਰ ਦੈਨ ਇਕੁਅਲ ਟੂ 0 ਆ ਗਿਆ। ਇਕੁਅਲ ਟੂ ਇਸ ਪੁਆਇੰਟ ਤੇ ਆ ਜਾਏਗਾ, ਬਾਕੀ ਸਾਰੇ ਪੁਆਇੰਟਸ ਦੇ ਅਗਲੇ ਬੰਨੇ ਕੀ ਆ ਜਾਏਗਾ ਗ੍ਰੇਟਰ ਦੈਨ ਆ ਜਾਏਗਾ। ਤਾਂ ਫਿਰ ਮੇਰੇ ਕੋਲ ਕਿਹੜਾ ਇੰਟਰਵਲ ਬਣ ਗਿਆ, ਡੀ ਆਪਸ਼ਨ ਬਣ ਗਿਆ 1 ਤੋਂ ਲੈ ਕੇ 2 ਤੱਕ। ਠੀਕ ਹੈ ਜੀ, ਆਪਾਂ ਇੰਟਰਵਲ ਦੇ ਵਿੱਚੋਂ ਹੀ ਆਪਸ਼ਨਸ ਲਗਾਣੀ ਸੀ, ਹੋ ਸਕਦਾ ਇਸ ਤੋਂ ਅੱਗੇ ਵੀ ਕਿਤੇ ਆਪਣੇ ਕੋਲ ਇਹ ਸਾਰੀ ਜਗ੍ਹਾ ਕੀ ਆ ਇਨਕਰੀਜ਼ਿੰਗ ਹੈ, ਇਸ ਤੋਂ ਜਿਹੜਾ ਮਰਜ਼ੀ ਭਾਵੇਂ ਤੁਸੀਂ 1 ਤੋਂ 4 ਤੱਕ ਲਗਾ ਦਿਓ, 1 ਤੋਂ 6 ਤੱਕ ਲਗਾ ਦਿਓ। ਠੀਕ ਹੈ, ਆਪਾਂ ਆਪਸ਼ਨ ਦੇ ਅਕੋਰਡਿੰਗ ਚੱਲਣਾ ਸੀਗਾ। ਹਾਂਜੀ ਰੋਲਸ ਥਿਊਰਮ ਅਪਲਾਈ ਕਰਨੀ ਹੈ।
ਰੋਜ਼ ਥਿਊਰਮ ਵਾਸਤੇ ਆਪਣੇ ਕੋਲੇ ਕੀ ਤੁਹਾਨੂੰ ਸਿਖਾਇਆ ਗਿਆ ਸੀਗਾ, ਅਗਰ ਤੁਹਾਡੇ ਕੋਲੇ ਇੰਟਰਵਲ ਦਿੱਤੇ ਆ ਤਾਂ ਤੁਸੀਂ ਜਸਟ ਚੈੱਕ ਕਰਨਾ f of a ਤੇ f of b ਕਿਹੜੇ ਪੁਆਇੰਟ ਦੇ ਉੱਪਰ ਆਪਣੇ ਕੋਲੇ ਇਕੁਅਲ ਆ, ਤਾਂ ਚੈੱਕ ਕਰ ਲਓ ਤੁਸੀਂ ਕਿਹੜੇ ਪੁਆਇੰਟ ਦੇ ਉੱਪਰ ਇਕੁਅਲ ਬਣਦਾ ਪਿਆ। ਹਾਂਜੀ ਫਸਟ ਦੇਖਦੇ ਆਪਾਂ ਜੀ, ਫਸਟ ਮੇਰੇ ਕੋਲੇ ਕਿੰਨਾ ਆ a 0 π/4, ਯਾਨੀ ਕਿ ਮੇਰੇ ਕੋਲੇ a ਫਸਟ ਵਾਲਾ ਕੋਆਰਡੀਨੇਟ ਹੁੰਦਾ, b ਸੈਕੰਡ ਵਾਲਾ ਹੁੰਦਾ। ਫਿਲ ਕਰਕੇ ਦੇਖ ਲਓ ਜੀ, ਯਾਨੀ ਕਿ ਤੁਹਾਡੇ ਕੋਲ ਕੀ ਬਣਨਾ 2 raised to power sin 0 ਤੇ 2 raised to power sin 45। ਦੇਖੋ ਦੋਨੋਂ ਨਹੀਂ ਬਰਾਬਰ ਆਉਂਦੇ ਕਦੇ, ਦੋਨਾਂ ਦੀ ਵੈਲਿਊ ਡਿਫਰੈਂਟ ਆਉਂਦੀ। ਫਿਰ ਆਪਾਂ ਸੈਕੰਡ ਚੋਂ ਫਿਲ ਕਰਾਂਗੇ, ਫਿਰ sin 0, ਜਦੋਂ ਇਧਰ ਚੈੱਕ ਕਰਾਂਗੇ ਤਾਂ ਇਹ ਮੇਰੇ ਕੋਲ ਬਣ ਜਾਏਗਾ 2 raised to power sin 90 डिग्री। ਹਾਂਜੀ ਚੈੱਕ ਕਰਨਾ ਤਾਂ ਚੈੱਕ ਕਰ ਲਓ, ਇਧਰ ਤੁਹਾਡੇ ਕੋਲੇ 1 ਬਣ ਜਾਣਾ, ਇਧਰ ਤੁਹਾਡੇ ਕੋਲੇ 2 ਬਣ ਜਾਣਾ, ਯਾਨੀ ਕਿ ਇਹ ਵੀ ਇਕੁਅਲ ਨਹੀਂ ਆਇਆ। ਥਰਡ ਕੋਲੇ ਚਲੇ ਚਲੋ ਜੀ, ਫਸਟ ਆਪਸ਼ਨ ਕੈਂਸਲ ਹੋ ਗਈ, ਇਹ ਸੈਕੰਡ ਆਪਸ਼ਨ ਕੈਂਸਲ ਹੋ ਗਈ ਮੇਰੇ ਕੋਲੇ, ਤੇ ਥਰਡ ਆਪਸ਼ਨ ਦੇ ਉੱਪਰ ਆਪਾਂ ਚੈੱਕ ਕਰਦੇ। ਦੇਖੋ ਇਹ ਕੰਟੀਨਿਊਸ ਵੀ ਆ, ਡਿਫਰੈਂਸ਼ੀਏਬਲ ਵੀ ਆ, ਤਾਂ ਕਰਕੇ ਮੈਂ ਦੋਨੋਂ ਪੁਆਇੰਟਸ ਚੈੱਕ ਨਹੀਂ ਕੀਤੇ, ਆਪਾਂ ਸਿੱਧਾ ਥਰਡ ਤੇ ਪਹੁੰਚ ਗਏ ਕਿ f of a is equal to f of b ਹੋਣਾ ਚਾਹੀਦਾ ਰੋਜ਼ ਥਿਊਰਮ ਵਾਸਤੇ। ਤਾਂ ਚੈੱਕ ਕਰ ਦਿਓ ਜਰਾ, 2 power sin 0 is equal to 2 power sin π, ਤਾਂ ਦੋਨਾਂ ਦੀ ਵੈਲਿਊ ਮੇਰੇ ਕੋਲ ਕਿੰਨੀ ਹੁੰਦੀ ਆ 0 ਹੁੰਦੀ, ਯਾਨੀ ਕਿ 2 power 0 ਬਣ ਗਿਆ, ਇਹ ਵੀ 2 power 0 ਬਣ ਗਿਆ, ਤਾਂ ਆਨਸਰ 1 is equal to 1। ਤਾਂ ਥਰਡ ਤੇ ਮੇਰੇ ਕੋਲ ਐਪਲੀਕੇਬਲ ਹੋ ਗਈ। ਅੱਗੇ ਕਹਿੰਦਾ ਐਵਰੇਜ ਕਲੋਜ਼ ਇੰਟਰਵਲ, ਦੇਖੋ ਫਸਟ ਦੇ ਉੱਪਰ ਫੇਲ ਹੋ ਗਈ, ਅਗਰ ਫਸਟ ਇੰਟਰਵਲ ਵੀ ਤਾਂ ਕਲੋਜ਼ ਹੀ ਸੀਗਾ ਮੇਰੇ ਕੋਲੇ, ਤਾਂ ਇਹ ਆਪਸ਼ਨ ਤਾਂ ਵੈਸੇ ਹੀ ਕੈਂਸਲ ਹੋ ਗਈ ਸੀ। ਲਓ ਜੀ ਆਨਸਰ ਮੇਰਾ ਕਿਹੜਾ ਬਣ ਗਿਆ, ਡੀ ਆਪਸ਼ਨ। ਨੈਕਸਟ ਦੇਖ ਲਓ ਜੀ, ਮੈਕਸਿਮਮ ਵੈਲਿਊ ਫਾਈਂਡ ਕਰਨੀ ਹੈ, ਤੇ ਮੈਕਸਿਮਮ ਦਾ ਫਾਰਮੂਲਾ ਆਪਣੇ ਕੋਲੇ ਕੀ ਹੁੰਦਾ ਹੈ, ਅਗਰ ਮੇਰੇ ਕੋਲ ਇਸ ਤਰ੍ਹਾਂ ਦੀ ਵੈਲਿਊ ਹੋਵੇ a sin ਥੀਟਾ ਪਲੱਸ b cos ਥੀਟਾ, ਮੈਕਸਿਮਮ ਹੁੰਦਾ ਮੇਰੇ ਕੋਲੇ a ਸਕੁਅਰ ਪਲੱਸ b ਸਕੁਅਰ। ਮਿਨੀਮਮ ਵੀ ਆਪਾਂ ਨਾਲ ਹੀ ਲਿਖ ਲੈਂਦੇ ਆ, ਕਿਉਂਕਿ ਕਈ ਵਾਰ ਮਿਨੀਮਮ ਵੀ ਪੁੱਛੀ ਜਾ ਸਕਦੀ ਆ, a ਸਕੁਅਰ ਪਲੱਸ b ਸਕੁਅਰ। ਆਪਾਂ ਨੂੰ ਮੈਕਸਿਮਮ ਪੁੱਛੀ ਆ, ਦੋਨਾਂ ਦੇ ਨਾਲ 1 1 ਲੱਗਾ, 1 + 1 ਦਾ ਸਕੁਅਰ, ਯਾਨੀ ਕਿ ਤੁਹਾਡੇ ਕੋਲ √2 ਆ ਗਿਆ। ਡਨ ਹੈ ਜੀ। ਓਕੇ, 7th ਕੁਐਸਚਨ ਕੀ ਕਹਿ ਰਿਹਾ ਤੁਹਾਡੇ ਕੋਲੇ, ਟੈਂਜੈਂਟ ਫਾਈਂਡ ਕਰਨਾ ਆ ਪੈਰਲਲ ਟੂ x ਐਕਸਿਸ। ਪੈਰਲਲ ਟੂ x ਐਕਸਿਸ ਦਾ ਮਤਲਬ ਕੀ ਆ, ਇਸ ਤਰ੍ਹਾਂ ਕੋਈ ਵੀ x ਐਕਸਿਸ ਦੇ ਪੈਰਲਲ ਹੋਏਗਾ, ਯਾਨੀ ਕਿ ਤੁਹਾਡੇ ਕੋਲੇ y = c ਹੋਏਗਾ ਨਾ ਕਾਂਸਟੈਂਟ, ਯਾਨੀ ਕਿ ਤੁਹਾਡੇ ਕੋਲੇ dy/dx ਦੀ ਵੈਲਿਊ ਕਿੰਨੀ ਹੋ ਜਾਏਗੀ = 0, ਅਗਰ ਤੁਹਾਡੇ ਕੋਲੇ ਟੈਂਜੈਂਟ ਪੈਰਲਲ ਟੂ x ਐਕਸਿਸ ਆ। ਠੀਕ ਹੈ, ਇੱਥੇ ਲਿਖ ਵੀ ਲਵੇ ਭਾਵੇਂ, ਪੈਰਲਲ ਟੂ x ਐਕਸਿਸ। ਅਗਰ ਪੈਰਲਲ ਟੂ y ਐਕਸਿਸ ਹੁੰਦਾ ਫਿਰ ਆਪਾਂ ਕੀ ਲਿਖਦੇ ਹੁੰਦੇ ਸੀਗੇ, ਇਹਨੂੰ ਉਲਟਾ dx/dy = 0। ਨੋਟ ਕਰਕੇ ਰੱਖ ਲਓ। ਐਕਸਕਿਊਜ਼ ਮੀ ਸਰ। ਹਾਂਜੀ ਸਰ ਇਹ ਸਾਰੇ ਸੇਵ ਹੁੰਦੇ ਪਏ ਆ ਨਾ? ਹਾਂਜੀ ਸੇਵ ਹੋ ਰਹੇ ਜੀ। ਓਕੇ ਸਰ, ਫਿਰ ਸਰ ਅਨਲੋਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਸਰ? ਹਾਂਜੀ ਜੀ ਕਰਨੇ ਕਰ ਲਓ ਨਾਲ, ਵੈਸੇ ਮੈਂ ਅਪਲੋਡ ਕਰ ਦਾਂਗਾ, ਜਦੋਂ ਮੈਨੂੰ ਸੇਵ ਕਰ ਲਿਆ ਉਸੇ ਵੇਲੇ ਮੈਂ ਅਪਲੋਡ ਕਰ ਦਾਂਗਾ। ਤਾਂ ਹੀ ਮੈਂ ਕੱਲਾ ਸਮ ਕੀਤਾ, ਤਾਂ ਕਿ ਆਪਣੇ ਕੋਲੇ ਕੀ ਬਣ ਜੇ, ਇਹਦਾ PDF ਬਣ ਜੇ ਸੋਲੂਸ਼ਨ ਦਾ ਵੀ। ਠੀਕ ਹੈ ਸਰ, ਥੈਂਕ ਯੂ ਸਰ। ਓਕੇ ਜੀ। ਉਸ ਤਰ੍ਹਾਂ ਕੀ ਹੁੰਦਾ ਸੀਗਾ, ਇੱਕ ਸਮ ਨੂੰ ਆਪਾਂ ਵਾਰ-ਵਾਰ ਰੱਬ ਕਰਨਾ ਪੈਂਦਾ ਸੀ, ਟਾਈਮ ਜ਼ਿਆਦਾ ਯੂਜ਼ ਹੁੰਦਾ ਸੀ। ਇਸ ਤਰ੍ਹਾਂ ਹੁਣ ਆਪਣਾ ਟਾਈਮ ਘੱਟ ਯੂਜ਼ ਹੋਏਗਾ। ਹਾਂਜੀ ਆਪਾਂ ਜਸਟ ਫਾਈਂਡ ਕਰ ਲਓ dy/dx। ਹੁਣ y ਦਾ ਉੱਪਰ ਹੋ ਜਾਏਗਾ, y ਦਾ ਡੈਰੀਵੇਟਿਵ ਵਿਦ ਰਿਸਪੈਕਟ ਟੂ ਥੀਟਾ ਕਰਨਾ ਹੈ, ਤਾਂ ਤੁਹਾਡੇ ਕੋਲ ਕੀ ਬਣ ਜਾਏਗਾ 3 cos ਥੀਟਾ। ਡਿਨੋਮੀਨੇਟਰ ਦੇ ਵਿੱਚ ਕੀ ਬਣ ਜਾਣਾ -3 sin ਥੀਟਾ, 3 ਨਾਲ 3 ਕੈਂਸਲ ਹੋ ਗਿਆ, ਤੁਹਾਡੇ ਕੋਲ ਕੀ ਬਣ ਗਿਆ -cot ਥੀਟਾ। ਹੁਣ ਤੁਹਾਡੇ ਕੋਲੇ dy/dx = 0 ਆ, ਯਾਨੀ ਕਿ ਤੁਹਾਡੇ ਕੋਲੇ cot ਥੀਟਾ = 0 ਆ। ਤਾਂ ਹੁਣ ਤੁਸੀਂ ਦੇਖੋ 0 ਵੀ ਉਧਰ ਭੇਜ ਦਿਓ ਤਾਂ ਵੀ ਕੋਈ ਫਰਕ ਨਹੀਂ ਪੈਣਾ। ਠੀਕ ਹੈ ਜੀ, ਤਾਂ ਤੁਹਾਡੇ ਕੋਲ ਕੀ ਬਣ ਗਿਆ cot ਥੀਟਾ = 0। ਤਾਂ ਥੀਟੇ ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ ਇੱਥੋਂ π/2। ਕਲੀਅਰ ਹੈ ਜੀ। ਨੈਕਸਟ ਸਮ ਦੇਖ ਲਓ ਜੀ, ਲਿਮਿਟ ਚੈੱਕ ਕਰਨੀ ਹੈ ਆਪਣੇ ਕੋਲੇ ਐਗਜ਼ਿਸਟ ਕਰਦੀ ਕਿ ਨਹੀਂ। ਮੈਥਡ ਕੀ ਆਪਣੇ ਕੋਲੇ ਮੋਡੂਲਸ ਆ। ਦੇਖੋ 2 ਤੇ ਆਪਣੇ ਕੋਲੇ ਇਹ ਚੇਂਜ ਹੋ ਰਿਹਾ, ਕਿਵੇਂ x ਜਦੋਂ ਇਹਨੂੰ ਮੈਂ ਫਿਲ ਕੀਤਾ ਤਾਂ ਇਹ ਮੇਰੇ ਕੋਲੇ x ਦੀ ਵੈਲਿਊ 2 ਤੇ ਸਪਲਿਟ ਹੋ ਰਿਹਾ। 2 ਤੋਂ ਬੈਕ ਸਾਈਡ ਤੇ ਇਹਦੀ ਵੈਲਿਊ ਕਿੰਨੀ ਆ ਗਈ ਨੈਗੇਟਿਵ ਦੇ ਵਿੱਚ, 2 ਦੇ ਰਾਈਟ ਸਾਈਡ ਤੇ ਮੇਰੇ ਕੋਲੇ ਕਿੰਨੀ ਆ ਗਈ ਇਹਦੀ ਵੈਲਿਊ ਪੋਜ਼ਿਟਿਵ ਦੇ ਵਿੱਚ। ਅਪੋਨ ਦੇ ਵਿੱਚ ਤੁਹਾਡੇ ਕੋਲੇ ਕਿੰਨਾ x - 2 ਇਧਰ ਕੱਟ ਕਰਕੇ ਤੁਹਾਡੇ ਕੋਲੇ 1 ਆ ਜਾਣਾ, ਇਧਰ ਕੱਟ ਕਰਕੇ ਤੁਹਾਡੇ ਕੋਲੇ -1 ਆ ਜਾਣਾ। ਹੁਣ ਆਪਾਂ ਇੱਥੇ ਲਿਮਿਟ ਅਪਲਾਈ ਕਰਾਂਗੇ ਤਾਂ ਲੈਫਟ ਹੈਂਡਡ ਲਿਮਿਟ ਮੇਰੇ ਕੋਲੇ ਕਿੰਨੀ ਆ ਗਈ -1, ਕਿਉਂਕਿ ਕਾਂਸਟੈਂਟ ਆ, ਅਗਰ ਕਾਂਸਟੈਂਟ ਹੋਵੇ ਤਾਂ ਉਹੀ ਲਿਮਿਟ ਆ ਜਾਂਦੀ ਆ। ਤਾਂ ਰਾਈਟ ਹੈਂਡਡ ਲਿਮਿਟ ਮੇਰੇ ਕੋਲ ਕਿੰਨੀ ਆ ਗਈ 1। ਦੋਨੋਂ ਸੇਮ ਨਹੀਂ ਆਈਆਂ,
left handed limit not equal to right handed limit, so limit does not exist। ਠੀਕ ਆ, ਤੁਸੀਂ ਦੇਖਦੇ ਸਰ ਕਰ ਦੇਣਾ, ਇਹ ਨਾ ਹੋਵੇ ਤੁਸੀਂ ਵੀ ਇਦਾਂ ਲਿਖਣ ਬੈਠ ਜਾਓ ਇੱਥੇ, ਇਸ ਤਰ੍ਹਾਂ ਦਾ ਆਪਾਂ ਕੁਝ ਨਹੀਂ ਕਰਨਾ। ਕਲੀਅਰ। ਨੈਕਸਟ ਤੁਹਾਨੂੰ ਸਿਖਾਇਆ ਗਿਆ ਸੀ ਕਿਵੇਂ ਕਰਨਾ, ਆਪਸ਼ਨ ਦਾ ਡੈਰੀਵੇਟਿਵ ਕਰ ਦਿਓ ਜਸਟ। ਠੀਕ ਆ, ਆਪਸ਼ਨ ਦਾ ਡੈਰੀਵੇਟਿਵ ਨਹੀਂ ਕਰਨਾ ਤਾਂ ਤੁਸੀਂ ਸਿੰਪਲ ਤਰੀਕੇ ਨਾਲ ਵੀ ਕਰ ਸਕਦੇ, ਆਪਾਂ ਦੋਨੋਂ ਮੈਥਡ ਦੇ ਨਾਲ ਹੀ ਕਰ ਲੈਂਦੇ ਹਾਂ। ਤੁਹਾਨੂੰ ਪਤਾ ਵੀ ਮੈਂ ਕਿਹਦਾ ਡੈਰੀਵੇਟਿਵ ਕਰਾਂ ਤੇ ਤੁਹਾਡੇ ਕੋਲੇ ਕੀ ਬਣਦਾ, ਇਹ ਸਾਈਨ ਬਣੇ। ਤਾਂ ਮੈਂ ਫਸਟ ਦਾ ਅਗਰ ਡੈਰੀਵੇਟਿਵ ਕਰਦਾ ਤਾਂ cos ਦਾ ਡੈਰੀਵੇਟਿਵ ਕੀ ਬਣੇਗਾ, ਤੁਹਾਡੇ ਕੋਲੇ ਸਾਈਨ ਅੱਗੇ ਲੱਗੇਗਾ ਨੈਗੇਟਿਵ, ਨਾਲ ਬ੍ਰੈਕਟ ਦੇ ਵਿੱਚ log x ਐਜ਼ ਇਟ ਇਜ਼ ਰਹਿ ਗਿਆ। ਫਿਰ ਮੈਂ log ਦਾ ਕਰਾਂਗਾ ਤਾਂ ਇਹ ਮੇਰੇ ਕੋਲੇ x ਬਣ ਜਾਏਗਾ, ਮੇਰੇ ਕੋਲ ਨਹੀਂ ਬਣਿਆ, ਯਾਨੀ ਕਿ ਮੇਰੇ ਕੋਲ ਮਾਈਨਸ ਦੀ ਕਮੀ ਰਹਿ ਗਈ। ਤਾਂ ਮਾਈਨਸ ਮੇਰੇ ਕੋਲ ਕਿੱਥੋਂ ਆ ਜਾਏਗਾ, ਇਹਦੇ ਤੋਂ ਆ ਜਾਏਗਾ। ਤਾਂ ਮੇਰੇ ਕੋਲੇ ਕੀ ਆ ਜਾਏਗਾ, ਆਪਸ਼ਨ ਸੀ ਆ ਜਾਏਗੀ, ਕਿਉਂਕਿ ਮੈਂ ਫਸਟ ਦਾ ਡੈਰੀਵੇਟਿਵ ਕਰਕੇ ਦੇਖ ਲਿਆ ਸੀ, ਮਾਈਨਸ ਇੱਕ ਘੱਟ ਸੀਗਾ, ਮਾਈਨਸ ਸੀ ਦੇ ਵਿੱਚ ਲੱਗਾ ਹੋਇਆ, ਇਹਨੇ ਕੀ ਬਣ ਜਾਣਾ ਇੱਥੇ ਪਲੱਸ ਬਣ ਜਾਣਾ। ਆਂਸਰ ਆ ਗਿਆ। ਜੇ ਦੂਸਰੇ ਬੰਨੇ ਤੁਸੀਂ ਦੂਸਰੇ ਮੈਥਡ ਨਾਲ ਪੁੱਟ ਕਰਨਾ ਤਾਂ ਤੁਸੀਂ ਕੀ ਕਰਦੇ ਹੋ, log x ਨੂੰ t ਪੁੱਟ ਕਰ ਦਿਓ, ਇਹਨੇ ਬਣ ਜਾਣਾ 1x dx is equal to dt। ਤਾਂ ਵੈਲਿਊ ਫਿਲ ਕਰ ਦਿਓ ਜਸਟ ਉਹਦੇ ਚ, ਇਹਨੇ ਬਣ ਜਾਣਾ sin t dt। ਸਾਈਨ ਦੀ ਇੰਟੀਗ੍ਰੇਸ਼ਨ cos ਲਿਖ ਲਓ ਅੱਗੇ, ਤੁਹਾਨੂੰ ਅੱਗੇ ਬੋਲ ਦਿੱਤਾ ਜਦੋਂ ਤੁਹਾਡੇ ਕੋਲੇ c ਕਿਤੇ ਵੀ ਮਿਲ ਜੇ ਤਾਂ ਅੱਗੇ ਨੈਗੇਟਿਵ ਸਾਈਨ ਲਗਾ ਦਿਓ, ਤੁਹਾਡੇ ਕੋਲੇ ਪਲੱਸ c ਹੋ ਗਿਆ। ਠੀਕ ਹੈ ਜੀ, ਤਾਂ ਬੋਲ ਦੋ ਜੀ ਅੱਗੇ ਕੀ ਆਏਗਾ, ਇਹਦੀ ਵੈਲਿਊ ਫਿਰ ਫਿਲ ਕਰਨੀ ਆ log x, ਨਾਲ c ਵੀ ਹੋਣਾ ਚਾਹੀਦਾ ਸੀ, ਇਹਨਾਂ ਨੇ ਕਿਤੇ c ਨਹੀਂ ਲਿਖਿਆ ਹੋਇਆ, ਕਿਉਂਕਿ ਇਹ ਆਪਣੇ ਕੋਲੇ ਕਿਹੜਾ ਆ, ਇਨਡੈਫੀਨਿਟ ਇੰਟੈਗਰਲ ਆ, ਤਾਂ ਕਰਕੇ ਆਪਣੇ ਕੋਲੇ ਆਨਸਰ ਤੇ c ਹੋਣਾ ਚਾਹੀਦਾ, ਇਹਨਾਂ ਨੇ ਲਿਖਿਆ ਨਹੀਂ ਹੋਇਆ ਸੀ। ਹਾਂਜੀ, ਫਿਰ ਅਗੇਨ ਮੇਰੇ ਕੋਲੇ ਮੋਡ ਦਾ ਸਮ ਆ ਗਿਆ। ਆਪਾਂ ਨੂੰ ਪਤਾ ਮੋਡ x ਦੀ ਵੈਲਿਊ, ਜਦੋਂ x ਦੀ ਵੈਲਿਊ 0 ਜਾਂ 0 ਤੋਂ ਛੋਟੀ ਆ ਤੇ -x ਬਣਦਾ, ਜਦੋਂ 0 ਤੋਂ ਵੱਡੀ ਆ ਤੇ x ਬਣਦਾ। ਤੇ ਆਪਾਂ ਇਹਨੂੰ ਫਿਰ ਬ੍ਰੇਕ ਕਰ ਲੈਨੇ ਆ। ਬ੍ਰੇਕ ਕਿਵੇਂ ਕਰਾਂਗੇ, -1 ਤੋਂ ਲੈ ਕੇ 0 ਤੱਕ। ਤਾਂ ਪਹਿਲਾ x ਐਜ਼ ਇਟ ਇਜ਼, ਦੂਜੇ ਦੀ ਵੈਲਿਊ ਮੇਰੇ ਕੋਲੇ -x dx। ਨੈਕਸਟ ਮੇਰੇ ਕੋਲੇ 0 ਤੋਂ ਸਟਾਰਟ ਕਰਾਂਗੇ 1 ਤੱਕ ਜਾਏਗਾ, ਇਹ ਪਹਿਲਾ x ਐਜ਼ ਇਟ ਇਜ਼, ਦੂਜੇ ਦੀ ਵੈਲਿਊ ਵੀ x dx। ਹਾਂਜੀ, ਜਸਟ ਇਹਨੂੰ ਸੋਲਵ ਕਰਨਾ, ਸੋਲਵ ਕਰਾਂਗੇ ਤੇ ਤੁਹਾਡੇ ਕੋਲ ਕੀ ਬਣ ਜਾਏਗਾ ਅੰਦਰ, -1 to 0 -x² dx। ਠੀਕ ਹੈ ਜੀ, ਹੁਣ ਮੈਂ ਇਹਦਾ ਡਾਇਰੈਕਟ ਆਨਸਰ ਲਿਖ ਦਿੰਦਾ, ਇਹਦਾ ਡਾਇਰੈਕਟ ਆਨਸਰ 0 ਆ ਜਾਣਾ ਜਦੋਂ ਤੁਸੀਂ ਇਹਨੂੰ ਸੋਲਵ ਕਰੋ। ਠੀਕ ਹੈ ਜੀ, ਛੋਟੀ ਜਿਹੀ ਕੈਲਕੂਲੇਸ਼ਨ ਰਹਿ ਗਈ। ਹੁਣ ਜੇ ਇੰਟੀਗ੍ਰੇਸ਼ਨ ਕਿਸੇ ਨੇ ਕਰਨੀ ਹੈ ਤਾਂ ਕਰ ਦਿਓ, ਇੰਟੀਗ੍ਰੇਸ਼ਨ ਤੁਹਾਡੇ ਕੋਲ ਆ ਜਾਣੀ ਆ -x³ ਡਿਵਾਈਡਡ ਬਾਈ 3, ਲਿਮਿਟ ਹੈਗੀ ਆ -1 ਤੋਂ ਲੈ ਕੇ 0 ਪਲੱਸ x³ ਬਾਈ 3, ਲਿਮਿਟ ਹੈਗੀ ਆ ਤੁਹਾਡੇ ਕੋਲੇ 0 ਤੋਂ 1। ਠੀਕ ਹੈ, ਜਦੋਂ ਇਹਨੂੰ ਵੈਲਿਊ ਪੁੱਟ ਕਰੋਗੇ ਸੋਲਵ ਕਰਕੇ ਤੁਹਾਡਾ ਦੋਨੋਂ ਕੱਟੇ ਜਾਣਗੇ, ਆਨਸਰ 0 ਆ ਜਾਏਗਾ। ਇੱਕ ਵਾਰ ਮੈਂ ਇੰਨਾ ਸੇਵ ਕਰ ਦੇਣ ਲੱਗਾ, ਤਾਂ ਫਿਰ ਆਪਾਂ ਲਾਸਟ ਇਕੱਠਾ ਵੀ ਕਰ ਦਾਂਗੇ। ਹਾਂਜੀ, ਕਿਹੜਾ ਆਪਣੇ ਕੋਲ ਇਹ ਫੰਕਸ਼ਨ ਬਣ ਗਿਆ, ਯਾਦ ਆ ਗਿਆ ਜੀ, a to b fx ਨਾਲ ਕੀ ਹੁੰਦਾ ਸੀ ਇੱਥੇ f of a plus b minus x ਨਾਲ of x dx। ਤਾਂ ਵੈਲਿਊ ਮੇਰੇ ਕੋਲ ਕਿੰਨੀ ਹੁੰਦੀ ਸੀ ਇਹਦੀ, b minus a divided by 2। ਦੇਖੋ tan ਆ ਥੱਲੇ cot ਆ, ਜਦੋਂ ਇਹਦੇ ਚ ਚੇਂਜ ਕਰਾਂਗੇ ਤਾਂ ਇਹਨੇ cot ਬਣ ਜਾਣਾ, ਕਿਉਂ, ਮੇਰੇ ਕੋਲ π/2 -x ਰਹਿ ਜਾਣਾ ਜਦੋਂ tan ਤੇ ਲੱਗਾ। ਦੇਖੋ tan ਦਾ cot ਬਣ ਜਾਏਗਾ, tan ਐਜ਼ ਇਟ ਇਜ਼ ਉੱਪਰ tan, ਤਾਂ ਫਿਰ ਡਾਇਰੈਕਟ ਇਹਦਾ ਆਨਸਰ ਲਿਖਾਂਗੇ ਆਪਾਂ π/4। ਇਹਨੂੰ ਸੋਲਵ ਕਰਨ ਦੀ ਜ਼ਰੂਰਤ ਨਹੀਂ। ਇਹਦੇ ਨਾਲ ਦਾ ਨੋਟਸ ਦੇ ਵਿੱਚ ਵੀ ਆਪਾਂ ਕਰਿਆ ਸੀ, ਤੁਹਾਨੂੰ ਜੇ ਯਾਦ ਹੋਵੇ ਤਾਂ ਡਾਇਰੈਕਟ ਇਹਦੇ ਫਾਰਮੂਲੇ ਲਿਖੇ ਹੋਏ ਸੀ ਆਪਣੇ। ਹਾਂਜੀ, ਏਰੀਆ ਫਾਈਂਡ ਕਰਨਾ, ਆਪਣੇ ਕੋਲੇ ਕਰਵ ਆ। ਹਾਂਜੀ, ਪਹਿਲਾਂ ਆਪਾਂ ਕਰਵ ਡਰਾ ਕਰ ਲੈਂਦੇ ਹਾਂ, ਕੁਆਡਰੈਂਟ ਡਰਾ ਕਰ ਲਿਆ ਆਪਾਂ, x y ਡੈਸ਼ y x ਡੈਸ਼। ਹਾਂਜੀ, ਇਹਦੀ ਕਰਵ ਦੇਖੋ ਕਿਦਾਂ ਦੀ ਬਣੀ, ਇਹ ਬਣ ਗਿਆ ਮੇਰੇ ਕੋਲੇ y² ਇਜ਼ ਇਕੁਅਲ ਟੂ 9x। ਦੂਜੀ ਲਾਈਨ ਕਿਹੜੀ ਹੈ ਮੇਰੇ ਕੋਲ, x ਇਜ਼ ਇਕੁਅਲ ਟੂ 1, ਇਧਰ ਡਰਾ ਕਰ ਲਓ। ਸੈਕੰਡ ਲਾਈਨ ਹੈਗੀ ਹੈ ਮੇਰੇ ਕੋਲ x ਇਜ਼ ਇਕੁਅਲ ਟੂ 4, ਤੇ ਨਾਲ ਉਹਨੇ ਕੀ ਕਿਹਾ, ਇਨ ਫਸਟ ਕੁਆਡਰੈਂਟ y ਇਜ਼ ਇਕੁਅਲ ਟੂ 0 ਦਾ ਮਤਲਬ ਉੱਪਰ ਹੀ ਇਹਦੇ x ਐਕਸਿਸ ਤੇ ਲਾਈਨ ਲੱਗ ਗਈ। ਤਾਂ ਤੁਹਾਡੇ ਕੋਲ ਇਹ ਕੀ ਬਣ ਗਿਆ, ਆਹ ਵਾਲਾ ਏਰੀਆ ਫਾਈਂਡ ਕਰਨਾ ਜਸਟ। ਠੀਕ ਹੈ ਜੀ, ਤਾਂ ਦੇਖੋ ਕਿਹੜਾ ਏਰੀਆ ਬਣੇਗਾ, ਆਪਾਂ ਕੀ ਲਿਖ ਦਿੰਦੇ ਆ, ਏਰੀਆ ਅੰਡਰ ਕਰਵ
0 टू ओके 0 तो नहीं स्टार्ट करना, 1 तो लेके स्टार्ट करना 4 तक, 1 तो लेके 4 तक इत्थे होगा ਤੁਹਾਡੇ ਕੋਲੇ y dx, क्योंकि अगर ਤੁਸੀਂ x ਦੀਆਂ ਲਿਮਿਟ ਪੁੱਟ ਕਰਦੇ ਤਾਂ ਅੰਦਰ y ਲਿਖਣਾ ਹੁੰਦਾ। ठीक है जी, लिखा शो हो गया जी y dx? हाँ जी सर। ओके जी, मेरे नाल शो नहीं होया दूसरे मोबाइल पे। ओके जी, y ਦੀ ਵੈਲਿਊ ਕੱਢਣੀ ਹੈ, ਮੇਰੇ ਕੋਲੇ y ਸਕੁਅਰ ਆ ਤਾਂ y ਮੇਰੇ ਕੋਲੇ ਕੀ ਬਣ ਜਾਏਗਾ, √9x, ਤਾਂ y ਦੀ ਵੈਲਿਊ ਬਣ ਗਈ ਤੁਹਾਡੇ ਕੋਲੇ 3√x, ਤਾਂ 3 ਕਾਮਨ ਬਾਹਰ ਨਿਕਾਲ ਲਓ, ਅੰਦਰ ਕਿੰਨਾ ਰਹਿ ਗਿਆ ਤੁਹਾਡੇ ਕੋਲੇ ਜਸਟ √x। ਹਾਂਜੀ, ਇਹਨੂੰ ਸੋਲਵ ਕਰੋਗੇ ਤਾਂ ਤੁਹਾਡਾ ਆਨਸਰ ਕਿੰਨਾ ਆ ਜਾਏਗਾ, ਚੈੱਕ ਕਰ ਲੈਂਦੇ ਹਾਂ। x ਦੀ ਪਾਵਰ 1/2 ਆ ਤਾਂ ਤੁਹਾਡੇ ਕੋਲ ਕੀ ਹੋ ਜਾਏਗੀ, ਪਾਵਰ ਇਨਕਰੀਜ਼ ਹੋ ਜਾਏਗੀ। ਠੀਕ ਹੈ ਜੀ, ਪਾਵਰ ਇਨਕਰੀਜ਼ ਕਰ ਦਿਓ, ਯਾਨੀ ਕਿ ਤੁਹਾਡੇ ਕੋਲ x ਦੀ ਪਾਵਰ 3/2 ਹੋ ਜਾਏਗੀ। अपॉन ਦੇ ਵਿੱਚ ਕਿੰਨਾ ਬਣ ਜਾਏਗਾ 3/2, 3 ਨਾਲ 3 ਕੈਂਸਲ ਹੋ ਜਾਏਗਾ, ਲਿਮਿਟਸ 1 ਤੋਂ ਲੈ ਕੇ 4 ਤੱਕ, 2 ਉੱਪਰ ਚਲਾ ਗਿਆ, ਇਹਨੂੰ ਕੀ ਲਿਖ ਦਿਓ ਤੁਸੀਂ x √x ਲਿਖ ਦਿਓ, ਤਾਂ ਤੁਹਾਡਾ ਬੜੀ ਸੌਖੇ ਤਰੀਕੇ ਨਾਲ ਸੋਲਵ ਹੋ ਜਾਏਗਾ। ਤਾਂ ਜੇ ਤੁਸੀਂ ਸੋਲਵ ਕਰੋਗੇ ਤਾਂ ਕੈਲਕੂਲੇਸ਼ਨ ਦੇ ਵਿੱਚ ਤੁਹਾਡਾ ਆਨਸਰ 14 ਆ ਜਾਏਗਾ। ਠੀਕ ਹੈ ਜੀ, ਨੈਕਸਟ ਦੇਖ ਲਓ ਜੀ, which of the following statement is incorrect? ਹਾਂਜੀ, ਤੁਹਾਡੀਆਂ ਸਾਰੀਆਂ ਮੈਂ ਐਕਸਪਲੇਨੇਸ਼ਨ ਵੀ ਤੁਹਾਨੂੰ ਦੱਸ ਦਾਂਗਾ। ਪਹਿਲਾਂ ਦੇਖੋ ਆਪਾਂ ਥੱਲੇ ਤੋਂ ਸਟਾਰਟ ਕਰਦੇ ਡੀ ਆਪਸ਼ਨ ਤੋਂ। ਐਵਰੀ ਰੀਮਨ ਇੰਟੀਗ੍ਰੇਬਲ ਫੰਕਸ਼ਨ ਇਜ਼ ਅ ਲੈਬੇਗ ਇੰਟੀਗਰਲ। ਅੱਜ ਸਵੇਰ ਹੀ ਮੈਂ ਤੁਹਾਨੂੰ ਇਸ ਤਰ੍ਹਾਂ ਬਣਾ ਕੇ ਦੱਸਿਆ ਸੀਗਾ, ਇੱਥੇ ਮੇਰੇ ਕੋਲ ਕੀ ਹੁੰਦਾ, ਰਾਈਮਨ ਲੋਅਰ ਸਮ ਹੁੰਦਾ। ਠੀਕ ਹੈ, ਰਾਈਮਨ ਦਾ ਯਾਨੀ ਕਿ ਆਪਾਂ ਕੀ ਲਿਖਦੇ ਹੁੰਦੇ ਸੀ, a to b f dx, ਇਹ ਤਾਂ ਲਿਖਦੇ ਸੀ ਆਪਾਂ ਅਪਰ ਸਮ, ਰਾਈਮਨ ਸਮ ਜਿਹਨੂੰ ਆਪਾਂ ਬੋਲਦੇ ਹਾਂ। ਲੋਅਰ ਸਮ ਕਾਦਾ, ਰਾਈਮਨ ਦਾ, ਜਿਹਨੂੰ ਆਪਾਂ LPF ਕਹਿੰਦੇ ਹੁੰਦੇ। ਇਸ ਤਰ੍ਹਾਂ ਇਧਰ ਹੁੰਦਾ ਮੇਰੇ ਕੋਲ UPF, ਅਪਰ ਸਮ। ਇਹਦੇ ਇਨ ਬਿਟਵੀਨ ਮੇਰੇ ਕੋਲ ਕੀ ਹੁੰਦਾ ਸੀਗਾ, ਲਬੇਗ ਇੰਟੈਗਰਲ ਹੁੰਦਾ ਸੀਗਾ, ਉਹਦਾ ਵੀ ਅਪਰ ਤੇ ਲੋਅਰ ਸਮ। ਹੁਣ ਦੇਖੋ ਆਹ ਦੋਨੋਂ ਅਗਰ ਮੇਰੇ ਕੋਲ ਬਰਾਬਰ ਹੈ ਤਾਂ ਵਿਚਲੀ ਇਹ ਸਾਰਾ ਪਾੜਾ ਖਤਮ ਹੋ ਜਾਏਗਾ, ਮੀਨ ਇੱਕੋ ਪੁਆਇੰਟ ਤੇ ਆਏਗਾ ਨਾ, ਕਿਉਂਕਿ ਖਤਮ ਹੋ ਜਾਣਾ ਸਾਰਾ ਹੀ। ਤਾਂ ਮੇਰੇ ਕੋਲ ਇਹ ਦੋਨੋਂ ਬਰਾਬਰ ਹੋਣਗੇ ਅਗਰ ਰਾਈਮਨ ਆ, ਫਿਰ ਵਿੱਚ ਕੁਝ ਹੋਏਗਾ ਹੀ ਨਹੀਂ, ਤਾਂ ਮੇਰੇ ਕੋਲ ਆਪਣੇ ਆਪ ਹੀ ਇਹ ਕੀ ਬਣ ਜਾਏਗਾ, ਲਬੇਗ ਵੀ ਬਣ ਜਾਏਗਾ। अगर ये देख लो जी, एवरी सबसेट ऑफ ए लबेग मेजर नीड टू बी ए लबेग मेजर। हाँ जी, क्यों, देखो अगर मेरे को ए क्या लबेग आ, ਇਹਦਾ मतलब मैं इंटीग्रेशन कर रहा ਇੱਥੇ, ਤਾਂ अगर ਇਹਦਾ मैं सबसेट ਲਵਾਂਗਾ ਤਾਂ ਉਹਦੀ ਤਾਂ इंटीग्रेशन होएगी, क्योंकि अगर देखो मेरे को ਵੱਡਾ ਸੈੱਟ ਮੇਰੇ ਕੋਲ ਕੀ ਆ, इंटीग्रेबल, ਇਹਦਾ ਛੋਟਾ ਵੀ ਕੀ ਹੋਏਗਾ, इंटीग्रेबल होएगा। ठीक है जी, सेकंड ऑप्शन भी ठीक होगी। थर्ड देखो तो मैं कल ही लिखाया सीगा, अगर बाउंडेड वेरिएशन है, अगर बाउंडेड वेरिएशन है तो फिर मेरे को जरूरी नहीं ये मेरे को कॉन्टिन्यूस होवे, ना ही ये मेरे को किया जरूरी नहीं जी। हाँ जी, बाउंडेड वेरिएशन हाँ जी बाउंडेड हो जाता जी। ठीक है, बाउंडेड हो जाता, बट अगर बाउंडेड आ फिर कंडीशन मे और मे नॉट दी सीगी, ये बाउंडेड वेरिएशन होएगा। ठीक है जी, तब मेरे को ये इनकरैक्ट आ गया, थर्ड ऑप्शन मेरी की बन गई इनकरैक्ट। ਹੁਣ ਮੇਰੇ ਕੋਲ ਰਹਿ ਗਈ ਸੈਕੰਡ ਆਪਸ਼ਨ ਔਰ ਫਸਟ ਆਪਸ਼ਨ ਰਹਿ ਗਈ। ਜਰਾ ਫਸਟ ਆਪਸ਼ਨ ਦੇਖੋ ਕੀ ਕਹਿੰਦਾ, ਮੋਨੋਟੋਨਿਕਲ ਫੰਕਸ਼ਨ ਹੈਵ ਨੋ ਡਿਸਕੰਟੀਨਿਊਟੀ ਆਫ ਏ ਸੈਕੰਡ ਕਾइंड। ਸੈਕੰਡ ਕਾइंड ਦੀ ਡਿਸਕੰਟੀਨਿਊਟੀ ਕੀ ਕਹਿੰਦੀ ਹੁੰਦੀ ਸੀ ਆਪਣੇ ਕੋਲੇ, ਅਗਰ ਮੈਂ ਇੱਕ ਬੰਨੇ ਨੂੰ ਲਿਮਿਟ ਚੈੱਕ ਕਰਾਂ ਇਨਫਾਈਨਾਈਟ ਆ ਜਾਏ, ਦੂਸਰੇ ਬੰਨੇ ਨੂੰ ਵੀ ਆ ਜਾਏ, ਜਾਂ ਆਪਾਂ ਕਹੀਏ ਦੋਨੋਂ ਲਿਮਿਟਸ ਕੀ ਸੀ ਇਨਫਾਈਨਾਈਟ ਆ ਜਾਣ। ਹੁਣ ਦੇਖੋ ਜੇ ਚੱਲਦਾ ਜਾਏਗਾ ਤਾਂ ਇੱਕੋ ਹੀ ਲਿਮਿਟ ਤੁਹਾਡੇ ਕੋਲੇ ਇਨਫਾਈਨਾਈਟ ਆਏਗੀ, ਤਾਂ ਕਰਕੇ ਆਪਣੇ ਕੋਲੇ ਕੀ ਆ ਇਹ ਜਾਂ ਮੋਨੋਟੋਨਿਕਲੀ ਇਨਕਰੀਜ਼ਿੰਗ ਹੋ ਜਾਏਗਾ ਜਾਂ ਡਿਕਰੀਜ਼ਿੰਗ ਹੋ ਜਾਏਗਾ। ਹੋਰ ਇਹਦੇ ਕੋਲੇ ਦੋਵਾਂ ਦੇ ਵਿੱਚੋਂ ਕੋਈ ਚਾਂਸ ਨਹੀਂ ਹੈਗਾ, ਯਾਨੀ ਮੇਰੇ ਕੋਲੇ ਇਹ ਵੀ ਕੀ ਆ ਕਰੈਕਟ ਆਪਸ਼ਨ ਆ, ਤਾਂ ਮੇਰੇ ਕੋਲੇ ਬੀ ਆਪਸ਼ਨ ਕੈਂਸਲ ਹੋ ਗਈ। ਹਾਂਜੀ, ਵਿਚ ਆਫ ਦੀ ਫੋਲੋਇੰਗ ਇਜ਼ ਕਰੈਕਟ, ਕਰੈਕਟ ਕਿਹੜਾ ਜੀ, ਦੀ ਰੀਅਲ ਲਾਈਨ ਇਜ਼ ਏ ਕੰਪੈਕਟ। ਮੈਟ੍ਰਿਕ ਸਪੇਸ ਛੱਡ ਦਿਓ ਭਾਵੇਂ, ਤੁਸੀਂ ਜਸਟ ਕੰਪੈਕਟ ਵਰਡ ਤੇ ਆਪਾਂ ਇੱਥੇ ਫੋਕਸ ਕਰਨਾ। ਕੰਪੈਕਟ ਦਾ ਮਤਲਬ ਕੀ ਹੁੰਦਾ, क्लोज होना चाहिए ते बाउंडेड होना चाहिए। ठीक है जी, हुण आर आप पूरी आर की गल करते हैं इनफिनिटी तो लेकर इनफिनिटी तक। क्लोज तो है क्योंकि आप पढ़िया होया ये क्लोज ओपन दोनों ही आ। ठीक है जी, आप मान लिया है क्लोज, अपनी मर्जी ना आप ओपन मान लिया क्लोज मान लिया, पर ये बाउंडेड तो नहीं है। तुसीं किहड़ी जगह ते लाइन लगाओगे तुहानूं कुछ पता ही नहीं गा, तो मतलब फर्स्ट ऑप्शन थोड़ी कैंसल हो गई। सैकंड की कहना, दी रियल लाइन इज ए कनैक्टेड मैट्रिक स्पेस। रियल लाइन फिर वही अपने को ਹੁਣ ਤੁਸੀਂ ਕੋਈ ਵੀ ਦੋ ਪੁਆਇੰਟ ਲੈ ਲਓ ਰੀਅਲ ਲਾਈਨ ਤੇ, ਤੁਸੀਂ ਉਹਦੇ ਵਿਚਾਲੇ ਪਾਥ ਡਰਾ ਕਰ ਸਕਦੇ ਹੋ ਨਾ ਈਜ਼ੀਲੀ।
ਤਾਂ ਮੇਰੇ ਕੋਲੇ ਕਨੈਕਟਡ ਆ। ਜਿੱਥੇ ਮਰਜ਼ੀ ਤੁਸੀਂ ਪੁਆਇੰਟ ਲੈ ਲਓ ਰੀਅਲ ਲਾਈਨ, ਤਾਂ ਤੁਹਾਡੇ ਕੋਲੇ ਪਾਥ ਮਿਲ ਜਾਏਗਾ, ਤੁਸੀਂ ਰੀਅਲ ਲਾਈਨ ਦੇ ਉੱਪਰ ਚਲੇ ਜਾਓਗੇ। ਤਾਂ ਇਹ ਮੇਰੇ ਕੋਲੇ ਕਰੈਕਟ ਆਂਸਰ ਸੀ। ਥਰਡ ਦੇਖ ਲਓ ਜੀ, a continuous differentiable function is always invertible। ਹਾਂਜੀ, ਇਨਵਰਟੀਬਲ ਫੰਕਸ਼ਨ ਕਦੋਂ ਹੁੰਦਾ ਸੀ ਮੇਰੇ ਕੋਲੇ? ਇਨਵਰਟੀਬਲ ਜਦੋਂ ਮੇਰੇ ਕੋਲੇ ਫੰਕਸ਼ਨ ਕੀ ਹੋਵੇ 1 1 ਐਂਡ ਔਨ ਟੂ ਦੋਨੋਂ ਹੋਵੇ, ਤਾਂ ਫਿਰ ਮੈਂ ਬੋਲਦਾ ਸੀ ਉਹ ਮੇਰੇ ਕੋਲੇ ਇਨਵਰਟੀਬਲ ਹੁੰਦਾ। ਹੁਣ ਅਗਰ ਮੈਂ ਫੰਕਸ਼ਨ ਹੀ ਲੈ ਲਾਂ, ਇੱਕ ਕਾਂਸਟੈਂਟ ਫੰਕਸ਼ਨ ਲੈ ਲਾਂ, ਇਹ ਮੇਰੇ ਕੋਲੇ ਕਦੇ 1 1 ਤਾਂ ਬਣੇਗਾ ਹੀ ਨਹੀਂ, ਨਾ ਹੀ ਮੇਰੇ ਕੋਲੇ ਔਨ ਟੂ ਬਣੇਗਾ। ਇੱਕ ਫੰਕਸ਼ਨ ਲੈ ਲਿਆ ਮੈਂ, ਨਾ ਤੇ 1 1 ਨਾ ਮੇਰੇ ਕੋਲੇ ਔਨ ਟੂ ਆ, ਡਿਫਰੈਂਸ਼ੀਏਬਲ ਵੀ ਆ, ਕੰਟੀਨਿਊਸ ਵੀ ਆ, ਤਾਂ ਫਿਰ ਇਹ ਮੇਰੇ ਕੋਲੇ ਕੀ ਆ? ਨਾਟ ਇਨਵਰਟੀਬਲ। यानी कि ए भी ऑप्शन गई। लास्ट वाली देख लो जी, मीट्रिक स्पेस इज ए एवरी मीट्रिक स्पेस इज ए नॉन लीनियर स्पेस। ठीक है, ये रिजल्ट है, इन एज इट इज दिमाग दे विच रख लो, ये मेरे को नॉट करैक्ट। ठीक है, मीट्रिक स्पेसिस कभी भी नॉन लीनियर स्पेसिस नहीं होंगे। नेक्स्ट देख लो जी। हाँ जी, इदां दे क्वेश्चन तो बहुत करे हुए आपां। कितना आंसर आएगा जी? इन्हों इधर नीचे भेज दो, जां एदा मतलब की हुंदा तुहाडे कोले cos थीटा ए बी, एदा मतलब की हुंदा तुहाडे कोले sin थीटा ए डॉट बी। दोनों कट्टे गए कल्ले कल्ले, तो sin थीटा ते cos थीटा किहड़े एंगल ते बराबर हुंदा? 45। ठीक है जी, जे नहीं समझ लगा तो मैं साइड से लिख भी दिना, क्योंकि sin थीटा किहदे बराबर हुंदा? a क्रॉस b दा मॉडुलस a मॉडुलस b मॉडुलस, ते cos थीटा किहदे बराबर हुंदा मेरे कोले? a b दा मॉडुलस। ठीक है जी, थल्ले हुंदा मेरे कोले a मॉडुलस b मॉडुलस, दोनों दी वैल्यू फिल करी थी जस्ट मैं। नेक्स्ट चेक कर लो जी, प्रोजेक्शन फाइंड करनी है जी, कादे तो? इस तो इहदे ऊपर। लो जी, ए बी। ठीक है, प्रोजेक्शन फाइंड करनी है आपां। ए ऑन बी वैक्टर, ऊपर दोनों दी डॉट, जिहदे ऊपर क्या होया ओदा मॉडुलस लैना। आंसर दस दो जी फटाफट, तुहाडे ते डिपेंड है कितनी जल्दी कर सकदे। ऊपर बन जाना तुहाडे कोले 3 -2 + 6, ये बन गया, चेक कर लिया। हाँ जी, बी ऑप्शन। नीचे डिनोमिनेटर दे विच बी दा मॉडुलस करना आपां, आंसर कितना आ रहा? 149। ऊपर मेरे को बन गया 7 9, हाँ जी 7, तो नीचे मेरे को बन गया √14। इनू √14 दे नाल आपां मल्टीप्लाई कर देता, क्योंकि आपां रैशनलाइज कर देता, तो मेरे को आंसर कितना आ जाएगा? ऊपर √14 रह जाएगा, थल्ले मेरे को कितना बन जाएगा 2 जी। नेक्स्ट देख लो जी, डायमेंशनस फाइंड करनी है आपां, कादे ऊपर? सी दे ऊपर फाइंड करनी है आर दियां। हुण देखो सी दे विच मेरे को कितनियां ब्लैंक्स होंदियां? 1 और 2। एक राउंड लगेगा फर्स्ट फिल करने वास्ते, सेकंड राउंड लगेगा मेरे को सेकंड फिल करने वास्ते। अब मेरे को कितनी डायमेंशनस होंगा सी ओवर आर दियां? 2। ओके जी, इजी सी गए तो फ्री द मार्क्स। हाँ जी, ये भी अपने को याद ही आ। इदां दी एक मैट्रिक्स दसनी है जिहड़ी किहड़ी होवे सिमेट्रिक ते स्क्यू सिमेट्रिक होवे ऑलवेज। किहड़ी हुंदी सी अपने कोले? जीरो मैट्रिक्स, जीरो। हाँ जी, जां जीरो कह लो जां नल मैट्रिक्स कह लो। ये मैट्रिक्स के क्वेश्चन ने बड़े सौखे सौखे आए थे। हाँ जी, कहते ए दा मॉडुलस, ए दा डिटरमिनेंट मेरे को कितना आ? 3 आ। ठीक है, ए स्क्वायर मैट्रिक्स सच दे। ओके जी, ए दा मैंने ऑर्डर नहीं दिता होया, इन्हां नूं ऑर्डर देना जरूरी चाहिए सी। वैसे क्वेश्चन की स्टेटमेंट रॉन्ग बन गई इस हिसाब दे नाल। क्यों? क्योंकि जिन्ना चिर मेरे को ए दा की आ वो अपने को ऑर्डर नहीं दिंदे, आपां कुछ नहीं कर सकते। ठीक है जी, जिन्ना चिर ए दा मेरे को ऑर्डर नहीं हुंदा। स्क्वायर मैट्रिक्स, स्क्वायर तो आपको पता ही पता, सच दैट। ओके जी, असल दे विच उन्होंने 3 क्रॉस 3 दी मैट्रिक्स कही होनी, आप चेक कर लेने जी। हाँ जी, अगर 3 क्रॉस 3 दी है तो फिर मेरे को आंसर कितना आ जाना? 27 आ जाना। किवें तुसीं एक मैट्रिक्स लै लो, 3 दी कही होनी है, जिन्ना कि मैनूं लग रहा फिर आंसर दे हिसाब नाल।
ਅੱਜ ਜਦੋਂ ਮੈਂ ਇਹਦਾ ਕਿਊਬ ਕੀਤਾ ਤਾਂ ਕਿੰਨਾ ਬਣ ਜਾਏਗਾ, ਰੱਖ ਦੋ 2700। ਹੁਣ ਇਹਦਾ ਡਿਟਰਮੀਨੈਂਟ ਕਰੋਗੇ ਤਾਂ ਤੁਹਾਡੇ ਕੋਲੇ 27, ਠੀਕ ਹੈ ਜੀ, ਨੋਟ ਕਰ ਲਓ। ਦੇਖੋ ਅਗਰ ਇਹ 4/4 ਦੀ ਹੁੰਦੀ ਤਾਂ ਮੇਰੇ ਕੋਲ 81 ਬਣ ਜਾਣਾ ਸੀ, ਅਗਰ 2/2 ਦੀ ਹੁੰਦੀ ਫਿਰ ਮੇਰੇ ਕੋਲੇ 9 ਬਣ ਜਾਣਾ ਸੀ। ਹੁਣ ਇਹਦੇ ਬਾਰੇ ਮੈਨੂੰ ਕੁਝ ਨਹੀਂ ਪਤਾ, ਅਗਰ 1/1 ਦੀ ਲੈਣੇ ਤਾਂ ਮੇਰੇ ਕੋਲ ਆਨਸਰ 3 ਵੀ ਬਣ ਜਾਣਾ ਸੀਗਾ। ਤਾਂ ਉਸ ਹਿਸਾਬ ਦੇ ਨਾਲ ਕੀ ਆ, ਆਨਸਰ ਦੇਖ ਕੇ ਮੈਂ ਇਹਨੂੰ ਕੱਢਿਆ। ਵੈਸੇ ਕੁਐਸਚਨ ਕੀ ਆ ਮੇਰੇ ਕੋਲੇ ਰੋਂਗ ਬਣ ਰਿਹਾ, ਕਿਉਂਕਿ ਆਰਡਰ ਨਹੀਂ ਗਿਵਨ ਹੈਗਾ, ਆਰਡਰ ਨਾਟ ਗਿਵਨ, ਆਰਡਰ ਮਸਟ, ਠੀਕ ਹੈ ਜੀ। ਓਕੇ ਜੀ, ਨੈਕਸਟ ਦੇਖ ਲਓ ਜੀ। ਕਹਿੰਦਾ ਐਵਰੀ ਸਕੁਅਰ ਮੈਟ੍ਰਿਕਸ ਇਜ਼ ਇਨਵਰਟੀਬਲ। ਹਾਂਜੀ ਪੋਸੀਬਲ ਹੈ ਜੀ। ਲਓ ਜੀ, ਇਹ ਤਾਂ ਪਹਿਲੇ ਚ ਡਿੱਗ ਪਿਆ, ਮੜੇ ਜਿਹੇ ਨਾਲ ਹੀ ਆਪਾਂ ਕੁਝ ਕੀਤਾ ਹੀ ਨਹੀਂ। ਇਹ ਮੈਟ੍ਰਿਕਸ ਮੈਂ 0 0 ਲੈ ਲਈ, ਉਹਦਾ ਇਨਵਰਸ ਕਿੱਥੋਂ ਆਉਣਾ। ਸੈਕੰਡ ਆਪਸ਼ਨ ਚੈੱਕ ਕਰ ਲਓ ਜੀ, ਕੰਸਿਸਟੈਂਟ ਆ ਕਿ ਇਨਕੰਸਿਸਟੈਂਟ ਆ। ਸੋਲਵ ਕਰਕੇ ਦੇਖ ਲਓ, ਸੋਲਵ ਹੀ ਨਹੀਂ ਹੋ ਰਹੀਆਂ ਇਹ ਤਾਂ ਮੇਰੇ ਕੋਲ। ਹਾਂਜੀ, ਇਹਨੂੰ 2 ਨਾਲ ਮਲਟੀਪਲਾਈ ਕਰ ਦਿਓ ਉੱਪਰ ਵਾਲੇ ਨੂੰ, ਤੁਹਾਡੇ ਕੋਲ ਕੀ ਬਣ ਜਾਣਾ ਇਹਨੇ 2x + 2y + 4। ਸਬਟਰੈਕਟ ਕਰਿਆ 0 + 0 2 ਆ ਗਿਆ, ਵਿਚ ਇਜ਼ ਨੈਵਰ ਪੋਸੀਬਲ। ਤਾਂ ਇਹ ਮੇਰੇ ਕੋਲ ਕੀ ਆ ਗਿਆ, ਇਨਕੰਸਿਸਟੈਂਟ ਆ ਗਿਆ, ਮਤਲਬ ਇਹਨਾਂ ਦਾ ਸੋਲੂਸ਼ਨ ਐਗਜ਼ਿਸਟ ਨਹੀਂ ਕਰਦਾ। ਥਰਡ, ਰੈਂਕ ਆਫ ਅ ਨਾਨ ਜ਼ੀਰੋ ਮੈਟ੍ਰਿਕਸ ਆਲਵੇਜ਼ ਨਾਨ ਜ਼ੀਰੋ। ਹਾਂਜੀ ਸਹੀ ਗੱਲ ਹੈ ਜੀ, ਕੋਈ ਵੀ ਤੁਸੀਂ ਨਾਨ ਜ਼ੀਰੋ ਮੈਟ੍ਰਿਕਸ ਲੈ ਲਓ, ਮੰਨ ਲਓ ਮੈਂ 1 ਆਰਡਰ ਦੀ ਲੈ ਲਾਂ ਤਾਂ ਵੀ ਇਹਦਾ ਕੀ ਆਏਗਾ, ਰੈਂਕ ਨਾਨ ਜ਼ੀਰੋ ਆਏਗਾ। 2 ਆਰਡਰ ਦੀ ਲੈ ਲਾਂ, ਇੱਕ ਐਲੀਮੈਂਟ ਤਾਂ ਆਪਾਂ ਲਿਖ ਹੀ ਸਕਦੇ ਨਾ, ਤਾਂ ਵੀ ਮੇਰੇ ਕੋਲ ਰੈਂਕ ਕਿੰਨਾ ਆਏਗਾ, ਨਾਨ ਜ਼ੀਰੋ ਆਏਗਾ। ਇਹ ਮੇਰੇ ਕੋਲ ਠੀਕ ਆ। ਆਈਗਨ ਵੈਲਿਊ ਆਫ ਹਰਮਿਸ਼ਨ ਮੈਟ੍ਰਿਕਸ, ਹਰਮਿਸ਼ਨ ਮੈਟ੍ਰਿਕਸ ਦੀਆਂ ਆਈਗਨ ਵੈਲਿਊ ਕਿੰਨੀਆਂ ਹੁੰਦੀਆਂ ਸੀ, ਰੀਅਲ ਹੁੰਦੀਆਂ ਸੀ। ਖਤਮ ਹੋ ਗਿਆ ਜੀ ਇਹ ਵੀ ਆਪਸ਼ਨ, ਆਨਸਰ ਮੇਰਾ ਕਿਹੜਾ ਬਣ ਗਿਆ, ਸੀ ਬਣ ਗਿਆ। ਨੈਕਸਟ ਚੈੱਕ ਕਰ ਦਿਓ ਜੀ। ਹਾਂਜੀ, ਆਰਥੋਨੋਰਮਲ ਸੈੱਟ ਬੋਲਿਆ ਹੋਇਆ ਉਹਨੇ। ਲਓ ਜੀ, E1 EN ਕਿਆ ਹੋਇਆ ਨਾ, ਆਪਾਂ ਬੜਾ ਸੌਖਾ ਹੈ ਸਮ, ਦੇਖਣ ਨੂੰ ਹੀ ਗੰਦਾ ਜਿਹਾ ਲੱਗ ਰਿਹਾ ਹੈ, ਇਹਦੇ ਚ ਕੁਝ ਵੀ ਨਹੀਂ। ਨੋਮ ਕੱਢਣੀ ਆਪਾਂ, ਇਨਰ ਪ੍ਰੋਡਕਟ ਸਪੇਸ ਦਿੱਤੀ ਆ ਤਾਂ ਨੋਮ ਹੀ ਹੋ ਗਈ ਆਪਣੇ ਕੋਲੇ। ਤਾਂ ਮੈਂ EN ਨੂੰ ਕੀ ਮੰਨ ਲੈਣਾ, ਕਿਸੇ ਵੀ ਪਲੇਸ ਦੇ ਉੱਪਰ ਜਾ ਕੇ, ਠੀਕ ਆ, ਭਾਵੇਂ ਮੈਂ ਇਹਨੂੰ E1 ਦਾ ਨਾਮ ਦੇ ਦਾਂ ਕਿਉਂਕਿ ਉਹਨਾਂ ਨੇ ਕੁਝ ਨਹੀਂ ਨਾ ਕਿਹਾ, ਤਾਂ ਮੈਂ ਇੱਥੇ E1 ਕਹਿ ਦਿੰਦਾ। ਇਹ ਮੇਰੇ ਕੋਲ ਇਸ ਤਰ੍ਹਾਂ ਦਾ 1 0 0 0, ਅਗਲੇ ਸਾਰੇ ਐਲੀਮੈਂਟ 0 ਕਿਉਂਕਿ ਇਹਨਾਂ ਨੇ ਆਰਡਰ ਨਹੀਂ ਦਿੱਤਾ ਹੋਇਆ ਕਿੰਨਾ। ਦੂਜਾ ਮੈਂ E2 ਕਹਿ ਦਿੰਦਾ, ਤਾਂ ਯਾਨੀ ਕਿ ਮੇਰੇ ਕੋਲ ਸੈਕੰਡ ਪਲੇਸ ਤੇ 1 ਆ ਜਾਏਗਾ, ਬਾਕੀ ਸਾਰੀਆਂ ਤੇ 0 ਆ ਜਾਏਗਾ। ਹੁਣ ਦੇਖੋ ਆਪਸ ਦੇ ਵਿੱਚ ਆਰਥੋਨੋਰਮਲ ਬਣ ਗਿਆ। ਆਰਥੋਨੋਰਮਲ ਕੀ ਕਹਿੰਦਾ ਹੁੰਦਾ ਸੀ, E1 ਤੇ E2 ਨੂੰ ਆਪਸ ਚ ਮਲਟੀਪਲਾਈ ਕਰ ਦਿਓ, ਤੁਹਾਡੇ ਕੋਲ ਕੀ ਹੋਣਾ ਚਾਹੀਦਾ, 0 ਹੋਣਾ ਚਾਹੀਦਾ। ਮਲਟੀਪਲਾਈ ਕਿਵੇਂ ਕਰ ਦਿੰਦੇ ਆ, ਪੇਅਰ ਵਾਈਜ਼, ਯਾਨੀ ਕਿ ਫਸਟ ਨੂੰ ਫਸਟ ਨਾਲ ਮਲਟੀਪਲਾਈ ਐਡ ਕਰ ਦਿਓ, ਸੈਕੰਡ ਨੂੰ ਸੈਕੰਡ ਨਾਲ, ਥਰਡ ਨੂੰ ਥਰਡ ਨਾਲ। ਤੇ ਸੈਕੰਡ ਮੇਰੇ ਕੋਲ ਕੀ ਹੋਣਾ ਚਾਹੀਦਾ, ਅਗਰ ਆਰਥੋਨੋਰਮਲ ਹੈ ਤੇ ਇਹਦੀ ਲੈਂਥ ਮੇਰੇ ਕੋਲ ਕਿੰਨੀ ਹੋਣੀ ਚਾਹੀਦੀ ਹੈ, 1 ਹੋਣੀ ਚਾਹੀਦੀ ਹੈ। ਦੇਖੋ ਫਸਟ ਦਾ ਜਦੋਂ ਮੈਂ ਹਰੇਕ ਐਲੀਮੈਂਟ ਦਾ ਸਕੁਅਰ ਕਰਕੇ ਐਡ ਕਰੂੰਗਾ ਤਾਂ ਮੇਰੇ ਕੋਲ 1 ਬਣ ਜਾਏਗਾ। ਸਿਮਿਲਰ ਮੈਂ ਸੈਕੰਡ ਦਾ ਕਰੂੰਗਾ ਤਾਂ ਵੀ ਮੇਰੇ ਕੋਲ 1 ਬਣ ਜਾਏਗਾ। ਲਓ ਜੀ, ਹੁਣ ਆਪਾਂ ਕਰਨਾ E1 - E2, ਠੀਕ ਹੈ। ਮੈਂ N ਨੂੰ 1 ਲੈ ਲਿਆ, M ਨੂੰ 2 ਲੈ ਲਿਆ, ਮੇਰੀ ਮਰਜ਼ੀ, ਤੁਸੀਂ ਜੋ ਮਰਜ਼ੀ ਲੈ ਲਓ। ਓਕੇ, ਇਹਦਾ ਲੈਂਥ ਹੀ ਫਾਈਂਡ ਕਰਨੀ ਹੁੰਦੀ। ਦੇਖੋ 1 ਦੇ ਵਿੱਚੋਂ 0 ਸਬਟਰੈਕਟ ਕੀਤੀ, ਪਲੱਸ ਫਿਰ 0 ਦੇ ਵਿੱਚੋਂ 1 ਸਬਟਰੈਕਟ ਕੀਤਾ, ਬਾਕੀ ਤਾਂ ਸਾਰੇ 0 ਬਣ ਜਾਣੇ ਆ, ਸੋਲਵ ਕਰਨ ਦੀ ਲੋੜ ਹੀ ਨਹੀਂ। ਤਾਂ ਆਨਸਰ ਕਿੰਨਾ ਆ ਗਿਆ ਮੇਰੇ ਕੋਲੇ, √2। ਚਲਿਏ ਅੱਗੇ, ਆਪਸ਼ਨ ਮੇਰੇ ਕੋਲ ਕਿਹੜੀ ਆ, ਇਹ। ਹਾਂਜੀ, ਐਂਗਲ ਫਾਈਂਡ ਕਰਨਾ, ਇਹ ਤਾਂ ਹੁਣ ਤੁਹਾਨੂੰ ਆਉਂਦਾ ਹੈ, ਕਰ ਦੋਗੇ। ਹਾਂਜੀ, ਆਪਾਂ A1 B1 ਤੇ C1 ਯਾਨੀ ਕਿ ਡਾਇਰੈਕਸ਼ਨਸ ਰੇਸ਼ੀਓਸ ਫਾਈਂਡ ਕਰ ਲਓ ਫਸਟ ਤੋਂ ਫਟਾਫਟ। ਕਿੰਨੀਆਂ ਆਈਆਂ ਤੁਹਾਡੇ ਕੋਲੇ, ਓਕੇ। ਤਾਂ ਡਾਇਰੈਕਸ਼ਨ ਰੇਸ਼ੀਓ ਦੀ ਜ਼ਰੂਰਤ ਹੀ ਨਹੀਂ, ਤਾਂ ਆਪਾਂ ਸਮ ਹੀ ਦੂਸਰਾ ਬਣ ਗਿਆ, ਠੀਕ ਹੈ। 2 ਹੀ ਆ, ਤੁਸੀਂ ਡਾਇਰੈਕਟ cos θ ਫਾਈਂਡ ਕਰੋ, 2 - 2। ਥੱਲੇ ਆਪਾਂ ਨੂੰ ਚੈੱਕ ਕਰਨ ਦੀ ਹੁਣ ਜ਼ਰੂਰਤ ਨਹੀਂ, ਕਿਉਂ, ਥੱਲੇ ਜਦੋਂ ਸਕੁਅਰ ਕਰੋਗੇ ਤਾਂ ਤੁਹਾਡੇ ਕੋਲੇ ਕੋਈ ਨਾ ਕੋਈ ਪੋਜ਼ਿਟਿਵ ਨੰਬਰ ਆਏਗਾ ਨਾ। 0 ਬਟਾ ਪੋਜ਼ਿਟਿਵ ਨੰਬਰ ਕੀ ਹੁੰਦਾ, 0। ਤੇ cos θ 0 ਕਿੱਥੇ ਹੁੰਦਾ ਤੁਹਾਡੇ ਕੋਲੇ, ਹਾਂਜੀ ਦੱਸ ਦਿਓ ਜੀ। 90 ਡਿਗਰੀ ਤੇ, ਠੀਕ ਹੈ। ਥੱਲੇ ਕਿਉਂ ਨਹੀਂ ਚੈੱਕ ਕੀਤਾ, ਕਿਉਂਕਿ ਥੱਲੇ ਆਪਾਂ ਕੀ ਮੋਡੂਲਸ ਚੈੱਕ ਕਰਨਾ, ਮੋਡੂਲਸ ਕਰਾਂਗੇ ਪਹਿਲੇ ਤਾਂ 4 + 1 ਆ ਜਾਣਾ, ਪੋਜ਼ਿਟਿਵ ਨੰਬਰ ਹੀ ਆਏਗਾ। ਤੇ ਆਪਾਂ ਨੂੰ ਜਿਹੜਾ ਮਰਜ਼ੀ ਆ ਜਾਏ, ਮੈਂ ਕੈਲਕੂਲੇਸ਼ਨ ਦੇ ਟਾਈਮ ਕਿਉਂ ਵੇਸਟ ਕਰਾਂ ਬਈ,
ठीक है, जरूरी नहीं ਹੁਣ ਆਪਾਂ ਉਹਦੇ ਕੈਲਕੂਲੇਸ਼ਨ ਚੈੱਕ ਕਰਕੇ ਹੀ ਕਰਨਾ, ਇੰਨਾ ਆਪਾਂ ਟਾਈਮ ਬਚਾਉਣਾ। ਹਾਂਜੀ, ਲੈਂਥ ਆਫ ਲੇਟਸ ਰੈਕਟਮ ਕਿੰਨੀ ਆਂਦੀ ਆ ਜੀ? 4a ਐਲਿਪਸ ਆ ਜੀ, ਠੀਕ ਹੈ ਜੀ, ਇਹ ਆਪਣੇ ਕੋਲੇ ਐਲਿਪਸ ਆ। 2b square over a ਤੁਸੀਂ ਹਾਂਜੀ 2b ਸਕੁਅਰ ਓਵਰ ਐਲਿਪਸ ਆ, ਤਾਂ ਮੇਰੇ ਕੋਲੇ ਲੈਂਥ ਆਫ ਲੇਟਸ ਰੈਕਟਮ ਹੁੰਦੀ 2b ਸਕੁਅਰ ਓਵਰ a। ਤੇ ਇਹਨੂੰ ਲਿਖਣ ਦਾ ਤਰੀਕਾ ਵੀ ਦੱਸਿਆ ਸੀ ਤੁਹਾਨੂੰ, x ਸਕੁਅਰ, ਇੱਥੇ ਕੁਛ ਨਾ ਕੁਛ ਆਏਗਾ, ਮੈਨੂੰ ਜੋ ਮਰਜ਼ੀ ਆ ਜਾਏ, ਮੈਨੂੰ ਕੋਈ ਮਤਲਬ ਨਹੀਂਗਾ, ਇਹਨੂੰ ਮੈਂ ਇਸ ਤਰ੍ਹਾਂ ਲਿਖਦਾ ਹੁੰਦਾ, x ਮਾਈਨਸ h ਸਕੁਅਰ ਲਿਖਣਾ, ਇਧਰ ਹੋ ਗਿਆ ਮੇਰੇ ਕੋਲੇ y ਮਾਈਨਸ k ਸਕੁਅਰ। ਇੱਥੇ ਮੇਰੇ ਕੋਲ ਕੀ ਹੋਏਗਾ ਦੇਖੋ, ਇਹਨੂੰ ਇੱਧਰ ਭੇਜ ਦਿਓ 4, ਇਹਨੂੰ ਇੱਧਰ ਭੇਜ ਦਿਓ 3, ਇੱਥੇ ਸਮਥਿੰਗ 1 ਆਏਗਾ। ਹੁਣ HK ਦੀ ਵੈਲਿਊ ਜੋ ਆਪਾਂ ਐਡ ਮਾਈਨਸ ਕਰਾਂਗੇ ਉਹਦੇ ਤੇ ਡਿਪੈਂਡ ਕਰਦੀ ਆ, ਆਪਾਂ ਨੂੰ ਸੈਂਟਰ ਪੁੱਛਿਆ ਹੀ ਨਹੀਂ ਗਿਆ। ਲੋ ਇੱਥੇ b ਸਕੁਅਰ ਦੀ ਵੈਲਿਊ ਕਿੰਨੀ ਹੋਗੀ 3, ਤਾਂ a ਚਾਹੀਦਾ ਮੈਨੂੰ, ਇਹ ਮੇਰੇ ਕੋਲ a ਸਕੁਅਰ ਆ, a ਦੀ ਵੈਲਿਊ ਕਿੰਨੀ ਮਿਲ ਗਈ ਮੇਰੇ ਕੋਲ 2। ਆਨਸਰ ਦੱਸ ਦਿਓ, 2 ਲੈਂਥ, ਹਾਂਜੀ ਲੈਂਥ ਆਫ ਲੇਟਸ ਰੈਕਟਮ 2 into answer is 3 3, ਹਾਂਜੀ ਹਾਂਜੀ ਆਨਸਰ ਇਜ਼ 3, ਆਪਸ਼ਨ ਬੀ। ਇਹ ਆਪਣੀ ਸ਼ਾਰਟਕਟ ਟੈਕਨੀਕ ਦੇਖੋ ਕੰਮ ਕਰ ਗਈ ਇੱਥੇ। ਤੇ ਨੈਕਸਟ, ਹਾਂਜੀ ਇਹ ਤਾਂ ਤੁਹਾਨੂੰ ਹੁਣ ਆਉਣਾ ਚਾਹੀਦਾ ਆ, ਫੇਵਰੇਟ ਕੁਐਸਚਨ ਆ, ਪਤਾ ਨਹੀਂ ਕਿੰਨੀ ਵਾਰ ਪੇਪਰ ਦੇ ਵਿੱਚ ਆ ਚੁੱਕਿਆ। ਹਾਂਜੀ ਆਨਸਰ ਯਾਦ ਆ ਜੀ, 2 ਆਨਸਰ ਲਿਖਾਏ ਸੀ, ਇੱਕ ਦਾ ਤੁਹਾਨੂੰ -1 ਲਿਖਾਇਆ ਸੀ, ਇੱਕ ਦਾ ਕੁਝ ਹੋਰ ਲਿਖਾਇਆ ਸੀ, ਯਾਦ ਹੈ ਜੀ? ਫਿਰ ਵੀ ਆਪਾਂ ਕਰ ਦਿੰਨੇ ਆ। ਐਲ ਆਪਾਂ ਕੀ ਕਹੀਦਾ ਹੋਏਦਾ cos ਅਲਫਾ, ਐਮ ਕੀ ਕਹੀਦਾ ਹੁੰਦਾ ਆਪਾਂ cos ਬੀਟਾ, ਐਨ ਨੂੰ ਕਹਿੰਦੇ ਹੁੰਦੇ ਸੀ ਆਪਾਂ cos ਗਾਮਾ। ਰਿਜ਼ਲਟ ਆਪਣੇ ਕੋਲ ਕੀ ਹੁੰਦਾ ਸੀ l ਸਕੁਅਰ ਪਲੱਸ m ਸਕੁਅਰ ਪਲੱਸ n ਸਕੁਅਰ ਇਜ਼ ਇਕੁਅਲ ਟੂ 1। ਤੇ ਵੈਲਿਊ ਫਿਲ ਕਰ ਦਿੰਨੇ ਆਪਾਂ, ਉਹਦੇ ਤੋਂ ਆਪਾਂ ਇਹਦੀ ਵੈਲਿਊ ਫਾਈਂਡ ਕਰਨੀ ਹੈ। ਲਓ ਜੀ ਮੇਰੇ ਕੋਲ ਕੀ ਆ cos 2 ਅਲਫਾ, cos 2 ਬੀਟਾ, cos 2 ਗਾਮਾ ਇਜ਼ ਇਕੁਅਲ ਟੂ, ਇਹਦੀ ਵੈਲਿਊ ਕਿੰਨੀ ਹੋਏਗੀ cos ਸਕੁਅਰ ਅਲਫਾ -1, ਸੈਕੰਡ ਦੀ ਬਣ ਜਾਏਗੀ ਮੇਰੇ ਕੋਲੇ cos ਸਕੁਅਰ ਬੀਟਾ -1, cos 2 ਦਾ ਫਾਰਮੂਲਾ ਲਗਾ ਦਿੱਤਾ ਮੈਂ, ਥਰਡ ਵਾਲੇ ਦੀ ਬਣ ਜਾਏਗੀ ਮੇਰੇ ਕੋਲੇ cos ਸਕੁਅਰ ਗਾਮਾ -1। ਲਓ ਜੀ cos ਸਕੁਅਰ ਬੀਟਾ, ਯਾਨੀ ਕਿ ਇਹਦੇ ਚ ਜਦੋਂ ਫਿਲ ਕਰੋਗੇ ਤੁਹਾਡੇ ਕੋਲੇ ਇਹਦਾ ਆਨਸਰ ਕਿੰਨਾ ਆ ਜਾਣਾ ਸੀ, ਅਲਫਾ cos ਸਕੁਅਰ ਬੀਟਾ cos ਸਕੁਅਰ ਗਾਮਾ ਦੀ ਵੈਲਿਊ 1 ਹੋਗੀ। ਇਹਨਾਂ ਸਾਰਿਆਂ ਦੀ 1, ਇਹਨਾਂ ਸਾਰਿਆਂ ਦੀ ਵੈਲਿਊ ਕਿੰਨੀ ਆ ਤੁਹਾਡੇ ਕੋਲੇ, ਓਕੇ ਜੀ, ਤੇ 2 ਵੀ ਆਉਣਾ ਸੀ ਨਾਲ, 2 ਰਹਿ ਗਿਆ ਜੀ ਨਾਲ ਸਾਰਿਆਂ ਦੇ, 2 ਕਾਮਨ ਕੱਢ ਲਿਆ ਸੀ ਆਪਾਂ, ਇਹਦੀ ਵੈਲਿਊ ਆ ਜਾਣੀ 2, ਇਹਦਾ ਵੈਲਿਊ ਆ ਜਾਣੀ -3, ਤੇ ਤੁਹਾਡੇ ਕੋਲ ਓਵਰਆਲ ਆਨਸਰ ਕਿੰਨਾ ਆ ਜਾਣਾ ਸੀ -1। ਹਾਂਜੀ cos 2 ਅਲਫਾ ਦਾ ਫਾਰਮੂਲਾ ਲਗਾਇਆ ਆਪਾਂ 2 cos ਸਕੁਅਰ ਅਲਫਾ -1, ਇਹ ਸਾਰੇ ਫਾਰਮੂਲੇ ਵੀ ਤੁਹਾਨੂੰ ਨਾਲ ਲਿਖ ਦਿੱਤੇ ਆ ਨੋਟ। ਹਾਂਜੀ ਚਲਿਏ ਅੱਗੇ। ਹਾਂਜੀ ਨੈਕਸਟ, ਡਾਇਰੈਕਟ ਆਨਸਰ ਤੁਹਾਨੂੰ ਪਤਾ ਹੋਣਾ ਚਾਹੀਦਾ। ਲਓ ਜੀ ਪਹਿਲੇ ਦੇ ਡਾਇਰੈਕਸ਼ਨਸ ਰੇਸ਼ੀਓਸ ਕਿੰਨੀਆਂ ਆਂਗਾ 1 2 3, ਸੈਕੰਡ ਦੀਆਂ ਡਾਇਰੈਕਸ਼ਨਸ ਰੇਸ਼ੀਓਸ ਕਿੰਨੀਆਂ ਆਂਗਾ, ਉੱਪਰ ਮੇਰੇ ਕੋਲੇ x ਪੋਜ਼ਿਟਿਵ ਵਗੈਰਾ ਚ ਕਰਨਾ ਚਾਹੀਦਾ, y ਵੀ ਪੋਜ਼ਿਟਿਵ, z ਚ ਵੀ ਪੋਜ਼ਿਟਿਵ, ਤੇ ਮੇਰੇ ਕੋਲੇ ਆਏਗਾ -2 -4 ਤੇ -6। ਹੁਣ ਅਗਰ ਮੈਂ ਇਧਰੋਂ -2 ਕਾਮਨ ਕੱਢ ਲਾਂ ਤਾਂ ਮੇਰੇ ਕੋਲ ਕੀ ਬਣ ਜਾਣਾ 1 2, ਯਾਨੀ ਕਿ ਇਹ ਡਾਇਰੈਕਸ਼ਨਸ ਰੇਸ਼ੀਓ ਕਿਸੇ ਇੱਕ ਕਾਂਸਟੈਂਟ ਦੇ ਮਲਟੀਪਲ ਆ ਗਿਆ। ਅਗਰ ਕਾਂਸਟੈਂਟ ਦੇ ਮਲਟੀਪਲ ਆ ਜਾਂਦੀ ਹੈ ਤੇ ਆਪਾਂ ਕੀ ਬੋਲਦੇ ਹੁੰਦੇ ਉਹਨੂੰ, ਪੈਰਲਲ, ਆਪਸ਼ਨ ਬੀ। ਹਾਂਜੀ ਡਿਸਟੈਂਸ ਫਾਈਂਡ ਕਰਨਾ, ਕਈ ਪੇਪਰ 2015 ਵਾਲਾ ਪੇਪਰ ਆਪਾਂ ਡਿਸਕਸ਼ਨ ਕਰਦੇ ਪਏ ਆ, ਜੋ ਮੈਰੀਟੋਰੀਅਸ ਦਾ ਆਇਆ ਸੀ। ਹਾਂਜੀ ਪੁਆਇੰਟ ਕਿਹੜਾ ਆ 2 3 -5, ਤੇ ਵੈਲਿਊ ਫਿਲ ਕਰ ਦਿਓ ਜਰਾ ਫਟਾਫਟ। ਡਿਸਟੈਂਸ ਕਿਹਦੇ ਬਰਾਬਰ ਹੁੰਦਾ ਤੁਹਾਡੇ ਕੋਲੇ, ਹਾਂਜੀ ਫਸਟ ਆ ਜਾਣਾ 2 6 ਪਲੱਸ 10 -9, ਮੈਂ ਇਹਨੂੰ ਇੱਧਰ ਲੈ ਗਿਆ, ਠੀਕ ਹੈ ਜੀ, ਇਹਨੂੰ ਇੱਥੇ ਸੈੱਟ ਕਰ ਦਿੰਦੇ ਮਾਈਨਸ ਇਜ਼ ਇਕੁਅਲ ਟੂ ਅਪੋਨ ਮੋਡੂਲਸ ਕਰਨਾ ਹੁੰਦਾ, ਮੋਡੂਲਸ ਮੇਰੇ ਕੋਲ ਇਧਰੋਂ ਬਣ ਜਾਣਾ a ਸਕੁਅਰ ਪਲੱਸ b ਸਕੁਅਰ ਪਲੱਸ c ਸਕੁਅਰ ਹੁੰਦਾ, ਯਾਨੀ ਕਿ 1 ਸਕੁਅਰ ਪਲੱਸ 4 ਪਲੱਸ 4। ਹਾਂਜੀ ਜੇ ਸੋਲਵ ਕਰੋਗੇ ਤਾਂ ਤੁਹਾਡਾ ਆਨਸਰ ਆ ਜਾਏਗਾ c। ਚਲਿਏ ਅੱਗੇ ਜੀ। ਹਾਂਜੀ ਕੰਪਲੈਕਸ ਨੰਬਰ ਯਾਦ ਹੈ ਜੀ ਰਿਜ਼ਲਟ, ਇੱਕ ਸੈਕਿੰਡ ਦਾ ਕੰਮ, ਫ੍ਰੀ ਦੇ ਨੰਬਰ,
3 ਕਾਮਨ ਕੱਢ ਲਿਆ, ਮੋਡੂਲਸ ਹੈ ਨਾ, ਕਿਉਂਕਿ ਇਹਦਾ ਵੀ ਅੰਦਰ ਸਕੁਅਰ ਹੋਣਾ, ਤਾਂ 3 ਬਾਹਰ ਕੱਢ ਲਿਆ ਮੈਂ, z ਮਾਈਨਸ 1 ਰਹਿ ਗਿਆ, ਇਧਰੋਂ 3 ਪਹਿਲਾਂ ਹੀ ਬਾਹਰ ਆ, z ਮਾਈਨਸ 2, 3 ਨਾਲ 3 ਕੈਂਸਲ ਕਰ ਦਿਓ, z ਮਾਈਨਸ 1 ਅਪੋਨ z ਮਾਈਨਸ 2 ਇਜ਼ ਇਕੁਅਲ ਟੂ 1 ਰਹੇਗਾ, ਕਿਉਂਕਿ 1 ਤਾਂ ਇਧਰ ਨਾਲ ਮਲਟੀਪਲਾਈ ਹੋ ਹੀ ਰਿਹਾ ਸੀ ਨਾ ਜਿਹੜਾ ਕੱਟਿਆ ਕੀਤਾ, ਇਹਨੂੰ ਕੰਬਾਈਨ ਕਰ ਲਓ। ਹਾਂਜੀ, ਹੁਣ ਅਗਰ ਮੇਰੇ ਕੋਲੇ ਇਜ਼ ਇਕੁਅਲ ਟੂ 1 ਹੁੰਦਾ ਸੀ ਤਾਂ ਮੈਂ ਕੀ ਕਹਿੰਦਾ ਹੁੰਦਾ ਸੀ ਇਹਨੂੰ, ਸਟ੍ਰੇਟ ਲਾਈਨ। ਯਾਦ ਆ ਗਿਆ ਜੀ, ਅਗਰ k ਦੀ ਵੈਲਿਊ ਕਿੰਨੀ ਹੁੰਦੀ ਸੀ, 1। ਚਲਿਏ ਅੱਗੇ ਜੀ। ਹਾਂਜੀ, ਨੈਕਸਟ ਕਰ ਦਿਓ ਜੀ, ਸਕੁਅਰ ਰੂਟ ਫਾਈਂਡ ਕਰਨਾ। ਅਗਰ ਮੈਂ ਕਿਸੇ ਵੀ z ਦਾ ਫਾਈਂਡ ਕਰਨਾ ਹੋਵੇ ਸਕੁਅਰ ਰੂਟ, ਤਾਂ ਕੀ ਫਾਰਮੂਲਾ ਹੁੰਦਾ ਸੀ ਮੇਰੇ ਕੋਲੇ, z ਲਿਖਣਾ, ਉਹਦਾ ਮੋਡੂਲਸ ਲਿਖਿਆ ਗਿਆ, ਸਕੁਅਰ ਰੂਟ ਫਾਈਂਡ ਕਰਨਾ, ਤਾਂ ਮੇਰੇ ਕੋਲ ਫਾਰਮੂਲਾ ਹੁੰਦਾ ਸੀ ਪਲੱਸ ਮਾਈਨਸ ਬ੍ਰੈਕਟ ਮੋਡ z ਪਲੱਸ a ਡਿਵਾਈਡਡ ਬਾਏ 2। ਇੱਥੇ ਪਲੱਸ ਜਾਂ ਮਾਈਨਸ ਡਿਪੈਂਡ ਕਰਦਾ ਵੀ ਉਹਦੇ ਵਿੱਚ ਕੁਐਸਚਨ ਦੇ ਵਿੱਚ ਕੀ ਆ, ਠੀਕ ਹੈ ਜੀ। ਅਗਰ ਪਲੱਸ ਆ ਤਾਂ ਪਲੱਸ ਪਾ ਦਾਂਗੇ, ਮਾਈਨਸ ਆ ਤਾਂ ਮਾਈਨਸ ਪਾ ਦਾਂਗੇ, ਨਾਲ ਏਓਟਾ ਮੋਡ z ਮਾਈਨਸ a ਅਪੋਨ 2। a ਕੀ ਆ, ਰੀਅਲ ਪਾਰਟ ਆਫ z, a ਰੀਅਲ ਪਾਰਟ ਆਫ z। ਕਰ ਦਿਓ, ਆਂਸਰ ਦੱਸ ਦਿਓ ਫਟਾਫਟ। ਜਿਹਦਾ ਮੋਡੂਲਸ ਕੀਤਾ ਤੁਹਾਡੇ ਕੋਲ ਕਿੰਨਾ ਬਣ ਜਾਣਾ, 5 ਪਲੱਸ ਰੀਅਲ ਪਾਰਟ ਹੈਗਾ 3। ਹਾਂਜੀ, ਇਹ ਆਪਸ਼ਨ ਜੀ, ਪਲੱਸ ਆ ਤਾਂ ਵਿਚਾਲੇ ਪਲੱਸ ਲਿਖਾਂਗੇ, ਜੇ ਮਾਈਨਸ ਆ ਤਾਂ ਵਿਚਾਲੇ ਮਾਈਨਸ ਲਿਖਾਂਗੇ। 5 ਮਾਈਨਸ ਰੀਅਲ ਪਾਰਟ ਹੈਗਾ 3 ਡਿਵਾਈਡਡ ਬਾਈ 2। ਹਾਂਜੀ 2, ਓਕੇ ਜੀ, ਇੱਥੇ ਮਾਈਨਸ ਲਿਖਣਾ ਕਿਉਂਕਿ ਵਿਚਾਲੇ ਮਾਈਨਸ ਹੈ, ਇਹ ਆਂਸਰ ਆ ਗਿਆ ਜੀ, ਠੀਕ ਹੈ ਜੀ। ਨਹੀਂ ਤਾਂ ਸੈਕੰਡ ਦੇਖੋ, 2 ਆਪਸ਼ਨ ਤਾਂ ਮੇਰੇ ਕੋਲ ਵੈਸੇ ਹੀ ਕੱਟੀਆਂ ਗਈਆਂ ਸੀ, ਸੈਕੰਡ ਤੇ ਥਰਡ ਤਾਂ ਕਦੇ ਹੋਣੀਆਂ ਨਹੀਂ ਸੀ, ਕਿਉਂ, ਵਿੱਚ ਪਲੱਸ ਆ ਕਿਉਂਕਿ ਉੱਪਰ ਆਪਣੇ ਕੋਲੇ ਮਾਈਨਸ ਆ। ਤਾਂ ਫਿਰ ਇੱਕ ਆਪਸ਼ਨ ਦਾ ਤੁਸੀਂ ਸਕੁਅਰ ਕਰਕੇ ਦੇਖ ਲਓ, ਜਿਹਦਾ ਸਕੁਅਰ ਕਰਕੇ ਆਂਸਰ 3 ਮਾਈਨਸ 4 ਏਓਟਾ ਆ ਗਿਆ ਤਾਂ ਠੀਕ ਆ, ਜੇ ਨਹੀਂ ਆਇਆ ਤਾਂ ਫਿਰ ਸੈਕੰਡ ਆਪਸ਼ਨ, ਠੀਕ ਆ। ਜੇ ਇਨ ਕੇਸ ਤੁਹਾਨੂੰ ਕੀ ਆ ਭੁੱਲ ਜਾਂਦਾ ਹੈ, ਹਾਂਜੀ 1 ਰੂਟ ਦਿੱਤਾ ਹੋਇਆ ਕਾਹਦਾ, ਜਿਹਦੇ ਰੀਅਲ ਕੋਐਫੀਸ਼ੀਐਂਟ ਆ। ਦੇਖੋ ਅਗਰ ਮੇਰੇ ਕੋਲ ਇਸ ਤਰ੍ਹਾਂ ਦੀ ਕੋਈ ਵੀ ਪੋਲੀਨੋਮੀਅਲ ਆ, ਇਹਦੇ ਅਗਰ ਕੋਐਫੀਸ਼ੀਐਂਟ ਰੀਅਲ ਆ ABC, ਤਾਂ ਅਗਰ ਮੇਰੇ ਕੋਲ ਇੱਕ ਕੰਪਲੈਕਸ ਰੂਟ ਆਉਂਦਾ ਨਾ, ਤਾਂ ਮੇਰੇ ਕੋਲ ਜਿਹੜਾ ਸੈਕੰਡ ਰੂਟ ਹੋਏਗਾ ਉਹ ਉਹਦਾ ਕੰਜੂਗੇਟ ਹੋਏਗਾ, ਜਿਹੜਾ ਵੀ ਮੇਰੇ ਕੋਲ ਪਹਿਲਾ ਕੰਪਲੈਕਸ ਨੰਬਰ ਆਇਆ ਉਹਦਾ ਕੰਜੂਗੇਟ ਕਰ ਦਿਓ ਤਾਂ ਸੈਕੰਡ ਰੂਟ ਮੇਰੇ ਕੋਲ ਮਿਲ ਜਾਏਗਾ। ਇਸੇ ਨੂੰ ਮੈਂ ਰਿਜ਼ਲਟ ਨੂੰ ਯੂਜ਼ ਕਰਨ ਲੱਗਾ। ਇੱਕ ਰੂਟ ਤਾਂ ਮੈਨੂੰ ਪਤਾ ਹੈ, ਇਹਨੂੰ ਅਲਫਾ ਕਹਿ ਦਿੰਦੇ ਆ। ਔਰ ਰੂਟ ਫਾਈਂਡ ਕਰਨ ਵਾਸਤੇ ਪਹਿਲਾਂ ਇਹਨੂੰ ਰੀਅਲ ਨੰਬਰ ਦੇ ਵਿੱਚ ਕਨਵਰਟ ਕਰਨਾ ਪੈਣਾ। ਹਾਂਜੀ, ਮੇਰੇ ਕੋਲ ਕੀ ਬਣ ਜਾਣਾ 3 ਮਾਈਨਸ 4 ਏਓਟਾ, ਡਿਨੋਮੀਨੇਟਰ ਦੇ ਵਿੱਚ 25 ਤੇ ਡਿਨੋਮੀਨੇਟਰ ਦੇ ਵਿੱਚ 25। ਹਾਂਜੀ, ਹੁਣ ਜਦੋਂ ਇਹਦਾ ਮੈਂ ਬਾਰ ਲਿਆ ਤਾਂ ਤੁਹਾਡੇ ਕੋਲ ਕੀ ਬਣ ਜਾਣਾ, ਲਓ ਜੀ ਆਪਸ਼ਨ ਡੀ। ਨੈਕਸਟ ਚੈੱਕ ਕਰ ਦਿਓ ਜੀ, ਇਹ ਵੀ ਆਪਾਂ ਕਲਾਸ ਦੇ ਵਿੱਚ ਪਹਿਲਾਂ ਹੀ ਕਰ ਚੁੱਕੇ ਹਾਂ ਵੈਸੇ ਤਾਂ। ਇਦਾਂ ਦੀ ਇੱਕ ਵੈਲਿਊ ਫਾਈਂਡ ਕਰੋ ਜਿਹਦਾ ਆਂਸਰ ਕਿੰਨਾ ਆ ਜਾਏ, ਤੁਹਾਡੇ ਕੋਲੇ 3 ਆ ਜਾਏ, ਤਾਂ ਮੈਂ A ਨੂੰ ਵੀ ਕੀ ਫਿਲ ਕਰ ਦੇਣਾ π/2, B ਨੂੰ ਵੀ ਕੀ ਫਿਲ ਕਰ ਦਿੰਦੇ ਆ π/2, C ਨੂੰ ਵੀ ਫਿਲ ਕਰ ਦਿੰਦੇ ਆ π/2। ਤਾਂ ਦੇਖੋ ਤੁਹਾਡੇ ਕੋਲੇ ਸਾਈਨ ਨੇ, ਸਾਈਨ π/2, ਸਾਈਨ π/2 ਐਂਡ ਸਾਈਨ π/2, ਤਿੰਨੋਂ ਤੁਹਾਡੇ ਕੋਲੇ ਕਿੰਨੇ ਆ ਗਏ, 1 ਆ ਗਏ, ਤੇ ਆਂਸਰ ਤੁਹਾਡਾ ਮੈਚ ਹੋ ਗਿਆ। ਹੁਣ ਉੱਪਰਲੇ ਚ ਫਿਲ ਕਰੋ। ਹਾਂਜੀ, ਮੇਰੇ ਕੋਲ ਆ ਗਿਆ cos π/2, ਹੁਣ ਵੈਸੇ ਤਾਂ ਫਾਰਮੈਲਿਟੀ ਹੋ ਰਹੀ ਆ। ਹਾਂਜੀ, ਆਂਸਰ ਆ ਗਿਆ 0। ਠੀਕ ਹੈ ਜੀ, ਇਸੇ ਤਰ੍ਹਾਂ ਦੇ ਕੰਮ ਆਪਾਂ ਇਸੇ ਤਰ੍ਹਾਂ ਕਰਨੇ ਆ। ਹੁਣ ਜਿਹੜੇ ਬੰਦੇ ਨੇ ਵੀ ਆਪਣੀ ਟੈਕਨੀਕ ਵਰਤੀ ਸੀਗੀ, ਜਿਹੜੇ ਹੁਣ ਪੇਪਰ ਹੋਏ ਆ, ਉਹ ਤਾਂ ਸਫਲ ਹੋ ਗਿਆ, ਜਿਹੜਾ ਦੂਸਰੇ ਬੰਨੇ ਗਿਆ ਉਹ ਫਸ ਗਿਆ। ਹਾਂਜੀ, ਐਨਾਲਿਟਿਕ ਫੰਕਸ਼ਨ ਕਿਹੜਾ ਹੋਏਗਾ, ਲਿਖਾ ਦਿੱਤੇ ਆ ਮੈਂ, ਓਨਲੀ ਕਿਹੜਾ ਸੀਗਾ, ਸਾਈਨ z। ਉੱਪਰਲਾ ਕਿਵੇਂ ਫੇਲ ਹੋਇਆ, ਯਾਦ ਆ ਗਿਆ ਜੀ। ਮੈਂ ਕੀ ਕੀਤਾ ਸੀ, ਕਰਲੀ f ਓਵਰ ਕਰਲੀ z ਕੀਤਾ ਸੀ, ਕਿੰਨਾ ਆ ਗਿਆ ਮੇਰੇ ਕੋਲੇ, ਕਾਂਸਟੈਂਟ ਆ ਗਿਆ। ਆਪਣੇ ਕੋਲੇ ਕੀ ਬਣਨਾ ਚਾਹੀਦਾ ਸੀ, 0 ਚ ਬਣਨਾ ਚਾਹੀਦਾ ਸੀ ਅਨਕਾਊਂਟੇਬਲ ਵੈਲਿਊ ਵਾਸਤੇ, ਤੇ ਇਹੀ ਦੱਸਿਆ ਗਿਆ ਸੀ ਨਾ ਤੁਹਾਨੂੰ। ਤਾਂ ਮਤਲਬ ਇਹ ਤਾਂ ਕਦੇ 0 ਵੀ ਨਹੀਂ ਬਣਦਾ, ਇੱਕ ਵੈਲਿਊ ਤੋਂ ਵੀ ਫਸਟ ਆਪਸ਼ਨ ਗਈ। ਸੈਕੰਡ ਇਮੇਜਿਨਰੀ ਪਾਰਟ ਆ, ਮੈਂ ਕੀ ਲਿਖੂੰਗਾ z ਮਾਈਨਸ z ਬਾਰ। ਜਦੋਂ ਮੈਂ ਇਹਦਾ ਵੀ ਕਰ ਲਈ f ਓਵਰ ਕਰ ਲਈ z ਕੀਤਾ, ਇਹ ਮੇਰੇ ਕੋਲੇ ਕਿੰਨਾ ਬਣ ਜਾਣਾ -1। ਇਹ ਵੀ ਕਦੇ 0 ਨਹੀਂ ਬਣਿਆ, ਆਪਣੇ ਕੋਲੇ ਤਾਂ ਅਨਕਾਊਂਟੇਬਲ ਵੈਲਿਊ ਵਾਸਤੇ ਚਾਹੀਦਾ ਸੀ, ਇਹ ਵੀ ਗਿਆ।
थर्ड मेरे को की आ mod z ਦਾ ਸਕੁਅਰ, ਇਹਨੂੰ ਕੀ ਲਿਖ ਦਿੰਦੇ ਆਪਾਂ z into z ਬਾਰ। ਇਹਦਾ ਜਦੋਂ ਮੈਂ ਕੀਤਾ ਇਹ ਤੁਹਾਡੇ ਕੋਲੇ ਇਕੱਲਾ z ਬਣ ਗਿਆ, 0 ਬਣੂਗਾ ਪਰ z is equal to 0 ਵਾਸਤੇ ਆਪਣੇ ਕੋਲੇ ਕਿੰਨੀਆਂ ਵੈਲਿਊ ਵਾਸਤੇ ਚਾਹੀਦਾ ਸੀ, ਅਨਕਾਊਂਟੇਬਲ ਵੈਲਿਊ ਵਾਸਤੇ, ਯਾਨੀ ਕਿ ਇਹ ਵੀ ਗਿਆ। ਤਿੰਨ ਆਪਸ਼ਨਸ ਕੱਟੀਆਂ ਗਈਆਂ ਤਾਂ ਸਾਈਨ ਮੇਰਾ ਆਨਸਰ ਆ ਗਿਆ ਸੀ। ਸੌਰੀ ਅਨਕਾਊਂਟੇਬਲ ਵੈਲਿਊ ਵਾਸਤੇ ਨਹੀਂ ਸੀਗਾ, ਕਾਊਂਟੇਬਲ ਵੈਲਿਊ ਵਾਸਤੇ ਸੀਗਾ। ਠੀਕ ਹੈ ਜੀ, ਕਾਊਂਟੇਬਲ ਵੈਲਿਊ ਵਾਸਤੇ ਚਾਹੀਦਾ ਸੀ, ਕਾਊਂਟੇਬਲ ਇਨਫਾਈਨਾਈਟ ਵਰਡ, ਠੀਕ ਹੈ ਜੀ, ਦਿਮਾਗ ਦੇ ਵਿੱਚ ਉਲਟਾ ਘੁੰਮ ਗਿਆ। ਕਾਊਂਟੇਬਲ ਇਨਫਾਈਨਾਈਟ, ਕਾਊਂਟੇਬਲ ਇਨਫਾਈਨਾਈਟ, ਠੀਕ ਹੈ, ਇਹ ਤਾਂ ਇੱਕ ਵਾਸਤੇ ਬਣਿਆ ਕਿਉਂਕਿ ਇਹਨੇ ਕਾਊਂਟੇਬਲ ਬਣ ਜਾਣਾ ਸੀ ਪਰ ਇਨਫਾਈਨਾਈਟ ਨਹੀਂ ਸੀ ਬਣਨਾ। ਹੁਣ ਦੇਖੋ ਲਾਸਟ ਵਾਲਾ ਵੀ ਕਿਵੇਂ ਆ, ਜਦੋਂ ਤੁਸੀਂ ਸਾਈਨ ਦਾ ਕਰਿਆ ਕਰਲੀ ਐਫ ਓਵਰ ਕਰਲੀ ਜ਼ੈਡ ਬਾਰ, ਤੇ ਇਹਨੇ ਹਮੇਸ਼ਾ ਹੀ 0 ਬਣ ਜਾਣਾ, ਜਿਹੜੀ ਮਰਜ਼ੀ ਵੈਲਿਊ ਵਾਸਤੇ ਹੋ ਜਾਏ ਤਾਂ ਉਹ ਮੇਰੇ ਕੋਲ ਕਾਊਂਟੇਬਲ ਇਨਫਾਈਨਾਈਟ ਵੈਲਿਊ ਵਾਸਤੇ 0 ਬਣ, ਤਾਂ ਮੇਰੇ ਕੋਲ ਲਾਸਟ ਵਾਲਾ ਆਨਸਰ ਆ ਗਿਆ ਜੀ। ਹਾਂਜੀ, ਕੀ ਮੈਂ ਫਾਈਂਡ ਕਰਨਾ, z ਓਵਰ ਸਾਈਨ z। ਹਾਂਜੀ, ਪਹਿਲਾਂ ਤਾਂ ਇਹਨੂੰ ਮੈਂ ਲਿਖ ਕੇ ਦੇਖਦਾ, z ਸਾਈਨ ਦੀ ਐਕਸਪੈਂਸ਼ਨ ਖੋਲ ਦਿਓ, ਕੀ ਹੁੰਦਾ ਤੁਹਾਡੇ ਕੋਲ z ਮਾਈਨਸ z ਕਿਊਬ ਬਾਈ 3 ਫੈਕਟੋਰੀਅਲ ਪਲੱਸ z 5 ਓਵਰ 5 ਫੈਕਟੋਰੀਅਲ, ਅੱਗੇ ਚੱਲਦਾ ਜਾਏਗਾ। ਠੀਕ ਹੈ ਜੀ, ਹੁਣ z ਕਾਮਨ ਕੱਢ ਲਓ ਉੱਪਰ, ਤੁਹਾਡੇ ਕੋਲ ਕੀ ਬਣ ਜਾਏਗਾ 1 ਮਾਈਨਸ z ਸਕੁਅਰ ਬਾਈ 3 z ਪਾਵਰ 5 ਬਾਈ 4 ਬਾਈ 5 ਫੈਕਟੋਰੀਅਲ ਐਂਡ ਸੋ ਔਨ। ਦੇਖੋ ਹੁਣ ਇਹਦੇ ਚ ਕੋਈ ਸਿੰਗੂਲੈਰਿਟੀ ਨਹੀਂ, ਮੀਨ ਇਹ ਹਰ ਇੱਕ ਜਗ੍ਹਾ ਤੇ ਕੀ ਆ, ਇਹਨੂੰ ਕੋਈ ਪ੍ਰੋਬਲਮ ਨਹੀਂਗਾ, ਡਿਨੋਮੀਨੇਟਰ ਨॉन जीरो ਬਣਦਾ ਹਰ ਇੱਕ ਵੈਲਿਊ ਵਾਸਤੇ। ਠੀਕ ਹੈ ਜੀ, ਕੋਈ ਦਿੱਕਤ ਨਹੀਂ ਇਹਨੂੰ, ਮਤਲਬ ਨੋ ਸਿੰਗੂਲਰ ਪੁਆਇੰਟ, ਨੋ ਸਿੰਗੂਲਰ ਪੁਆਇੰਟ। ਆਪਾਂ ਸਿੰਗੂਲੈਰਿਟੀਜ਼ ਵੀ ਫਾਈਂਡ ਕਰਦੇ ਹੁੰਦੇ ਪਹਿਲਾਂ, ਤਾਂ ਸਿੰਗੂਲੈਰਿਟੀ ਮੇਰੇ ਕੋਲ ਆਈਆਂ ਹੀ ਨਹੀਂ, ਤਾਂ ਡਾਇਰੈਕਟ ਮੇਰਾ ਆਨਸਰ ਕਿੰਨਾ ਆ ਗਿਆ, 0 ਆ ਗਿਆ। ਆਪਾਂ ਤਾਂ ਇੱਕ ਸਰਕਲ ਦਿੱਤਾ ਸੀਗਾ z is equal to 4 ਤੇ ਚੈੱਕ ਕਰਨਾ ਸੀ, ਹੁਣ ਇਹਦਾ ਹਰ ਇੱਕ ਜਗ੍ਹਾ ਤੇ ਇਹਦਾ ਆਨਸਰ 0 ਆ ਜਾਣਾ ਕਿਉਂਕਿ ਇਹਦੇ ਚ ਕੋਈ ਸਿੰਗੂਲੈਰਿਟੀ ਆਈ ਨਹੀਂ। ਅਗਰ ਸਿੰਗੂਲੈਰਿਟੀ ਆਈ ਤਾਂ ਫਿਰ ਆਪਾਂ ਇਹਦਾ ਰੈਜ਼ੀਡਿਊ ਫਾਈਂਡ ਕਰਕੇ ਆਨਸਰ ਕੱਢ ਦੇਣਾ ਸੀ, ਹੁਣ ਆਪਾਂ ਇਹਦਾ ਨਹੀਂ ਕੱਢ ਸਕਦੇ। क्लियर है, नेक्स्ट देख लो जी, रेजिड्यू फाइंड करना cos z ओवर z ਦਾ। ਹਾਂਜੀ, ਪਹਿਲਾਂ ਤਾਂ ਇਹ ਚੈੱਕ ਕਰ ਲੈਣਾ, ਆਪਣੇ ਕੋਲੇ ਦੋ ਮੈਥਡ ਦੱਸੇ ਸੀ, ਇੱਕ ਤਾਂ ਤੁਹਾਨੂੰ ਦੱਸਿਆ ਸੀ 1 ਓਵਰ z ਦਾ ਕੋਐਫੀਸ਼ੀਐਂਟ ਫਾਈਂਡ ਕਰ ਲਓ, 1 ਓਵਰ z ਦਾ, ਤਾਂ ਉਹ ਤੁਹਾਡੇ ਕੋਲੇ ਕੀ ਹੋਏਗਾ, ਰੈਜ਼ੀਡਿਊ ਹੋਏਗਾ ਕੋਐਫੀਸ਼ੀਐਂਟ। ਹੁਣ ਇਹਨੂੰ ਮੈਂ ਐਕਸਪੈਂਡ ਕਰ ਦੇਣ ਲੱਗਾ, ਮੇਰੇ ਕੋਲ ਕੀ ਬਣੇਗਾ 1 ਮਾਈਨਸ z ਸਕੁਅਰ 2 factorial z power 4 over 4 factorial and so on divided by z। ਜਦੋਂ ਆਪਾਂ ਇਹਨੂੰ divided by z ਕਰਾਂਗੇ ਤੁਹਾਡੇ ਕੋਲ ਕੀ ਬਣ ਜਾਣਾ 1 over z ਲਓ ਜੀ। ਹੁਣ 1 over z ਦਾ ਕੋਐਫੀਸ਼ੀਐਂਟ ਕਿੰਨਾ ਆਇਆ ਤੁਹਾਡੇ ਕੋਲੇ 1, ਆਨਸਰ ਕਿੰਨਾ ਆ ਗਿਆ ਤੁਹਾਡਾ, ਠੀਕ ਹੈ। फर्स्ट सेकंड ऑप्शन, सेकंड ऑप्शन आंसर 1। सेकंड मैथड मेरे को की सीगा, ਇਹਦਾ पोल फाइंड कर लो किथे बनते हैं, मैथड नंबर सेकंड z इज इक्वल टू 0 ਤੇ चेक करना, तो सिंपल पोल बनता पे डायरेक्ट ही अपन को पता है। तो फिर अगर सिंपल पोल आप रेजिड्यू कढ़न वास्ते की करना पैंदा होता, मतलब रेजिड्यू एफ जेड का z इज इक्वल टू 0 ਤੇ, तो मैं लिखांगा जस्ट लिमिट z अप्रोचेस टू 0 z माइनस 0 जिन्ने ऑर्डर का पोल होवे इको ऑर्डर का पोल cos z ओवर z ये कैंसल हो गए, तो ਤੁਹਾਡੇ ਕੋਲੇ जस्ट वैल्यू z ਦੀ 0 फिल की, तो cos 0 कितना ਹੁੰਦਾ 1, तो ਜਿਹੜਾ ਮਰਜ਼ੀ ਮੈਥਡ ਅਪਲਾਈ ਕਰ ਲਓ। चलिए आगे, हाँ जी मेरे को ट्रू फॉल्स के क्वेश्चंस ने 15। ਹੁਣ ਦੇਖੋ ਕਿੰਨੇ ਤਰੀਕੇ ਨਾਲ ਆਨਸਰ ਦੇ ਸਕਦੇ, ਜਾਂ ਤਾਂ ਇਹ ਟਰੂ ਹੋਏਗਾ ਤੇ ਜਾਂ ਫਾਲਸ ਹੋਏਗਾ, ਦੋ ਆਪਸ਼ਨਸ। ਹਰ ਦੀਆਂ 15 ਕੁਐਸਚਨਸ ਨੇ, ਕੁਐਸਚਨ 1 ਹੈ, ਕੁਐਸਚਨ 2 ਹੈ, ਸੋ ਔਨ ਕੁਐਸਚਨ 15। ਕਿੰਨੀਆਂ ਕਿੰਨੀਆਂ ਆਪਸ਼ਨ ਬਣ ਗਈਆਂ, ਹਰੇਕ ਕੋਲੇ ਦੋ ਦੋ ਆਪਸ਼ਨਸ ਨੇ, ਯਾਨੀ ਕਿ 2 ਦੀ ਪਾਵਰ 15 ਫਸਟ ਆਨਸਰ। ਹੁਣ ਇਹ ਦੱਸ ਦਿਓ ਤੁਸੀਂ
ਕੀ ਕਹਿੰਦਾ ਮੇਰੇ ਕੋਲ ਇਨਕਰੈਕਟ ਕਿਹੜਾ, ਇਹ ਧਿਆਨ ਰੱਖਣਾ ਕਰੈਕਟ ਇਨਕਰੈਕਟ ਦਾ। ਪਹਿਲਾਂ ਮੇਰੇ ਕੋਲ ਕੀ ਕਹਿੰਦਾ ਐਵਰੀ ਗਰੁੱਪ ਆਫ ਪ੍ਰਾਈਮ ਆਰਡਰ ਸਾਈਕਲਿਕ। ਲਓ ਜੀ ਮੈਂ ZP ਲਿਖ ਦਿੱਤਾ, ਮੈਨੂੰ ਪਤਾ ਸਾਈਕਲਿਕ ਹੁੰਦਾ, ਇਹਦਾ ਆਰਡਰ ਕਿੰਨਾ ਆ P ਹੁੰਦਾ ਆਰਡਰ। ਫਸਟ ਤਾਂ ਮੇਰੇ ਕੋਲ ਠੀਕ ਆ। ਸੈਕੰਡ ਐਵਰੀ ਅਬੀਲੀਅਨ ਗਰੁੱਪ ਵੀ ਕੀ ਹੁੰਦਾ ਨਾਰਮਲ ਹੁੰਦਾ, ਆਪਾਂ ਪੜ੍ਹ ਚੁੱਕੇ ਆ, ਕਿਉਂਕਿ ਅਬੀਲੀਅਨ ਗਰੁੱਪ ਦੇ ਵਿੱਚ ਕੀ ਹੁੰਦਾ ਮੇਰੇ ਕੋਲ AB = BA ਹੁੰਦਾ ਸਾਰੀਆਂ ਵੈਲਿਊਜ਼ ਵਾਸਤੇ, ਕਾਦੀਆਂ ਗਰੁੱਪ ਦੀਆਂ ਵਾਸਤੇ ਅਬੀਲੀਅਨ ਚ। ਤੇ ਆਪਾਂ ਨਾਰਮਲ ਦੇ ਵਿੱਚ ਵੀ ਤਾਂ ਇਹੀ ਚੈੱਕ ਕਰਨਾ ਹੁੰਦਾ, ਉਹਨੂੰ ਆਪਾਂ ਸਬ ਗਰੁੱਪ ਨੂੰ ਨਾਰਮਲ ਕਹਿੰਦੇ ਹੁੰਦੇ ਆ ਜਿਹਦੇ ਵਿੱਚ AB = BA ਹੈ ਜੀ। ਸੈਕੰਡ ਵੀ ਠੀਕ ਆ। ਐਵਰੀ ਪਰਮੋਟੇਸ਼ਨ ਇਜ਼ ਪ੍ਰੋਡਕਟ ਆਫ 2 ਸਾਈਕਲਸ। ਹਾਂਜੀ ਹੁਣ ਆਪਾਂ ਇਹਨਾਂ ਕੋਲ ਕੋਈ ਵੀ ਅਗਰ ਜਿੰਨੇ ਮਰਜ਼ੀ ਲੈਂਥ ਦਾ ਦਿੱਤਾ ਹੋਵੇ ਤੇ ਆਪਾਂ ਨੂੰ ਇਸ ਤਰ੍ਹਾਂ ਲਿਖ ਸਕਦੇ ਹਾਂ ਪ੍ਰੋਡਕਟ ਆਫ 2 ਲੈਂਥ A1 A3 A1 A, ਉਲਟਾ ਲਿਖਿਆ ਗਿਆ, ਇਧਰੋਂ ਸਟਾਰਟਿੰਗ ਤੋਂ ਸਟਾਰਟ ਕਰੀਦਾ ਆਪਾਂ A1 A2 A1 A3 ਕਿ ਜੇ ਆਪਾਂ ਇਹਨੂੰ 2 ਲੈਂਥ ਦਾ ਸਾਈਕਲ 2 ਲੈਂਥ ਦਾ ਜਿੰਨਾ ਮਰਜ਼ੀ ਵੱਡਾ ਹੋਵੇ ਆਪਾਂ ਇਹਨੂੰ ਬ੍ਰੇਕ ਕਰਕੇ ਲਿਖ ਸਕਦੇ ਹਾਂ। ਯਾਨੀ ਕਿ ਥਰਡ ਵੀ ਠੀਕ ਆ। ਅਗਰ 3 ਆਪਸ਼ਨ ਮੇਰੀਆਂ ਠੀਕ ਹੋਊਗਾ ਤਾਂ ਫੋਰਥ ਮੇਰੀ ਆਪਣੇ ਆਪ ਹੀ ਇਨਕਰੈਕਟ ਹੋਊਗੀ। ਇਹ ਫਾਈਨਾਈਟ ਗਰੁੱਪ ਹੈਜ਼ P ਸ਼ਾਈਲੋ ਸਬ ਗਰੁੱਪ ਫਾਰ ਐਵਰੀ P। ਹਾਂਜੀ ਐਵਰੀ P ਵਾਸਤੇ ਨਹੀਂ ਹੁੰਦਾ, ਆਪਣੇ ਕੋਲ ਇੱਕ ਕੰਡੀਸ਼ਨ ਹੁੰਦੀ ਆ, ਠੀਕ ਹੈ ਜੀ। ਆਪਣੇ ਕੋਲ ਕੀ ਹੁੰਦਾ P⁻m ਡਿਵਾਈਡ ਕਰ ਦੇ ਆਰਡਰ ਆਫ G ਨੂੰ ਤੇ P⁻m+1 ਨਾ ਡਿਵਾਈਡ ਕਰੇ ਆਰਡਰ ਆਫ G ਨੂੰ, ਫਿਰ ਆਪਾਂ ਕਹਿੰਦੇ ਹੁੰਦੇ ਆ ਸ਼ਾਈਲੋ ਸਬ ਗਰੁੱਪ। ਠੀਕ ਹੈ ਜੀ। ਨੈਕਸਟ ਦੇਖਦੇ ਹਾਂ ਜੀ, ਯਾਨੀ ਕਿ ਫੋਰਥ ਆਪਸ਼ਨ ਮੇਰਾ ਆਨਸਰ ਆ। ਹਾਂਜੀ ਨੈਕਸਟ ਦੇਖ ਦਿਓ ਜੀ। ਹੁਣ ਇਹ ਤਾਂ ਤੁਹਾਨੂੰ ਰੱਟਿਆ ਜਾਣਾ ਚਾਹੀਦਾ ਜੀ, ਆਨਸਰ ਦੱਸ ਦਿਓ ਜਸਟ। C ਆਪਸ਼ਨ। ਹਾਂਜੀ C ਆਪਸ਼ਨ। ਕਹਿੰਦਾ ਫੀਲਡ ਦੇ ਕੋਈ ਆਈਡੀਅਲ ਨਹੀਂ ਹੁੰਦੇ। ਹਾਂਜੀ ਫੀਲਡ ਦੇ ਕਿਹੜੇ ਕਿਹੜੇ ਆਈਡੀਅਲ ਹੁੰਦੇ ਆ, ਇੱਕ 0 ਇੱਕ 0 ਇੱਕ ਆਪ ਹੀ। ਹਾਂਜੀ ਆਈਡੀਅਲ ਇਹ ਹੋ ਗਏ ਦੇ ਆਈਡੀਅਲ, ਯਾਨੀ ਕਿ ਪਹਿਲਾ ਤਾਂ ਆਪਾਂ ਕੱਟ ਦਿੱਤਾ। ਸੈਕੰਡ ਕਹਿੰਦਾ ਪ੍ਰਾਈਮ ਆਈਡੀਅਲ ਮੈਕਸੀਮਲ ਹੁੰਦਾ ਆ, ਨਹੀਂ ਹੁੰਦਾ ਕਿਉਂ, 0 ਮੇਰੇ ਕੋਲ ਕੀ ਆ ਪ੍ਰਾਈਮ ਆਈਡੀਅਲ ਆ ਬਟ ਨਾਟ ਮੈਕਸੀਮਲ, ਇਹ ਵੀ ਆਪਸ਼ਨ ਗਈ। ਠੀਕ ਹੈ ਮੈਂ ਫਿਰ ਵੀ ਦੇਖੋ ਤੁਹਾਨੂੰ ਸਾਰੀਆਂ ਆਪਸ਼ਨਸ ਦਿਮਾਗ ਦੇ ਵਿੱਚ ਲੈ ਕੇ ਆ ਰਿਹਾ ਵੀ ਤੁਹਾਡੇ ਕੋਲੇ ਆਨਸਰ ਆ ਜਾਏ। ਥਰਡ ਆਪਾਂ ਨੂੰ ਪਤਾ ਅਗਰ ED ਹੋਵੇ ਤਾਂ PID ਹੁੰਦਾ, ਅਗਰ ਇੰਪਲਾਈਜ਼ ਕਰਦਾ ਇਹ UFD ਤੱਕ ਜਾਈਦਾ ਆਪਾਂ, ਇਹ ਤਾਂ ਮੇਰੇ ਕੋਲ ਠੀਕ ਹੋ ਗਿਆ ਕਿਉਂ ਉਹਨੇ ਕਿਹਾ ਐਵਰੀ ED PID ਹੁੰਦੀ, ਗੱਲ ਸਹੀ ਹੈ ਜੀ ਉਹਦੀ। ਫੋਰਥ ਦੇਖਦੇ ਹਾਂ ਆਪਾਂ ਯੂਨੀਕ। ਓਕੇ ਜੀ ਕਹਿੰਦਾ UFD ਮੇਰੇ ਕੋਲੇ ED ਹੈਗਾ, ਤੁਹਾਨੂੰ ਇੱਕ ਐਗਜ਼ਾਮਪਲ ਵੀ ਲਿਖਾਈ ਸੀ ਕਿਹੜੀ ਯਾਦ ਆ, ZX ਕੀ ਆ ਮੇਰੇ ਕੋਲੇ UFD ਆ ਬਟ ਨਾਟ ED, ਯਾਦ ਹੋਣਾ ਤੁਹਾਨੂੰ ਲਿਖਾਈ ਸੀ ਸਪੈਸ਼ਲ। ਠੀਕ ਹੈ ਚਲਿਏ ਅੱਗੇ। ਹਾਂਜੀ ਦੱਸ ਦਿਓ ਜੀ। ਬੇਸ਼ੱਕ ਤੁਸੀਂ ਟੋਪੋਲੋਜੀਕਲ ਸਪੇਸਿਸ ਨਹੀਂ ਪੜ੍ਹੀਆਂ ਪਰ ਫਿਰ ਵੀ ਤੁਸੀਂ ਇਹਦਾ ਆਨਸਰ ਦੇ ਸਕੋਗੇ। ਮੈਂ ਲਾਸਟ ਵਾਲੇ ਤੇ ਆਉਣਾ, ਕਹਿੰਦਾ ਇਨਕਰੈਕਟ ਆ। ਹੁਣ ਅਗਰ ਆਪਾਂ ਨੂੰ ਇਨਕਰੈਕਟ ਪਤਾ, ਅਗਰ ਮੈਨੂੰ ਕੋਲ ਇੱਕ ਦਾ ਹੀ ਆਨਸਰ ਪਤਾ ਹੋਵੇ ਵੀ ਇਹੀ ਇਨਕਰੈਕਟ ਆ ਤਾਂ ਮੇਰਾ ਆਨਸਰ ਆ ਜਾਏਗਾ। ਦੇਖੋ ਕਿਵੇਂ ਕੀ ਕਹਿ ਰਿਹਾ ਮੇਰੇ ਕੋਲ, ਕਹਿੰਦਾ ਯੂਨੀਅਨ ਆਫ 2 ਕਨੈਕਟਡ ਸਬਸੈਟ ਆਫ ਏ ਕਨੈਕਟਡ ਸਪੇਸ। ਹੁਣ ਤੁਹਾਡੇ ਕੋਲੇ ਸਭ ਤੋਂ ਸੌਖੀ ਕਨੈਕਟਡ ਸਪੇਸ ਕਿਹੜੀ ਆ, ਰੀਅਲ ਨੰਬਰ। ਆਪਾਂ ਨੂੰ ਪਤਾ ਰੀਅਲ ਨੰਬਰ ਮੇਰੇ ਕੋਲ ਕੀ ਹੁੰਦੇ ਆ ਕਨੈਕਟਡ ਹੁੰਦੇ ਆ। ਲਓ ਜੀ ਹੁਣ ਇਹਦੇ ਮੈਂ ਕੋਈ ਵੀ 2 ਸਬਸੈਟ ਲੈ ਲਏ, ਇੱਕ ਮੈਂ ਲੈ ਲਿਆ 1 ਤੋਂ ਲੈ ਕੇ 5, ਦੂਸਰਾ ਲੈ ਲਿਆ ਮੈਂ 10 ਤੋਂ ਲੈ ਕੇ 20, ਲੈ ਲਏ 2 ਸਬਸੈਟ। ਹੁਣ ਦੇਖੋ ਇਹਨਾਂ ਦੋਵਾਂ ਦੀ ਯੂਨੀਅਨ ਕਰੀ ਮੈਂ, ਆਪਸ ਦੇ ਵਿੱਚ ਇਹ ਕਨੈਕਟਡ ਹੈਗੇ ਨੇ। ਹੁਣ ਤੁਸੀਂ ਦੱਸ ਦਿਓ ਕਿਉਂ, ਅਗਰ ਤੁਸੀਂ ਇਸ ਜਗ੍ਹਾ ਤੇ ਇੱਕ ਪੁਆਇੰਟ ਲੈ ਲਓ, ਇਸ ਜਗ੍ਹਾ ਤੇ ਜਾਓ ਤਾਂ ਤੁਸੀਂ ਇੱਧਰ ਰਸਤਾ ਹੈਗਾ ਤੁਹਾਡੇ ਕੋਲ ਜਾਣ ਦਾ, ਆਹ ਤਾਂ ਵਿੱਚ ਰਸਤਾ ਹੈ ਹੀ ਨਹੀਂ ਇੰਨਾ ਮੇਰੇ ਕੋਲ ਵਿਚਾਲੇ ਵਾਲਾ ਦਾ। ਕਲੀਅਰ ਹੈ ਜੀ, ਤਾਂ ਮੇਰਾ ਆਨਸਰ ਕਿਹੜਾ ਆ ਗਿਆ D ਰੋਂਗ ਆ। ਚਲਿਏ ਹੁਣ ਇਥੋਂ ਤੁਹਾਡੇ ਕੋਲ 3 ਰਿਜ਼ਲਟ ਹੋਰ ਮਿਲ ਗਏ, ਉੱਪਰ ਵਾਲਿਆਂ ਨੂੰ ਐਜ਼ ਏ ਰਿਜ਼ਲਟ ਤੁਸੀਂ ਨੋਟ ਕਰ ਲਓ ਕਿਉਂਕਿ ਹੋ ਸਕਦਾ ਘੁੰਮ ਘੁਮਾ ਕੇ ਇਹ ਤੁਹਾਡੇ ਕੋਲ ਕੁਐਸਚਨ ਨਾ ਪੁੱਛ ਲਿਆ ਜਾਵੇ। ਠੀਕ ਹੈ D ਮੇਰਾ ਆਨਸਰ ਆ। ਉੱਪਰ ਵਾਲੇ ਤਿੰਨੋਂ ਤੁਸੀਂ ਰਿਜ਼ਲਟ ਨੋਟ ਕਰ ਲੈਣੇ ਆ। ਕੋਈ ਵੀ ਮੈਟ੍ਰਿਕ ਸਪੇਸ ਮੇਰੇ ਕੋਲੇ ਨਾਰਮਲ ਨਹੀਂ ਹੁੰਦੀ, ਠੀਕ ਹੈ ਨਾ। ਤਾਂ ਹੁਣ ਤੱਕ ਆਪਾਂ ਪਿੱਛੇ ਪੜਿਆ ਸੀ ਮੈਟ੍ਰਿਕ ਸਪੇਸ ਮੇਰੇ ਕੋਲੇ ਨੋਨ ਲੀਨੀਅਰ ਸਪੇਸ ਵੀ ਨਹੀਂ ਹੁੰਦੀ ਹੈ ਨਾ, ਨੋਨ ਲੀਨੀਅਰ ਸਪੇਸ ਵੀ ਨਹੀਂ ਹੁੰਦੀ। ਹੁਣ ਮੈਟ੍ਰਿਕ ਸਪੇਸ ਆਪਾਂ ਇਹ ਪੜ ਲਿਆ, ਇਹ ਮੇਰੇ ਕੋਲੇ ਨਾਰਮਲ, 2 ਰਿਜ਼ਲਟ ਬਣ ਗਿਆ ਮੇਰੇ ਕੋਲ।
ठीक है। डिस्क्रीट मीट्रिक स्पेस मेरे को T0 स्पेस नहीं होंगी, हुण इत्थे नोट करके रख लो जी। एक है मेरे को कंपैक्ट हाउस ड्रॉप स्पेस इज रेगुलर, ये भी नहीं होएगा। तो अगर ये काम आप करन ते बैठ के तो अपन बहुत टाइम लग जाना। तो अपना आंसर आ गया, अगे चलते हैं। हाँ जी, क्यू टपोलॉजिकल स्पेस नूं भावें तुसीं छड्ड दिओ, ਆਪਾਂ सिर्फ क्यू बारे जानकारी ਆਪਾਂ ਨੂੰ पता है, ਆਪਾਂ क्यू ਦੀ ਗੱਲ ਕਰਾਂਗੇ। ਟਪੋਲੋਜੀਕਲ ਸਪੇਸ ਕੀ ਹੁੰਦੀ ਹੈ, ਆਪਣੇ ਕੋਲੇ ਇੱਕ ਸੈੱਟ ਦੀ ਹੀ ਗੱਲ ਕਰਦਾ ਹੈ ਅਸਲ ਦੇ ਵਿੱਚ, ਹੋਰ ਕੁਝ ਨਹੀਂ ਹੁੰਦਾ ਉਹਦੇ ਚ। ਕਹਿੰਦਾ क्यू इज ਕੰਪਲੀਟ, ਕੰਪਲੀਟਨੈਸ ਯਾਦ ਹੈ ਜੀ ਕੀ ਹੋਣਾ ਚਾਹੀਦਾ, ਐਵਰੀ ਬਾਉਂਡਡ ਸਬਸੈਟ। ਠੀਕ ਆ, ਆਪਾਂ ਕਹਿੰਦੇ ਹੁੰਦੇ ਆ ਕੰਪਲੀਟ ਦਾ ਮਤਲਬ every bounded subset of real has least upper bound, ਜਾਂ ਆਪਾਂ ਕਹਿ ਦਈਏ ਇਹਨੂੰ ਬਾਉਂਡਡ ਅਬਵ ਵੀ ਕਹਿ ਸਕਦੇ ਆਪਾਂ। ਠੀਕ ਆ, ਬਾਉਂਡਡ ਅਬਵ ਹੋਵੇ ਤਾਂ ਮੇਰੇ ਕੋਲੇ ਕੀ ਬਣੇ, ਉਹਦੀ ਲੀਸਟ ਅਪਰ ਬਾਉਂਡ ਐਗਜ਼ਿਸਟ ਕਰਦੇ। ਹੁਣ ਤੁਸੀਂ ਦੇਖ ਲਓ क्यू ਦੀ ਤਾਂ ਆਪਾਂ ਇਸ ਤਰ੍ਹਾਂ ਦਾ ਕੁਝ ਕਹਿ ਨਹੀਂ ਸਕਦੇ, ਤਾਂ ਮੇਰੇ ਕੋਲੇ ਬਾਉਂਡਡ ਹੈ ਨਹੀਂਗਾ। क्यू ਆਪਾਂ ਇਹ ਵੀ ਪੜ੍ਹ ਚੁੱਕੇ ਆ, ਇਹ ਕਲੋਜ਼ ਤੇ ਨਾ ਇਹ ਕਲੋਜ਼ਡ ਆ ਨਾ ਇਹ ਓਪਨ। ਠੀਕ ਹੈ, ਹੁਣ ਕਲੋਜ਼ ਨਹੀਂ ਹੈਗਾ ਤਾਂ ਕੰਪੈਕਟ ਕਿਵੇਂ ਹੋਏਗਾ, ਕਿਉਂਕਿ ਆਪਾਂ ਪੜ੍ਹ ਚੁੱਕੇ ਆ ਕਲੋਜ਼ ਤੇ ਬਾਉਂਡਡ ਚਾਹੀਦਾ ਕੰਪੈਕਟ ਵਾਸਤੇ ਤਾਂ। ਠੀਕ ਹੈ ਜੀ, ਲਓ ਜੀ ਇਹ ਵੀ ਆਪਸ਼ਨ ਗਈ। ਕਨੈਕਟਡ, ਮੰਨ ਲਓ ਮੈਂ ਦੋ ਪੁਆਇੰਟ ਲੈ ਲਏ, ਇੱਕ ਮੈਂ 1/2 ਲੈ ਲਿਆ, ਇੱਕ ਮੈਂ 1/6 ਲੈ ਲਿਆ। ਹੁਣ ਚਲੋ 1/6 ਲੈਫਟ ਸਾਈਡ ਤੇ ਲੈਣਾ ਸੀ, ਮੇਰੇ ਤੋਂ ਰਾਈਟ ਸਾਈਡ ਤੇ ਲਿਖ ਹੋ ਗਿਆ ਕਿਉਂਕਿ ਇਹ ਦੂਰ, ਚਲੋ ਮੈਂ ਇੱਥੇ 1 ਕਰ ਦਿੰਦਾ। ਰੀਅਲ ਨੰਬਰ ਦੀ ਗੱਲ ਕਰਦੇ ਪਏ ਆਪਾਂ, ਇਧਰ ਇਨਫਿਨਿਟੀ ਮਾਈਨਸ ਇਨਫਿਨਿਟੀ। ਹੁਣ ਇਸ ਜਗ੍ਹਾ ਤੋਂ ਇਸ ਜਗ੍ਹਾ ਤੇ ਜਾਣਾ ਆ, ਤੁਹਾਡੇ ਕੋਲੇ ਰਸਤਾ ਹੈਗਾ। ਇੱਥੇ ਸਾਰੇ ਮੈਂ ਕੀ ਦੇਖਣੇ ਆ, ਰੈਸ਼ਨਲ ਨੰਬਰ ਦੇਖਣੇ ਆ, ਪਰ ਜਦੋਂ ਮੈਂ ਇਧਰੋਂ ਅੱਗੇ ਜਾਣ ਦੀ ਕੋਸ਼ਿਸ਼ ਕਰੂੰਗਾ ਇੱਥੇ ਇਰਰੈਸ਼ਨਲ ਨੰਬਰ ਵੀ ਨਾਲ ਹੀ ਪਏ ਹੋਣਗੇ, ਇਰਰੈਸ਼ਨਲ ਵੀ ਹੋਣਗੇ। ਮੈਨੂੰ ਕਿੰਨੇ ਚਾਹੀਦੇ ਸੀ, ਇਕੱਲੇ ਰੈਸ਼ਨਲ ਚਾਹੀਦੇ ਸੀ। ਫਿਰ ਮੇਰੇ ਕੋਲ ਇਹ ਕੀ ਬਣ ਗਿਆ, ਕਨੈਕਟਡ ਆਪਸ਼ਨ ਵੀ ਗਈ। ਤਾਂ ਰਹਿ ਕਿਹੜੀ ਗਈ ਹੁਣ, ਨਾਟ ਕਨੈਕਟਡ, ਕਿਉਂਕਿ ਇੱਕ ਜਗ੍ਹਾ ਤਾਂ ਆਪਾਂ ਦੂਸਰੀ ਜਗ੍ਹਾ ਜਾ ਨਹੀਂ ਸਕਦੇ। ਕਲੀਅਰ ਹੈ? ਹਾਂਜੀ, ਅਗਲਾ ਦੱਸ ਦਿਓ ਜੀ, ਡਿਫਰੈਂਸ਼ੀਅਲ ਇਕੁਏਸ਼ਨ ਆਫ ਏ ਨਾਨ ਹੌਰੀਜ਼ੌਂਟਲ ਲਾਈਨਸ। ਨਾਨ ਹੌਰੀਜ਼ੌਂਟਲ ਲਾਈਨਸ ਦੀ ਇਕੁਏਸ਼ਨ ਕੀ ਹੁੰਦੀ ਹੈ, ਨੋਟ ਕਰ ਲਓ। ax + by = 1 ਨਾਲ ਕੰਡੀਸ਼ਨ ਹੁੰਦੀ ਹੈ a ਦੀ ਵੈਲਿਊ ਨਾਨ ਜ਼ੀਰੋ ਹੋਵੇ। ਹੁਣ ਦੇਖੋ ਅਗਰ b 0 ਹੋ ਗਿਆ ਤਾਂ ਫਿਰ ਤਾਂ ਮੈਂ ਇਹਦਾ ਡੈਰੀਵੇਟਿਵ ਤਾਂ ਕਰ ਹੀ ਨਹੀਂ ਸਕੂੰਗਾ। ਮੰਨ ਲਓ ਮੇਰੇ ਕੋਲ b 0 ਹੋ ਗਿਆ, ਕਿਉਂਕਿ b ਤੇ ਮੇਰੇ ਕੋਲ ਕੋਈ ਕੰਡੀਸ਼ਨ ਨਹੀਂ, ਤਾਂ ਮੈਨੂੰ ਡੈਰੀਵੇਟਿਵ ਇਹਦੇ ਵਿਦ ਰਿਸਪੈਕਟ ਟੂ ਕਰਨਾ ਪੈਣਾ, a ਦੇ ਵਿਦ ਰਿਸਪੈਕਟ x ਦੇ ਵਿਦ ਰਿਸਪੈਕਟ ਕਰਨਾ ਪੈਣਾ। ਜਦੋਂ ਮੈਂ ਡਿਫਰੈਂਸ਼ੀਏਟ ਕੀਤਾ ਵਿਦ ਰਿਸਪੈਕਟ ਟੂ, ਹੁਣ ਪਹਿਲਾਂ x ਕਰਦੇ ਹਾਂ, ਹੁਣ y ਕਰਾਂਗੇ, ਤਾਂ ਮੇਰੇ ਕੋਲ ਕੀ ਬਣ ਜਾਏਗਾ, a dx/dy, b ਬਣ ਜਾਏਗਾ ਮੇਰੇ ਕੋਲ ਐਜ਼ ਇਟ ਇਜ਼ y ਦੀ ਵੈਲਿਊ 1 0। ਹੁਣ ਦੇਖੋ ਦੋ ਇਹਦੇ ਚ ਮੇਰੇ ਕੋਲ ਆਰਬਿਟਰੀ ਕਾਂਸਟੈਂਟ ਸੀਗੇ a ਐਂਡ b, ਤਾਂ ਡਿਫਰੈਂਸ਼ੀਅਲ ਇਕੁਏਸ਼ਨ ਦਾ ਆਰਡਰ ਕਿੰਨਾ ਆਏਗਾ, ਤੁਹਾਨੂੰ ਯਾਦ ਆ ਜਿੰਨੇ ਆਰਬਿਟਰੀ ਕਾਂਸਟੈਂਟ ਹੁੰਦੇ ਆ ਉਹਨਾਂ ਉਹਦਾ ਆਰਡਰ ਹੁੰਦਾ ਡਿਫਰੈਂਸ਼ੀਅਲ ਇਕੁਏਸ਼ਨ ਦਾ। ਠੀਕ ਹੈ, ਆਰਡਰ। ਚਲੋ ਜੀ, ਹੁਣ ਇੱਕ ਵਾਰ ਫਿਰ ਆਪਾਂ ਕਰ ਦਿੰਦੇ ਆ। ਇਧਰ ਆ ਗਿਆ ਮੇਰੇ ਕੋਲ ਇਹ ਡਬਲ ਡੈਰੀਵੇਟਿਵ ਕਰ ਦਿੱਤਾ, ਇਹਨੇ 0 ਬਣ ਗਿਆ। ਹਾਂਜੀ, a ਨੂੰ ਮੈਂ ਦੂਸਰੀ ਸਾਈਡ ਤੇ ਭੇਜ ਸਕਦਾ ਕਿਉਂਕਿ ਇਹ ਤਾਂ ਨਾਨ ਜ਼ੀਰੋ ਆ। ਹੁਣ ਨਾਨ ਜ਼ੀਰੋ ਨੰਬਰ 0 ਦੇ ਨੀਚੇ ਜਾਏਗਾ ਤਾਂ ਕੀ ਬਣ ਜਾਏਗਾ, 0 ਬਣ ਜਾਏਗਾ। ਤਾਂ ਮੇਰੇ ਕੋਲ ਕਿਹੜਾ ਆਂਸਰ ਆ ਗਿਆ, ਆਪਸ਼ਨ ਨੰਬਰ B। ਠੀਕ ਹੈ ਜੀ, ਇਹ ਮੈਂ ਕੀ ਲਿਖਿਆ ਹੋਇਆ ਮੈਂ ਫਿਰ ਵੀ ਨਾਲ ਲਿਖ ਦੇਣਾ, ਇਕੁਏਸ਼ਨ ਆਫ ਨਾਨ ਹੌਰੀਜ਼ੌਂਟਲ ਲਾਈਨਸ, ਇਕੁਏਸ਼ਨ ਆਫ ਨਾਨ ਹੌਰੀਜ਼ੌਂਟਲ ਲਾਈਨਸ। ਜੀ ਇੰਨਾ ਕੁ ਮੈਂ ਸੇਵ ਕਰਦਾ, ਇਹ ਨਾ ਹੋਵੇ ਕੋਈ ਕਈ ਵਾਰ ਕੱਟਿਆ ਵਗੈਰਾ ਜਾਂਦਾ, ਪ੍ਰੋਬਲਮ ਨਾ ਆ ਜਾਏ। ਠੀਕ ਹੈ ਜੀ, ਨੈਕਸਟ ਦੇਖ ਲਓ। ਹਾਂਜੀ, ਕਿਹੜੀ ਇਕੁਏਸ਼ਨ ਆ ਜੀ, ਤਿੰਨ ਇਕੁਏਸ਼ਨਸ ਲਿਖਾਈਆਂ ਸੀ, ਹੀਟ ਵੇਵ ਫਸਟ ਆਰਡਰ ਵੇਵ। ਠੀਕ ਹੈ, 1 ਡਾਈਮੈਂਸ਼ਨ 2 ਵੀ ਲਿਖਾਇਆ ਸੀ, 3 ਵੀ ਲਿਖਾਇਆ ਸੀ। ਇਹ ਤਾਂ ਮੇਰੇ ਕੋਲ ਡਾਇਰੈਕਟ ਕੁਐਸਚਨ ਸੀਗਾ, ਕਾਹਦਾ ਆ, ਮੇਰੇ ਕੋਲ ਵੇਵ ਇਕੁਏਸ਼ਨ। ਠੀਕ ਹੈ ਜੀ, ਇਹ ਤੇ ਟਾਈਮ ਹੁਣ ਵੇਸਟ ਨਹੀਂ ਕਰਦੇ, ਅੱਗੇ ਚੱਲਦੇ ਹਾਂ ਜੀ। ਹਾਂਜੀ, ਪਿਕਾਰਡ ਮੈਥਡ ਇਜ਼ ਕਹਿੰਦਾ ਸਟੈਪ ਬਾय ਸਟੈਪ ਮੈਥਡ ਆ, ਨਹੀਂ ਜੀ, ਆਈਟਰੇਸ਼ਨਸ ਹੁੰਦੀਆਂ ਇਹਦੇ ਚ। ਫਸਟ ਆਪਸ਼ਨ ਤਾਂ ਮੇਰੇ ਕੋਲ ਗਿਆ। ਸੈਕੰਡ ਆਪਸ਼ਨ ਸੈਲਫ ਓਰੀਐਂਟਡ ਆ, ਨਹੀਂ ਆਪਣੇ ਕੋਲੇ ਸੈਲਫ ਓਰੀਐਂਟਡ ਨਹੀਂਗਾ, ਆਪਣੇ ਕੋਲੇ ਕੁਛ ਨਾ ਕੁਛ ਸਟਾਰਟਿੰਗ ਵੈਲਿਊ ਦਿੱਤੀ ਹੁੰਦੀ ਆ, ਫਿਰ ਹੀ ਆਪਾਂ ਉੱਥੋਂ ਸਟਾਰਟ ਕਰਦੇ ਆ। ਠੀਕ ਹੈ ਜੀ, ਆਪਣੇ ਕੋਲੇ ਕੁਛ ਨਾ ਕੁਛ ਵੈਲਿਊ ਦਿੱਤੀ ਹੁੰਦੀ ਆ ਸਟਾਰਟਿੰਗ ਚ। ਉਹਦਾ ਕੁੱਤਾ ਮੈਥਡ ਵਾਸਤੇ ਸੈਲਫ ਓਰੀਐਂਟਡ ਮਤਲਬ ਆਪਣੇ ਆਪ ਚੱਲਦਾ, ਆਪਣੇ ਆਪ ਨਹੀਂ ਚੱਲਦਾ, ਇਨੀਸ਼ੀਅਲ ਵੈਲਿਊ ਗਿਵਨ ਹੁੰਦੀ ਹੈ ਇਹਦੀ।
ਇਨੀਸ਼ੀਅਲ ਵੈਲਿਊ ਗਿਵਨ ਹੁੰਦੀ ਆ। ਥਰਡ ਮੇਰੇ ਕੋਲੇ ਕੀ ਆ, ਹਾਂਜੀ ਥਰਡ ਮੇਰੇ ਕੋਲੇ ਬਾਅਦ ਚ ਪੜਦੇ ਆ, ਪਹਿਲਾਂ ਫੋਰਸ ਦੇਖ ਲੈਂਦੇ ਆ ਜੀ। ਆਰਡਰ ਆਫ ਨਿਊਟਨ ਰਿਪਸਨ ਕਿੰਨਾ ਹੁੰਦਾ? 2 2 ਹੁੰਦਾ ਨਾ, ਯਾਨੀ ਕਿ ਇਹ ਵੀ ਆਪਸ਼ਨ ਕੈਂਸਲ ਹੋ ਗਈ, ਤਾਂ ਰਹਿ ਗਈ ਮੇਰੇ ਕੋਲ ਥਰਡ। ਆਂਸਰ ਮੇਰੇ ਕੋਲ ਕੀ ਆ ਗਿਆ? ਥਰਡ। ਉਹ ਵੀ ਦੇਖ ਲਓ ਕਿਉਂ, ਜਦੋਂ ਰੂੰਗਾ ਕੁੱਤਾ ਮੈਥਡ ਆਪਾਂ ਕਰਦੇ ਆ, ਠੀਕ ਆ, ਕੁੱਤਾ ਮੂੰਹ ਚੋਂ ਨਿਕਲ ਜਾਂਦਾ ਜੀ ਕੁੱਤਾ, ਹਨਾ, ਯੂ ਨਾ ਹੁੰਦਾ। ਤਾਂ ਟੇਲਰ ਮੈਥਡ ਸੀਰੀਜ਼ ਦੇ ਵਿੱਚ ਕੀ ਹੁੰਦਾ ਮੇਰੇ ਕੋਲੇ? ਐਫ ਡੈਸ਼, ਐਫ ਡਬਲ ਡੈਸ਼, ਐਫ ਟ੍ਰਿਪਲ ਡੈਸ਼, ਤਾਂ ਮੈਨੂੰ ਡੈਰੀਵੇਟਿਵ ਬਹੁਤ ਸਾਰੇ ਕਰਨੇ ਪੈਂਦੇ ਆ, ਠੀਕ ਆ। ਇਹ ਹੁੰਦਾ ਤਾਂ ਮੇਰੇ ਕੋਲੇ 1 ਸਟੈਪ ਹੀ ਆ, ਤਾਂ ਮੇਰੇ ਕੋਲੇ ਬਹੁਤ ਲੰਬਾ ਚਲਾ ਜਾਂਦਾ, ਤਾਂ ਉਹ ਇਹ ਮੇਰੇ ਕੋਲੇ ਡਿਸਐਡਵਾਂਟੇਜ ਆ। ਤਾਂ ਇਸ ਕਰਕੇ ਕੀ ਆ, ਜਿਹੜਾ ਰੂੰਗਾ ਕੁੱਤਾ ਮੈਥਡ ਆ ਉਹਨੂੰ ਜ਼ਿਆਦਾ ਲੋਕ ਪ੍ਰੈਫਰ ਕਰਦੇ ਆ ਟੇਲਰ ਸੀਰੀਜ਼ ਦੇ ਮੁਕਾਬਲੇ, ਠੀਕ ਆ। ਦੇਖੋ ਡੈਰੀਵੇਟਿਵ ਕੱਢਣ ਤੇ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਕਈ ਸਟੈਪਸ ਦੇ ਵਿੱਚ। ਹਾਂਜੀ ਅਗਲਾ ਜੀ ਆਂਸਰ ਕਹਿੰਦਾ ਕਿਹੜਾ ਇਨਕਰੈਕਟ ਆ? ਸ਼ਾਰਟੈਸਟ ਡਿਸਟੈਂਸ ਬਿਟਵੀਨ 2 ਪੁਆਇੰਟਸ ਕੀ ਹੁੰਦਾ ਆ? ਸਟ੍ਰੇਟ ਲਾਈਨ। ਸੈਕੰਡ, ਐਜ਼ ਇਟ ਇਜ਼ ਸਟੇਟਮੈਂਟ ਆ ਕਾਦੀ? ਸਾਈਕਲੋਇਡ ਵਾਲੀ, ਉਹ ਵੀ ਠੀਕ ਹੈ ਮੇਰੇ ਕੋਲੇ। ਥਰਡ ਕੀ ਆ ਮੇਰੇ ਕੋਲੇ? ਹਾਂਜੀ ਜਿਓਸਿਸ ਕੀ ਹੁੰਦੇ ਆ ਮੇਰੇ ਕੋਲੇ? ਪਲੇਨ ਦੇ ਸਟ੍ਰੇਟ ਲਾਈਨਸ ਹੁੰਦੀਆਂ, ਠੀਕ ਹੈ ਜੀ। ਥਰਡ ਠੀਕ ਆ, ਥਰਡ ਗਲਤ ਆ, ਫੋਰਥ ਠੀਕ ਹੋ ਗਿਆ। ਤਾਂ ਮੇਰਾ ਆਂਸਰ ਕਿਹੜਾ ਬਣ ਗਿਆ? ਇਨਕਰੈਕਟ ਪੁੱਛਿਆ ਸੀ, ਥਰਡ ਵਾਲਾ। ਹਰ ਵਾਰ ਇਹਦੇ ਉੱਪਰ ਕੁਐਸਚਨ ਆਇਆ ਹੋਇਆ, ਤੁਹਾਨੂੰ ਮੈਂ ਚਾਰ ਸਟੇਟਮੈਂਟਸ ਲਿਖਾਈਆਂ ਹੋਈਆਂ, ਤੇ ਚਾਰੇ ਸਟੇਟਮੈਂਟ ਟਿਪਸ ਤੇ ਹੋਣੀਆਂ ਚਾਹੀਦੀਆਂ ਹੁਣ ਆਪਣੇ। ਹਾਂਜੀ ਕਿਹੜੀ ਇਕੁਏਸ਼ਨ ਹੈ ਜੀ ਇਹ? ਕੀ ਕਹਿੰਦਾ ਮੇਰੇ ਕੋਲ? ਐਫ ਐਕਸ ਐਂਡ ਕੇ ਐਕਸ ਟੀ, ਇਹ ਮੇਰੇ ਕੋਲ ਕਰਨਲ ਹੁੰਦਾ ਯਾਰ, ਨੋਨ ਫੰਕਸ਼ਨ ਆ ਜੀ। ਵਾਈ ਐਕਸ ਮੇਰੇ ਕੋਲੇ ਡਿਟਰਮਾਈਨ ਕਰਨਾ ਮਤਲਬ ਅਨਨੋਨ ਆ। ਤਾਂ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਇਹਨਾਂ ਦੇ ਵਿੱਚੋਂ ਕੀ ਹੋ ਜੇ ਉੱਪਰ ਵੇਰੀਏਬਲ ਆ ਜੇ, ਤਾਂ ਉਹ ਮੇਰੇ ਕੋਲੇ ਬਣ ਜਾਂਦੀ ਸੀਗੀ ਵੋਲਟੇਰਾ, ਠੀਕ ਹੈ ਜੀ। ਹੁਣ ਆਪਾਂ ਫਸਟ ਸੈਕੰਡ ਕਾਈਂਡ ਵੀ ਪੜ੍ਹੀ ਹੋਈ ਆ, ਹੁਣ ਫਸਟ ਸੈਕੰਡ ਕਾਈਂਡ ਦਾ ਉਹਨੇ ਪੁੱਛਿਆ ਹੀ ਨਹੀਂ ਹੋਇਆ। ਹੁਣ ਇਹ ਮੇਰੇ ਕੋਲ ਕਿਹੜੀ ਬਣ ਗਈ? ਜਦੋਂ ਦੋਨੋਂ ਕਨਸਟੈਂਟ ਹੋ ਜਾਣ ਉਦੋਂ ਮੇਰੇ ਕੋਲ ਬਣਦੀ ਸੀ ਫਰੈਡਹੋਮ। ਚਲਿਏ ਅੱਗੇ ਜੀ। ਹਾਂਜੀ ਮੈਂ ਤੁਹਾਨੂੰ ਇੱਕ ਪਿਕ ਸੈਂਡ ਕਰੀ ਸੀ ਗਰੁੱਪ ਦੇ ਵਿੱਚ ਕਲਾਸ ਸ਼ੁਰੂ ਹੋਣ ਤੋਂ ਪਹਿਲਾਂ, ਮੈਂ ਤੁਹਾਨੂੰ ਕਿਹਾ ਉਹਨੂੰ ਵੇਖ ਲਿਓ, ਦੇਖੀ ਜਰਾ ਉਹ। ਹਾਂਜੀ ਸਰ ਦੇਖੀ ਸੀ। ਠੀਕ ਹੈ, ਇਹ ਉਹੀ ਕੁਐਸਚਨ ਹੈ। ਮੈਂ ਤਾਂ ਗਰੁੱਪ ਦੇ ਵਿੱਚ ਉਹ ਸਨੈਪ ਪਹਿਲਾਂ ਸੈਂਡ ਕਰੀ ਸੀ ਤਾਂ ਕਿ ਤੁਸੀਂ ਥੋੜਾ ਜਿਹਾ ਉਹਨੂੰ ਦੇਖ ਸਕੋ, ਤੁਹਾਨੂੰ ਆਈਡੀਆ ਹੋ ਜਾਏ। ਠੀਕ ਹੈ ਜੀ, ਉਹ ਮੂਵ ਹੋ ਗਈ ਸੀ ਤੁਹਾਡੇ? ਨਹੀਂ ਸਰ ਮੂਵ ਨਹੀਂ ਹੁੰਦੀ ਪਈ ਸੀ। ਉਹ ਨਹੀਂ ਹੋਈ ਓਕੇ ਪ੍ਰੋਪਰ। ਮੂਵ, ਓਕੇ ਜੀ ਮੂਵ ਨਹੀਂ ਹੋਈ। ਓਕੇ ਜੀ, ਮੈਂ ਵੈਸੇ ਤਾਂ ਤੁਹਾਨੂੰ ਦੂਸਰੀ ਪਿਕ ਸੈਂਡ ਕਰੀ ਸੀ, ਇਸ ਤਰ੍ਹਾਂ ਸੀ ਆਪਣੇ ਕੋਲੇ ਉੱਥੇ। ਮੈਂ ਪ੍ਰੋਪਰ ਬਣਾਉਣ ਦੀ ਕੋਸ਼ਿਸ਼ ਕਰਦਾ, ਕਿਉਂਕਿ ਅਗਰ ਤੁਸੀਂ ਉਹ ਆਪਣੇ ਕੋਲੇ ਸਹੀ ਚੱਲੀ ਹੁੰਦੀ ਤਾਂ ਫਿਰ ਆਪਾਂ ਨੂੰ ਸਮ ਕਰਨ ਦੀ ਜ਼ਰੂਰਤ ਨਹੀਂ ਸੀ, ਆਪਣਾ ਡਾਇਰੈਕਟ ਹੋ ਜਾਣਾ ਸੀ। ਫਿਰ ਇਸ ਤਰ੍ਹਾਂ ਹੋਰ ਅੱਗੇ ਕਰਨਾ ਪੈਣਾ ਆਪਾਂ ਨੂੰ। ਲਓ ਜੀ ਇਸ ਤਰ੍ਹਾਂ ਇਸ ਪੁਆਇੰਟ ਤੇ ਟੱਚ ਕਰਦੀ ਪਈ ਆ, ਤੇ ਇਹ ਮੇਰੇ ਕੋਲੇ ਮੰਨ ਲਓ ਰੇਡੀਅਸ ਆ। ਹੁਣ ਇਹਨੂੰ ਮੂਵ ਕਰਨਾ ਸ਼ੁਰੂ ਕਰਤਾ, ਸਰਕਲ ਨੂੰ ਰਾਈਟ ਸਾਈਡ ਤੇ ਘਮਾਉਣਾ ਸ਼ੁਰੂ ਕਰਤਾ, ਇਹਦੇ ਉੱਪਰ ਰੇੜਨਾ ਸ਼ੁਰੂ ਕਰ ਦਿੱਤਾ। ਜਿਵੇਂ ਆਪਣੇ ਕੋਲੇ ਕੋਇਨ ਨਹੀਂ ਹੋਏਗਾ, ਕੋਇਨ ਨੂੰ ਜਦੋਂ ਰੇੜਾਂਗੇ ਤਾਂ ਇਹ ਆਹ ਵਾਲਾ ਜਿਹੜਾ ਪੁਆਇੰਟ ਆ ਇਹ ਇਧਰ ਨੂੰ ਇਦਾਂ ਚੱਲਣਾ ਸ਼ੁਰੂ ਹੋ ਜਾਏਗਾ, ਇਦਾਂ ਘੁੰਮਣਾ ਸ਼ੁਰੂ ਹੋ ਜਾਏਗਾ। ਫਿਰ ਇਹ 2 ਪਾਈ ਤੱਕ ਘੁੰਮੇਗਾ, ਕਿਉਂਕਿ ਮੇਰੇ ਕੋਲ ਇੱਕ ਕੰਪਲੀਟ ਸਰਕਲ ਆ। ਫਿਰ ਉਸ ਤੋਂ ਬਾਅਦ ਇਦਾਂ ਚੱਲਣਾ ਸ਼ੁਰੂ ਹੋ ਜਾਏਗਾ। ਇਹ ਮੇਰੇ ਕੋਲ ਕੀ ਇਦਾਂ ਦੀਆਂ ਰੋਟੇਸ਼ਨਸ ਚੱਲਦੀਆਂ ਰਹਿਣਗੀਆਂ। ਤਾਂ ਮੇਰੇ ਕੋਲੇ ਹੁਣ ਤੁਸੀਂ ਦੇਖੋ ਇਹ ਕੀ ਕਨਸੈਪਟ ਬਣ ਗਿਆ, ਇਸ ਤਰ੍ਹਾਂ ਚੱਲੀ ਜਾ ਰਿਹਾ ਵਾਰ-ਵਾਰ। ਤਾਂ ਇਹ ਕੀ ਬਣ ਗਿਆ ਮੇਰੇ ਕੋਲ? ਸਿੰਪਲ ਹਾਰਮੋਨਿਕ ਬਣ ਗਿਆ ਨਾ, ਸੋਲਵ ਕਰਨ ਦੀ ਜ਼ਰੂਰਤ ਹੀ ਨਹੀਂ ਜਸਟ ਆਪਣੇ ਕੋਲ। ਠੀਕ ਹੈ ਜੀ, ਇਹਨੂੰ ਘੁੰਮਣਾ ਸ਼ੁਰੂ ਕਰ ਦੇਣਾ ਇਹਨੇ, ਜਿਹੜਾ ਆਹ ਵਾਲਾ ਪੁਆਇੰਟ ਆ ਇਹ ਮੂਵ ਕਰਨਾ ਸ਼ੁਰੂ ਕਰ ਦੇਗਾ ਇਸ ਤਰ੍ਹਾਂ। ਫਿਰ ਮੈਂ ਫਿਰ ਤੁਹਾਨੂੰ ਉਹਦੀ ਗਰੁੱਪ ਦੇ ਵਿੱਚ ਫੋਟੋ ਸੈਂਡ ਕਰ ਦਾਂਗਾ, ਹੋ ਸਕਦਾ ਵੀ ਉਹਦੇ ਚ ਤੁਹਾਨੂੰ ਕਲੀਅਰ ਵਿਜ਼ੀਬਲ ਹੋ ਜਾਏ। ਠੀਕ ਹੈ ਜੀ, ਤਾਂ ਮੇਰੇ ਕੋਲ ਕੀ ਬਣ ਜਾਏਗਾ? ਸਿੰਪਲ ਹਾਰਮੋਨਿਕ ਬਣ ਜਾਏਗਾ। ਨੈਕਸਟ ਦੇਖ ਲਓ ਜੀ, ਕਹਿੰਦਾ ਪ੍ਰੋਜੈਕਟਾਈਲ ਆ ਇਨ ਵੈਕਿਊਮ। ਵੈਕਿਊਮ ਮੀਨਸ, ਲਓ ਜੀ ਮੰਨ ਲਓ ਮੇਰੇ ਕੋਲ ਇੱਥੇ ਮੈਂ ਪ੍ਰੋਜੈਕਟਾਈਲ ਨੂੰ ਉੱਪਰ ਨੂੰ ਸੁੱਟਿਆ, ਠੀਕ ਆ। ਇਹ ਮੇਰੇ ਕੋਲ ਐਕਸ ਐਕਸਿਸ ਆ, ਇਹ ਮੇਰੇ ਕੋਲ ਵਾਈ ਐਕਸਿਸ ਆ। ਤਾਂ ਪ੍ਰੋਜੈਕਟਾਈਲ ਕਿੱਦਾਂ ਜਾਂਦਾ ਹੁੰਦਾ ਆਪਣੇ ਕੋਲੇ? ਇਸ ਤਰ੍ਹਾਂ ਜਾਏਗਾ, ਇਸ ਤਰ੍ਹਾਂ ਜਾ ਕੇ ਨੀਚੇ ਗਿਰ ਜਾਏਗਾ ਕਿਤੇ ਨਾ ਕਿਤੇ। ਠੀਕ ਹੈ,
ਤਾਂ ਕਿਹੜਾ ਪਾਥ ਬਣਿਆ ਮੇਰੇ ਕੋਲ? ਪੈਰਾਬੋਲਿਕ। ਕਿਹੜਾ ਬਣੇਗਾ? ਪੈਰਾਬੋਲਿਕ। ਹੁਣ ਤੁਸੀਂ ਕੁਐਸਚਨ ਕਰ ਸਕਦੇ ਸੀ ਵੀ ਪਿਛਲੇ ਚ ਵੀ ਤਾਂ ਇਹੀ ਬਣਿਆ, ਪਿਛਲੇ ਚ ਉਹ ਵਾਰ-ਵਾਰ ਰਿਪੀਟ ਹੋ ਰਿਹਾ। ਆਪਾਂ ਇੱਕ ਦੇਖੋ ਕੋਇਨ ਰੋੜ ਦਿੱਤਾ ਤਾਂ ਜਿਹੜਾ ਉਹ ਪਾਥ ਤੈਅ ਕਰੇਗਾ ਉਹ ਕਿਹੜਾ ਤੈਅ ਕਰੇਗਾ? ਆਪਣੇ ਕੋਲੇ ਹਾਰਮੋਨਿਕ ਪਾਥ ਤੈਅ ਕਰੇਗਾ। ਹੁਣ ਇਹਦੇ ਚ ਜਦੋਂ ਆਪਾਂ ਕੀ ਕੀਤਾ, ਇੱਕ ਵਾਰ ਸੁੱਟਿਆ ਇਹਨੇ ਇੱਥੇ ਜਾ ਕੇ ਡਿੱਗ ਪਿਆ, ਦੁਬਾਰਾ ਚੱਲਣਾ ਹੀ ਨਹੀਂਗਾ। ਠੀਕ ਆ, ਹਾਰਮੋਨਿਕ ਚ ਕੀ ਹੁੰਦਾ, ਇਦਾਂ ਕਰਨਾ ਹੋਣਾ ਚਾਹੀਦਾ, ਵਾਰ-ਵਾਰ ਰੋਟੇਸ਼ਨਸ ਕਰੇ। ਹੁਣ ਇਹ ਰੋਟੇਸ਼ਨਸ ਨਹੀਂ ਕਰਦਾ, ਤਾਂ ਕਰਕੇ ਇਹ ਪਾਥ ਕਿਹੜਾ ਮੇਰੇ ਕੋਲੇ? ਪੈਰਾਬੋਲਿਕ। ਕਲੀਅਰ ਹੈ? ਦੋਨੋਂ ਕੁਐਸਚਨ ਡਾਇਗਰਾਮ ਤੇ ਬੇਸ ਸੀਗੇ, ਇਹਦੇ ਚ ਹੋਰ ਕੁਝ ਵੀ ਨਹੀਂ ਹੈਗਾ ਸੀਗਾ। ਹਾਂਜੀ, ਕੀ ਕਹਿ ਰਿਹਾ ਮੇਰੇ ਕੋਲੇ? ਮੀਨ ਆਫ 7 ਮੀਨ 10 ਇਜ਼ ਦਾ ਮੀਨ ਆਫ 7 ਆਬਜ਼ਰਵੇਸ਼ਨ। ਮੀਨ ਮੇਰੇ ਕੋਲੇ 10 ਆ, n ਦੀ ਵੈਲਿਊ ਕਿੰਨੀ ਆ? 7 ਆ। ਓਕੇ ਜੀ। ਕਹਿੰਦਾ 5 ਮੀਨ ਆ 3 ਆਬਜ਼ਰਵੇਸ਼ਨ ਦਾ। ਲਓ ਜੀ, ਇਹਨੂੰ x1 ਕਹਿ ਦਿੰਦੇ ਆ, ਇਹਨੂੰ ਸੈਕੰਡ ਮੀਨ ਕਹਿ ਦਿੰਦੇ ਆ, ਸੈਟ ਆਫ 3 ਆਬਜ਼ਰਵੇਸ਼ਨ, ਇਹਨੂੰ n1 ਕਹਿ ਦਿੰਦੇ ਆ, ਇਹਨੂੰ n2 ਕਹਿ ਦਿੰਦੇ ਆ। ਕਹਿੰਦਾ ਫਾਈਂਡ ਕਰੋ ਮੀਨ ਕੰਬਾਈਨ ਜਦੋਂ ਕਰਨਾ। ਲਓ ਜੀ, ਕਰ ਦਿੰਦੇ ਆ ਜੀ ਆਪਾਂ। ਟੋਟਲ ਕਿੰਨਾ ਬਣ ਜਾਏਗਾ? 7 into 10 plus 5 into 3 ਡਿਵਾਈਡਡ ਬਾਏ ਇਹਨਾਂ ਦੋ ਦਾ ਟੋਟਲ 10, ਤਾਂ ਕਿੰਨਾ ਆਨਸਰ ਬਣ ਜਾਏਗਾ? ਚੈੱਕ ਕਰ ਲਓ ਜੀ, 85/10। ਕੰਬਾਈਨਡ ਮੀਨ ਦਾ ਫਾਰਮੂਲਾ ਲਗਾ ਦਿੱਤਾ। ਠੀਕ ਹੈ, ਕੰਬਾਈਨਡ ਮੀਨ। ਕਲੀਅਰ ਹੈ ਜੀ? ਕਿੰਨਾ ਬਣ ਜਾਏਗਾ ਤੁਹਾਡੇ ਕੋਲੇ? ਉੱਪਰ 85 ਬਣ ਜਾਏਗਾ। ਹੁਣ ਮੈਂ ਇੱਥੇ ਸਿੱਧਾ ਹੀ ਪੁਆਇੰਟ ਲਗਾ ਦਿੱਤਾ, ਯਾਨੀ ਕਿ 8.5 ਬਣ ਗਿਆ, ਉੱਪਰ 85 ਬਣ ਜਾਏਗਾ। ਚਲਿए ਅੱਗੇ जी, आंसर सी है जी। हाँ जी, हाँ जी, ये तो पता नहीं आप कितनी बार क्लास के कर चुके हैं, जरा तुसी मारो ट्राई। टेबल के नाल ही बना लेने, सौखा बन जाता, सब जल्दी बन जाएगा। पी क्यू 0 0 0 1 1 0 1 1। पी की निगेशन भी चाहिए है। लो जी, मैं पी की निगेशन कर देना 1 1 0 0। क्यू की निगेशन चाहिए है, क्यू की निगेशन कर देने जी आप 1 0 1 0। ਹੁਣ ਪਹਿਲਾਂ ਮੈਂ ਯੂਨੀਅਨ ਕਰਨੀ ਆ P ਯੂਨੀਅਨ Q, ਯਾਨੀ ਕਿ ਇਹਨੂੰ ਆਪਾਂ ਡਿਸਜੰਕਸ਼ਨ ਬੋਲਦੇ ਆ। ਠੀਕ ਹੈ, ਡਿਸਜੰਕਸ਼ਨ ਕੀਤੀ P ਤੇ Q ਦੀ, ਮੇਰੇ ਕੋਲ ਆਨਸਰ ਆ ਜਾਣਾ 0 1 1 1। ਫਿਰ ਮੈਂ ਡਿਸਜੰਕਸ਼ਨ ਕਰਨੀ ਆ ਇਹਨਾਂ ਦੀ ਨੇਗੇਸ਼ਨ ਦੀ। ਮੇਰੇ ਕੋਲ ਨੇਗੇਸ਼ਨ ਕਿੱਧਰ ਗਈਆਂ? ਇਹ ਪਈਆਂ 1 1 ਐਂਡ 1 ਐਂਡ 0। ਹੁਣ ਦੋਨਾਂ ਦੇ ਵਿੱਚ ਮੈਂ ਕੰਜੰਕਸ਼ਨ ਕਰਨੀ ਹੈ। ਕੰਜੰਕਸ਼ਨ ਕਰਾਂਗੇ ਤਾਂ ਦੇਖੋ ਕੀ ਬਣ ਜਾਏਗਾ, 0 1 1 ਐਂਡ 0। ਹੁਣ ਦੇਖ ਲਓ, ਕਹਿੰਦਾ ਦੈਨ ਦੀ ਟਰੂ ਵੈਲਿਊ ਆਫ P ਐਂਡ Q। ਜਦੋਂ ਮੇਰੇ ਕੋਲੇ P ਐਂਡ Q ਦੀਆਂ ਮੇਰੇ ਕੋਲੇ ਕੀ ਆ, ਉਹ ਕਹਿੰਦਾ ਮੇਰੇ ਕੋਲੇ ਫਾਲਸ ਕਦੋਂ ਆ ਰਿਹਾ? ਮੇਰੇ ਕੋਲੇ ਇਜ਼ ਫਾਲਸ। ਠੀਕ ਹੈ ਜੀ, ਕਦੋਂ ਆ ਰਿਹਾ? ਜਦੋਂ ਮੇਰੇ ਕੋਲੇ ਜਾਂ ਤਾਂ ਦੋਨੋਂ ਟਰੂ ਹੋਣ P ਤੇ Q, ਜਾਂ ਦੋਨੋਂ ਮੇਰੇ ਕੋਲੇ ਫਾਲਸ ਹੋਣ। ਇੱਥੇ ਮੇਰੇ ਕੋਲੇ ਟਰੂ ਆ, ਇੱਥੋਂ ਦੋਨੇ ਮੇਰੇ ਕੋਲੇ ਫਾਲਸ। ਤੁਸੀਂ ਜਿੱਦਾਂ ਮਰਜ਼ੀ ਕਰ ਲਓ। ਠੀਕ ਹੈ ਜੀ, ਟਾਈਮ ਜ਼ਿਆਦਾ ਨਹੀਂ ਲੱਗਦਾ ਟੇਬਲ ਬਣਾਉਣ ਤੇ, ਫਟਾਫਟ ਬਣਾ ਲਿਓ। ਹਾਂਜੀ, ਇਹਨੂੰ ਤਾਂ ਆਪਾਂ ਸਿੰਪਲ ਹੀ ਕਰ ਲਾਂਗੇ। ਕਿਹਦੇ ਇਕੁਇਵਲੈਂਟ ਆਉਂਦਾ ਹੁੰਦਾ? ਹੁਣ ਇਹਦੇ ਤੇ ਥੋੜੀ ਆਪਾਂ ਟਾਈਮ ਵੇਸਟ ਕਰਾਂਗੇ। ਕਿਹੜਾ ਫਾਰਮੂਲਾ ਲਗਾਵਾਂਗੇ ਆਪਾਂ ਇੱਥੇ? सर डिस्ट्रीब्यूशन लगेगी। हाँ जी, डिस्ट्रीब्यूशन लगा दो जी फटाफट। पहले इन्होंने ते लग गई, फिर अगे गए यूनियन। हाँ जी, पी ते ओदी नेगेशन है, हमेशा कितनी आउंदी हुंदी? 5। ये आंसर हाँ जी, बस हाँ आ गया आंसर जी। 5 दी किसी नाल भी आपां करांगे डिसजंक्शन तां मेरे कोल स्कीम सेट आ जांदा। ठीक है, जे किसी नूं भुल जाए मतलब इदां तां तुसीं जिवें आपां टेबल पहला बनाया। हाँ जी, कर दो जी फटाफट, हुण तुहाडे ते डिपेंड है आंसर। यूनियन दित्ती हुई आ, मतलब आपां करिया होया इस सम पहला भी। ये मेरे को ए कंप्लीमेंट दिता होया 1/2, तो मैनू कितना चाहिए? ये बन गया मेरे को P 1/2 बन गया। 1 दे विच सबट्रैक्ट करके लिख दिता है। तो यूनियन दे विचों मेरे को की कर दो, दी वैल्यू कढ लो, क्योंकि मैनू की चाहिए आ ए गिवन बी कंडीशनल प्रोबेबिलिटी फाइंड करनी है। ऊपर दोनों इंटरसेक्शन चाहिए, नीचे जो गिवन हो गई पी बी कढ़ना।
लो जी बन जाएगा मेरे को 5/6 इथों मैं डायरेक्ट ही कट देने लगा बन जाएगा इथे E of A मीनिंग 1/2 probability of B minus intersection 1/3 जी 5/6 ਹੁਣ ਸੋਲਵ ਕਰ ਦੋ ਕਰਦੇ ਇਧਰ -1/2 +1/3 ਤੇ probability B ਦਾ ਆਂਸਰ ਆ ਰਿਹਾ ਜੀ LCM 6 ਹੋ ਜਾਏਗਾ 5 as it is -3 + 2 जी इधरले बने लिख दिए ये बन जाएगा 7 4 2/3 बन गया जी ਇਹ ਚ ਫਿਲ ਕਰ ਦਿੰਨੇ ਜੀ ਆਪਾਂ probability A ਇੰਟਰਸੈਕਸ਼ਨ B ਦੇ ਵਿੱਚ ਇੰਟਰਸੈਕਸ਼ਨ ਦੀ ਵੈਲਿਊ ਹੈਗੀ ਹੈ ਮੇਰੇ ਕੋਲ 1/3 ਇਹਦੀ 1/2 यानी कि 0.5 0.5 आंसर। हाँ जी नेक्स्ट कर दो हाँ जी करन दी जरूरत है जी हुण वैसे ਇਹਦਾ आंसर ਤੁਹਾਨੂੰ याद ही होना ਹੁੰਦਾ ਇਹਦਾ 4/15 हाँ जी याद है जी प्रोबेबिलिटी फाइंड करनी है तुसी x + y = 4 ਤਾਂ ਆਪਾਂ ਕਿਹੜੀਆਂ ਦੋ ਆਪਸ਼ਨ ਸੁਜੈਸਟ ਬਣ ਗਿਆ ਸੀ ਮੇਰੇ ਕੋਲੇ 1 3 and 2 2। हाँ जी इथे 1 + 3 कर दिए सेकंड की कर दिए मैं 2 + देखो 2। ਇਹ ਕਿੰਨੀ ਵਾਰ ਪੇਪਰ ਆ ਚੁੱਕਿਆ ਹੈ ਪੇਪਰ ਦੇ ਵਿੱਚ ਵਾਰ-ਵਾਰ ਇੱਕੋ ਹੀ ਕੁਐਸਚਨ ਯਾਨੀ ਕਿ ਇਹਨੇ ਬਣ ਜਾਣਾ 4/13 ਵੈਲਿਊ ਫਿਲ ਕੀਤਾ ਹੈ ਇਹਨੇ ਵੀ 4/13 ਤਾਂ ਓਵਰਆਲ ਆਨਸਰ ਮੇਰੇ ਕੋਲ ਕਿੰਨਾ ਬਣੇਗਾ 4/15 ਠੀਕ ਹੈ ਜੀ ਆਨਸਰ ਸੀ ਆ ਉਹਦੇ ਚ ਏ ਆਨਸਰ ਦੇ ਆਪਸ਼ਨ ਲੱਗੀ ਹੋਈ ਆ ਉਹ ਰੋਂਗ ਆ ਜੀ ਨੈਕਸਟ ਹਾਂਜੀ ਇਹਨੂੰ ਐਜ਼ ਇਟ ਇਜ਼ ਨੋਟ ਕਰਨਾ ਕਿਉਂ ਕਿਉਂਕਿ ਇਹ ਮੇਰੇ ਕੋਲ ਕੀ ਆ शिव इनक्वैलिटी ਦੀ ਕੀ ਆ ਸਟੇਟਮੈਂਟ ਹੈ ਜੀ ਐਜ਼ ਇਟ ਇਜ਼ ਨੋਟ ਕਰ ਲਓ ਕਿਉਂਕਿ ਸਟੇਟਮੈਂਟ ਬੇਸ ਸਮ ਆਇਆ ਹੋਇਆ ਮੇਰੇ ਕੋਲੇ ਜੇ ਸਟੇਟਮੈਂਟ ਆ ਜੇ ਤਾਂ ਫਿਰ ਇਹਦਾ ਆਨਸਰ ਇਹ ਹੋਏਗਾ ਉੱਪਰ ਵਾਲਾ ਗਿਵਨ ਅਗਰ ਉੱਪਰ ਵਾਲੇ ਤੋਂ ਪੁੱਛ ਲਿਆ ਗਿਆ ਤਾਂ ਇਸ ਇਨਕੁਐਲਿਟੀ ਦਾ ਨਾਮ ਕੀ ਆ शिव इनक्वैलिटी नेक्स्ट चलते हैं जी पॉइजन डिस्ट्रीब्यूशन याद है जी पॉइजन डिस्ट्रीब्यूशन का फार्मूला याद है तो फार्मूला नोट लिख लो जरा अपने को की दिता होया प्रोबेबिलिटी x = 0 = प्रोबेबिलिटी x = 1 यानी कि मैं दोवां दी ਜਾਂ ਇਹਦੀ ਪ੍ਰੋਬੇਬਿਲਿਟੀ ਕੱਢ ਦੋ ਜਾਂ ਇਹਦੀ ਪ੍ਰੋਬੇਬਿਲਿਟੀ ਕੱਢ ਦੋ ਯਾਨੀ ਕਿ ਮੈਂ ਪ੍ਰੋਬੇਬਿਲਿਟੀ ਹੀ ਫਾਈਂਡ ਕਰਨੀ ਹੈ ਜੀ ਦੇਖੋ ਕਿੰਨਾ ਆਨਸਰ ਆ ਰਿਹਾ ਜੀ ਕੀ ਫਾਰਮੂਲਾ ਹੁੰਦਾ ਸੀ ਮੇਰੇ ਕੋਲੇ अगर मैं इतने कहना प्रोबेबिलिटी x = सम k पॉइंट दे फिल कर फाइंड करनी है तो मेरे को लैम्डा पावर k ठीक है जी e⁻⁻λ हाँ जी अपॉन k फैक्टोरियल हाँ जी दोनों ਨੂੰ ਇਕੁਅਲ ਕਰ ਦਿਓ ਤਾਂ ਉੱਥੇ ਤੁਹਾਡੇ ਕੋਲ ਲੈਮਡਾ ਦੀ ਵੈਲਿਊ ਆ ਜਾਏਗੀ ਦੇਖੋ ਪਹਿਲਾਂ ਮੈਂ k ਨੂੰ 0 ਫਿਲ ਕਰ ਦੇਣ ਲੱਗਾ ਲੈਮਡਾ ਪਾਵਰ 0 e⁻⁻λ अपॉन सॉरी 0 फैक्टोरियल मेरे को कितना बन जाएगा λ⁻1 e⁻⁻λ अपॉन 1 जी दोनों कैंसिल हो गए तो ओवरऑल सॉल्व करके मेरे को कितना बन गया जी चेक कर लो e⁻λ किसी भी पावर 0 होवे तो मेरे को 1 बन जाता 1 अपॉन 1 तो लैम्डा की वैल्यू बन गई 1 लैम्डा आ गया मेरे को 1 हाँ जी हुण आपां प्रोबेबिलिटी भावें तुसीं इहदे च फिल कर दिओ भावें इहदे च फिल कर दिओ तुहाडे कोल k दी वैल्यू आ जाएगी तो जी मैं x = 0 ही फिल कर देने लगा ठीक लैम्डा की वैल्यू 0 फिल कर दो तो k की वैल्यू भी 0 कितना हो जाएगा लैम्डा पावर 1 0 e⁻⁻λ 1 हो गया 0 फैक्टोरियल ओवरऑल सॉल्व करांगे तो 1/e बन जाएगा k की वैल्यू ठीक है बी आंसर हाँ जी एस्टीमेटर की हुंदा अगर अनबायस्ड होवे तो ओदी वैल्यू हुंदी आ इनू एज इट इज पढ़ना पैना क्योंकि ये अपने को स्टेटमेंट ही है एक जरा जस्ट ठीक है अगर मेरे को बाइस्ड होवे तो फिर होर वाली कंडीशन दे बारे आपां सोच सकते हैं अनबाइस्ड मतलब सारे दे इक्वल चांस होंदे आ हाँ जी अगे देख लो जी टेक्निक आ कादी एनालिसिस ऑफ वेरिएंस मेक दी असम्पशंस सारियां असम्पशंस ही ट्रू आ अगर मैं एनालिसिस करना होवे वेरिएंस दा ऑब्जर्वेशंस की होनी चाहिए इंडिपेंडेंट होनी चाहिए प्रेजेंट पॉपुलेशन विद ऑब्जर्वेशन आर टेकन नॉर्मल एंड दी वेरियस इफेक्ट आर एडिटिव इन सारियां ठीक है जी अपने को कल जो आप मॉर्निंग क्लास लगावांगे ना ਇਹਦੇ ਨਾਲ ਇਹੀ ਆਪਾਂ 3-4 ਟੌਪਿਕ ਕਰਨੇ ਨੇ ਉਹਦੇ 'ਚ ਸਾਰਾ ਨੋਟਸ ਵਗੈਰਾ ਮੈਂ ਤੁਹਾਨੂੰ ਦੇ ਦੂੰਗਾ ਠੀਕ ਹੈ ਇਹ ਆਲ ਆਰ ਟਰੂ ਹੈ ਨੈਕਸਟ ਦੇਖ ਲਓ ਜੀ
हाँ जी, एन अरेंजमेंट वी इन ब्लॉक बी ऑफ प्लॉट की। हाँ जी, ਇਹਦੇ ਵੀ ਕੁਝ ਆਪਣੇ ਕੋਲੇ ਰੂਲਸ ਨੇ ਜਿਹੜੇ ਮੈਂ ਤੁਹਾਨੂੰ ਨਾਲ ਨਾਲ ਲਿਖਾ ਦਿੰਦਾ। ਫਸਟ ਦੇਖ ਲਓ ਜੀ, ਫਸਟ ਦੋਨੋਂ ਰੂਲ ਤਾਂ ਇਹੀ ਆ ਮੇਰੇ ਕੋਲੇ ਐਜ਼ ਇਟ ਇਜ਼। ਬੀ ਬਲॉक have same number of k in k of plot each। मतलब हरेक प्लॉट ਦੇ ਵਿੱਚ ਮੇਰੇ ਕੋਲ ਕਿੰਨੇ ਐਲੀਮੈਂਟਸ ਹੋਣਗੇ, ਠੀਕ ਹੈ। ਬੀ ਬਲॉक ਦੇ ਵਿੱਚ k ਸੇਮ ਨੰਬਰ k of plot each। सेकंड चेक कर लो जी, every treatment is reflected, रिफ्लेक्टेड नहीं है सॉरी, replicated r times in a design। थर्ड, ठीक है, थर्ड मेरे को की है यही है, ईच ट्रीटमेंट occurs once and only once in R block। इट इज हम दोबारा नहीं लिखेंगे, आप आगे लिखना स्टार्ट कर देता थी, सेम स्टेटमेंट। तो देखो सेकंड एंड थर्ड बोथ ही ट्रू है, ठीक है, दोनों स्टेटमेंट ट्रू आ। हर ट्रीटमेंट मेरे को इको बारी अकर करना चाहिए आर ब्लॉक्स ਦੇ ਵਿੱਚ, ਤਾਂ ਮੇਰੇ ਕੋਲੇ ਕੀ ਆ, ਜਿਹੜੇ ਈਚ ਪੇਅਰ ਆਫ ਟ੍ਰੀਟਮੈਂਟ ਟੁਗੇਦਰ ਅਕਰ ਕਰਨਗੇ ਇਨ ਲੈਮਡਾ ਬਲॉक्स, ਠੀਕ ਹੈ ਜੀ। ਹੁਣ ਇਹ ਮਤਲਬ ਤਿੰਨ ਇੱਕ ਥਿਓਰਮ ਹੋਰ ਵੀ ਆ, ਉਹ ਵੀ ਮੈਂ ਨਾਲ ਹੀ ਲਿਖਾ ਦਿੰਦਾ ਤੁਹਾਨੂੰ ਤਾਂ ਕਿ ਯਾਦ ਰਹੇ ਜੇ। ਪਹਿਲਾਂ ਅਗਰ ਮੇਰੇ ਕੋਲੇ ਇਹਨੂੰ ਮੈਂ ਬੋਲਦਾ ਆ BIBD ਮਾਡਲ, ਤਾਂ ਫਸਟ ਮੇਰੇ ਕੋਲੇ ਇਹਨੂੰ ਮੈਂ ਕਿੱਦਾਂ ਲਿਖਦਾ ਹੁੰਦਾ, DBK VR lambda। BK इज इक्वल टू VR होना चाहिए। सेकंड मेरे को लिखिया लैम्डा टाइम्स V माइनस 1 इज इक्वल टू RK माइनस 1 होना चाहिए। थर्ड है मेरे को B की वैल्यू अगर मेरे को ग्रेटर दैन इक्वल टू V आ, तो फिर मेरे को R की वैल्यू ग्रेटर दैन की होएगी। ये थर्ड बनता जी अगर सिमिट्रिक होया, सिमिट्रिक होया तो फिर मेरे को की बनेगा वो भी नोट कर लो। फिर मेरे को B इज इक्वल टू V होएगा एंड K इज इक्वल टू R होएगा। बाकी कंडीशन मेरे को सारियां सेम आ, क्यों आ दोनों आपस में बराबर हो गए तो फिर इन्होंने दोनों भी आपस में बराबर होना पैना, मेरे को होर कोई सोल्यूशन नहीं है। ठीक है जी, बाकी कल मॉर्निंग च आपां इहनूं डिटेल च करांगे। हाँ जी, नैक्सट एज इट ऑप्शन बी है। हाँ जी, जेडे करवाने वाले मैं तुहानूं नाल करवा भी रहा। देखो की कह रहा मेरे को इन ए सैंपल साइज ऑफ एन ड्रॉन फ्रॉम द पॉपुलेशन एन प्रोबेबिलिटी दैट स्पेसिफाइड यूनिट इंक्लूड इन द सैंपल स्पीसीज। मतलब कि एक तो मैं पहला एरिया कंसीडर कर लिया एन, ਉਹਦੇ ਵਿੱਚ मैं एक स्पेसिफिक ਜਿਹੜਾ साइज है यूनिट का सिलेक्ट कर, ਹੁਣ टोटल मेरे को कितना हो गया एन, सिलेक्ट किन्ने करने मैं ਇਹਦੇ ਚੋਂ एन, तो मेरे को कितना आ गया आंसर n बाय n। ਹੁਣ ਉਹਨੇ सिर्फ इको यूनिट क्या सी, अगर मेरे को दो यूनिट्स क्या ਹੁੰਦਾ वो भी डिपेंड करता विद रिप्लेसमेंट और विदाउट रिप्लेसमेंट। अगर मेरे को विद रिप्लेसमेंट क्या होना तो फिर मेरे को एक होर आ जाना सी इत्थे n ओवर n इंटू n ओवर n। ਤੁਸੀਂ ਇੱਕ ਪੇਪਰ ਦੇ ਵਿੱਚ ਇਹ ਵੀ ਚੈੱਕ ਕਰੋਗੇ ਇੱਥੇ ਤੁਹਾਡੇ ਕੋਲੇ 2 ਯੂਨਿਟਸ क्या ਹੋਏਗਾ ਇੱਥੇ ਵਿਦ ਰਿਪਲੇਸਮੈਂਟ, ਤਾਂ ਉਹਦਾ ਆਨਸਰ ਮੇਰੇ ਕੋਲ ਇਹ ਬਣ ਜਾਂਦਾ।
अगर विदाउट रिप्लेसमेंट कहता तो फिर आंसर होर बन जाना, फिर मैं ये एक माइनस करके लिख देना। ठीक है जी, वो आप बाद करा। हाँ जी, दो तरह के अपने को एक सीरीज आ, सीरीज का मतलब की होंगे कुछ सिस्टम्स लगे हुए ने इस तरह सीरीज दे विच, इस तरह चलते जा रहे हैं, मान लो एन सिस्टम्स ने। हुण देखो अगर मेरे को आ वाला सिस्टम फेल हो गया तो इस तो अगली सारी चेन फेल हो जाएगी ना, जिन्ने भी ये अगे लगे हुए। तो ये मेरे को की बन जाता सीरीज वाला बन जाता। ये मेरे को रिजल्ट कुछ होर होंगे ने। एक होंगे मेरे को पैरेलल सिस्टम, मतलब पैरेलल लगे हुए ने। सपोज करो मेरे को आ यूनिट खराब भी हो गया तो कोई फर्क नहीं, क्योंकि इन्होंने सीधे सीधे निकली जाना, आपस काम करी जाना। तो फिर ये रिलायबिलिटी ते ये रिलायबिलिटी दोनों दी अलग अलग रिलायबिलिटीज होंगी। तो देखो ये की है मेरे को दी रिलायबिलिटी ऑफ इंटायर सिस्टम कादे चा सीरीज चा। हुण ये आपस दे विच लिंक ने इस तरह, तो मतलब ये इकल्ले की गल करता पाया, तो इन्हां दी रिलायबिलिटी की है आपस च, तो इंडिपेंडेंट है ना। तो मेरे को आंसर किया जाना सैकेंड वाला रिलायबिलिटी वाला। ठीक है, कल इनू डीपली करांगे मॉर्निंग। नैक्सट देख लो जी। ओके जी, आ तो अपने को बहुत सौखा क्वेश्चन सीगा, हर बार घुम घुमा के आया है। एस बी ए कन्वैक्स सैट बाउंडेड बाय ए लाइंस इन प्लेन देन द फंक्शन। ओके, ਇਹਦੀ मैक्सिमम ਤੇ मिनिमम वैल्यू ਕਿੱਥੇ ਆਉਂਦੀ ਹੁੰਦੀ ਆ? एट वर्टिसेस। कितने ओनली बाउंडेड रीजन। ठीक है जी, ये तो दसन की लोड़ ही नहीं होनी। नैक्सट मार्को चेन आ। मार्को चेन दे विच की हुंदा अपने कोले जिहड़ा रिजल्ट आ वो अपने प्रीवियस वाले ते डिपेंडेंट हुंदा। देखो कादे ते डिपेंड आ? प्रीवियस वाले ते, बाकी किसी ना उहदा कोई लेना देना नहीं, ओनली प्रीवियस वाले ते। तां मेरे को आंसर किहड़ा आएगा? जस्ट फर्स्ट ऑप्शन। बाकी ये किसी ते भी डिपेंड नहीं गा, ये भी किसी ते भी डिपेंड नहीं गा, प्रीवियस वाले ते डिपेंड होंदा जिहड़ा आपां एक पिछला चेन लवांगे, डिपेंड अपॉन लास्ट चेन। तो आंसर मेरा फर्स्ट। हाँ जी, इन एक क्लास 100 स्टूडेंट्स ने। ओके जी, अब मैं क्लास ले ली, ਉਹਦੇ ਚ ਕੁਝ ਬੱਚੇ ਕੀ ਆ ਮੈਥ ਵਾਲੇ ਆ, ਕੁਝ ਬੱਚੇ ਕੀ ਆ ਮੈਥ ਵਾਲੇ ਤੇ 55 ਸਟੂਡੈਂਟ ਮੈਥ ਚ ਪਾਸ ਹੋ ਗਏ। 55 ਸਾਇੰਸ ਚ ਪਾਸ ਹੋ, ਸੌਰੀ ਸਾਇੰਸ ਤੱਕ ਇੰਗਲਿਸ਼ ਇੰਗਲਿਸ਼ ਚ ਪਾਸ ਹੋ ਗਏ ਨੇ 67। ਕਹਿੰਦਾ ਕਿੰਨੇ ਸਿਰਫ ਮੇਰੇ ਕੋਲੇ ਪਾਸ ਹੋਏ ਨੇ मैथमेटिक्स चो, ओनली मैथमेटिक्स, मीनिंग ये वाला फाइंड करना। नहीं मैं कदों फाइंड कर सकदा? जो मेरे को इंटरसैक्शन आ जाए। इंटरसैक्शन किवें कड्डांगे? टोटल 100 आ, मैथ वाले किन्ने आ 55, इंग्लिश वाले किन्ने आ 67, माइनस इन्हां दी इंटरसैक्शन होएगी। मैथ ते इंग्लिश देख लो किन्ने बनदे। ये बन गया मेरे को 100 माइनस, हाँ जी इन्ना ही आ रहा ना। नहीं सर, इंग्लिश विच मैथ्स वाले भी तो होंगे ना स्टूडेंट्स। हाँ जी, वही तो आप कढ़ते पे ना, इंटरसैक्शन ही कढ़ते पे आप। ये साझे किन्ने आ? ये बन गया मेरे को -22 जेडे कॉमन आ कट्टे गया। हुण आपां कढ़ने ओनली मैथ। ओनली मैथ किन्ने आ जाणगे? जिन्ने मैथ ते आ ਉਹਦੇ ਚੋਂ जिन्हां ने दोवें पढ़ते पे आ इंग्लिश ते पास होया जी। 55 माइनस 22 33 आंसर आ गया। हाँ जी, नैक्सट देख लो जी। ओके सर। ओके जी, नैक्सट देख लो जी। दोनों का अगर ग्राफ ड्रॉ करोगे तो ग्राफ के नाल बड़ा ही सॉल्व हो जाता। फर्स्ट है मेरे को जी, मैं दोनों के ग्राफ ड्रॉ कर देने लगा। देखो 1/x का ग्राफ। हाँ जी, किस तरह का होंगे मेरे को 1/x का ग्राफ? अगर x की वैल्यू नेगेटिव हुई तो इन्हें बनना नेगेटिव। x की वैल्यू एक मिनट यार चेक कर लीजिए जरा। x डैश y डैश। हाँ जी, पहले तो मैं इन्हें ड्रॉ कर लेना। ये लाइन मेरे को किस तरह की बनेगी? इस तरह कट्टी गई लाइन। कंप्लीट कर दें जब
ये लाइन होगी मेरे को x इज इक्वल टू 1। देखो जो मेरे को x की वैल्यू नेगेटिव हुई तो y ने भी नेगेटिव बनना। ठीक है जी, जिवें जिवें मेरे को x ਵੱਡਾ ਹੁੰਦਾ ਗਿਆ y ਨੇ ਛੋਟਾ ਹੁੰਦਾ ਜਾਣਾ, ਯਾਨੀ ਕਿ ਮੇਰੇ ਕੋਲ ਗ੍ਰਾਫ ਇਸ ਤਰ੍ਹਾਂ ਦਾ ਬਣੇਗਾ, ਨਾਲ ਨਹੀਂ ਲੱਗੇਗਾ ਕਦੇ, ਇਸ ਤਰ੍ਹਾਂ ਜਿਵੇਂ ਜਿਵੇਂ 0 ਦੇ ਲਾਗੇ ਜਾਂਦਾ ਗਿਆ ਉਵੇਂ ਉਵੇਂ ਨੇ ਇਨਫਿਨਿਟੀ ਦੇ ਲਾਗੇ ਪਹੁੰਚ ਜਾਣਾ, ਇਸ ਤਰ੍ਹਾਂ ਦਾ ਇਧਰ ਸੇਮ ਗ੍ਰਾਫ ਇਧਰ ਬਣੇਗਾ। ਦੋਨਾਂ ਦੇ ਵਿੱਚ ਦੇਖੋ ਕੁਝ ਵੀ ਕਾਮਨ ਨਹੀਂ ਆ ਰਿਹਾ, ਦੋਨਾਂ ਦੇ ਵਿੱਚ ਕੁਝ ਵੀ ਕਾਮਨ ਨਹੀਂ ਆ ਰਿਹਾ। ਇਹ ਤਾਂ ਆਪਾਂ ਬਾਈ ਮੈਥਡ 1 ਕਰ ਲਿਆ ਬਾਈ ਗ੍ਰਾਫ ਦੇ ਵਿੱਚ, ਤਾਂ ਯਾਨੀ ਕਿ ਇੰਟਰਸੈਕਸ਼ਨ ਦੋਨਾਂ ਦੀ ਕਿੰਨੀ ਆ ਗਈ 5 ਆ ਗਈ। ਹੁਣ ਨਹੀਂ ਤਾਂ ਤੁਸੀਂ ਇੱਥੋਂ ਇਹਦੀ ਵੈਲਿਊ ਫਿਲ ਕਰਦੇ ਆ, ਦੇਖੋ ਕੀ ਬਣਦਾ ਪਿਆ y is equal to 1/x, ਤਾਂ y ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ -x। ਠੀਕ ਹੈ, ਇਹ 1/x, ਇਧਰ x ਮਲਟੀਪਲਾਈ ਕੀਤਾ -x ਸਕੁਅਰ is equal to 1, ਤਾਂ x ਦੀ ਵੈਲਿਊ ਕਿੰਨੀ ਆ ਗਈ ਸਕੁਅਰ ਦੀ -1। ਤੇ ਹੁਣ ਜਦੋਂ ਮੈਂ ਇਹਦਾ ਸੋਲਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਰੂਟ ਦੇ ਵਿੱਚ ਚਲਾ ਗਿਆ, ਤਾਂ ਮੇਰੇ ਕੋਲ ਨੋ ਰੀਅਲ ਵੈਲਿਊ ਆ ਗਈ ਇੱਥੋਂ। ਅਗਰ ਨੋ ਰੀਅਲ ਵੈਲਿਊ ਆ ਗਈ ਤਾਂ ਮਤਲਬ ਕੁਝ ਵੀ ਕਾਮਨ ਨਹੀਂ ਆ ਗਿਆ, ਕਿਉਂਕਿ ਮੈਂ ਇਹਦੀ ਵੈਲਿਊ ਉਹਦੇ ਚ ਫਿਲ ਕਰੀ ਸੀ। ਨੋ ਕਾਮਨ ਪੁਆਇੰਟ, ਜਿੱਦਾਂ ਮਰਜ਼ੀ ਕਰ ਲਓ ਤੁਸੀਂ। ठीक है जी, ग्राफ मैथड उपरला हो गया, ग्राफ नाल हो गया, ये सॉल्व करके हो गया, जिदा मर्जी कर लो। नेक्स्ट चेक कर लो जी, विच वन ऑफ द फॉलोइंग स्टेटमेंट इज ट्रू। केड़ी स्टेटमेंट ट्रू है जी दस दो। पहला की कहंदा सेट ऑफ रैशनल नंबर इज अनकाउंटेबल। रैशनल की हुंदे अपने कोले काउंटेबल, पढ़ चुके हैं जी आप। फर्स्ट गलत हो गई। सेकंड द रियल नंबर इज अनकाउंटेबल, नो डाउट सही है जी अपना। थर्ड देख लो जी, थर्ड मेरे को कह रहा इज सैट m एलीमेंट आ, b दे विच मेरे को n एलीमेंट आ, ते a क्रॉस b दे विच मेरे को किन्ने होणगे। ठीक है जी, ये भी गलत हो गया जी। थर्ड भी मेरे को a क्रॉस b दे विच मेरे को एलीमेंट किन्ने हुंदे आ, जिन्ने a च होण गुणा जिन्ने b च होण, यानी कि mn होणगे, उन्हें प्लस दे विच बोल देते हैं। फोर्थ मेरे को ये कहना एवरी नॉन एम्प्टी सबसेट ऑफ रियल नंबर सुप्रीमम हुंदी है, मतलब कोई भी नॉन एम्प्टी सबसेट लेने आपां, मान लो a ले लिया रियल नंबर दा, a की है मेरे को सुप्रीमम वैल्यू एग्जिस्ट कर दी। लो जी मैं नेचुरल नंबर ही ले लेना रियल नंबर दा, एदी सुप्रीमम डज नॉट एग्जिस्ट। ठीक है जी, ये भी ऑप्शन कैंसिल हो गया, तो आंसर मेरी बी ठीक है। वैसे तो बी देखते हैं सारी पता लग गया पर आप सारे कर लेते हैं। हाँ जी, एक्स वाई जेड एपी च 1 2 3 ले लो, 5 पावर 1 5 पावर 2 5 पावर 3, जो सॉल्व करोगे तो किहदे च आ जाणगे। रेशो चेक कर लो जस्ट एदी जीपी च। ठीक है जी, रेशो च चेक भी करनी तो कितनी आ रही है 5 आ रही है रेशो, दोनों की चेक कर लो। ओके जी, सम ऑफ ऑल टर्म ऑफ ए जीपी, जीपी लिख लेना मैं, एक ए हो गया ए आर स्केयर, ए आर हो गया, ए आर स्केयर हो गया, ए आर क्यूब हो गया, एंड सो ऑन। अगे की है मेरे को 5 टाइम्स ऑड टर्म्स के बराबर है। ऑड किहड़ियां हुई, एक फर्स्ट होएगी, थर्ड होएगी, फिर किहड़ी होएगी फिफ्थ होएगी, ये ऑड टर्म्स होगा। ठीक है जी, तो सॉल्व कर दो। ए दोनों बन्ने कॉमन कट लिया तो कैंसिल हो गया, थोड़े को रह गया 1 प्लस आर स्केयर प्लस, एक मिनट जी, 1 प्लस आर स्केयर नहीं है, आर है जी, आर क्यूब एंड सो ऑन। राइट साइड पे 5 टाइम्स 1 प्लस आर स्केयर आर पावर 4 एंड सो ऑन। दोनों मैंने इनफाइनाइट सीरीज के सम का फार्मूला लगा दिया। की होंदा मेरे को 1 ओवर 1 माइनस आर हो गया, 5 टाइम्स 1 माइनस आर स्केयर हो गया। सॉल्व करके देख लो आर की वैल्यू कितनी आ रही, 4 आ रही है। 4 आ जी। जो नहीं सॉल्व करना तो वैल्यू फिल करके देख लो थोड़ा आंसर किहदे ते मैच कर रहा है। मान लो मेरे को 4 ही फर्स्ट ही आंसर है, मैं फिल किया -3 बन गया, इधर हो गया 5 1 माइनस 16, सॉल्व करके कितना बन गया 1/3। देखो जी पहला ही ऑप्शन सेम आ, जो नहीं भी सॉल्व करना तो इत्थे कर लो। ठीक है, नहीं तो इन्हें सॉल्व कर लो, सॉल्व करके थोड़े को कितना आ जाएगा 4 आ जाएगा।
ਓਕੇ ਜੀ ਨੈਕਸਟ log ਦੀ ਐਕਸਪੈਂਸ਼ਨ ਦੇਖ ਲਓ ਜਸਟ ਕੀ ਹੁੰਦੀ ਹੈ ਤੁਹਾਡੇ ਕੋਲ log 1 plus x ਕੀ ਹੁੰਦਾ x minus x square by 2 plus x cube by 3 minus x power 4 ਹਾਂਜੀ x ਨੂੰ ਇਹਦੇ ਚ 1 ਫਿਲ ਕਰ ਦਿਓ ਤਾਂ ਤੁਹਾਡੇ ਕੋਲ ਕੀ ਬਣ ਜਾਣਾ log ਠੀਕ ਹੈ ਜੀ ਆਨਸਰ ਤੁਹਾਡਾ B ਆ ਗਿਆ ਸੋਲਵ ਇਹਦਾ ਮਤਲਬ ਕੀ ਹੈ e raised to power 1 e ਵਾਲੀ ਐਕਸਪੈਂਸ਼ਨ ਫਿਲ ਕਰੋਗੇ ਤਾਂ ਇਹ ਤੁਹਾਡੇ ਕੋਲ ਨਹੀਂ ਬਣਦਾ e ਦੀ ਐਕਸਪੈਂਸ਼ਨ ਕੀ ਹੁੰਦੀ ਹੈ ਜੇ ਤੁਹਾਨੂੰ ਯਾਦ ਆ ਤਾਂ 1 plus x x square by 2 factorial x cube by 3 factorial ਸਾਰੀਆਂ ਯਾਦ ਹੋਣੀਆਂ ਚਾਹੀਦੀਆਂ ਜੀ ਠੀਕ ਹੈ ਜੀ ਚਲਿਏ ਅੱਗੇ ਹਾਂਜੀ ਕਾਦੇ ਵਾਸਤੇ ਕਨਵਰਜੈਂਟ ਹੁੰਦਾ ਜੀ ਹੁਣ ਇੱਕ ਸੈਕਿੰਡ ਦੇ ਸਮ ਰਹਿ ਗਿਆ ਮੇਰੇ ਕੋਲ ਜਸਟ ਕਿਹੜਾ ਟੈਸਟ ਲੱਗੂਗਾ p ਟੈਸਟ greater than 1 ਵਾਸਤੇ ਫ੍ਰੀ ਦੇ ਮਾਰਕਸ ਹਾਂਜੀ ਹੁਣ ਜਦੋਂ ਤੁਸੀਂ ਆਪਾਂ ਇੱਥੇ ਦੇਖੋ ਕੀ ਕਰਦੇ ਆ cos nx over 2 raised to power ਮੈਂ ਤੇ ਮੋਡ ਲਗਾ ਦਿੱਤਾ ਠੀਕ ਹੈ ਜੀ ਇਹ ਕਿਹਦੇ ਤੋਂ ਫਿਰ ਉੱਪਰਲੇ ਦੀ ਵੈਲਿਊ ਹੁਣ cos ਦੀ ਵੈਲਿਊ ਕਿੰਨੀ ਹੁੰਦੀ ਹੈ ਮੇਰੇ ਕੋਲੇ ਲੈਸ ਦੈਨ 1 ਹੁੰਦੀ ਹੈ ਨਾ ਲੈਸ ਦੈਨ ਇਕੁਅਲ ਟੂ 1 ਤਾਂ ਫਿਰ ਮੇਰੇ ਕੋਲ ਕਿਹਦਾ ਬਣ ਗਿਆ ਇਹ ਲੈਸ ਦੈਨ ਇਕੁਅਲ ਟੂ 1 over 2 raised to power n ਹੁਣ ਦੇਖੋ ਜੇ ਤੁਸੀਂ ਇਹਦਾ ਸਮ ਫਾਈਂਡ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਸਮ ਫਾਈਂਡ ਕਰ ਸਕਦੇ ਹੋ ਕਿਉਂ ਤੁਹਾਡੇ ਕੋਲੇ ਜੀਪੀ ਬਣਦੀ ਪਈ ਆ ਜਿਹਦੀ ਰੇਸ਼ੋ ਕਿੰਨੀ ਆ 1/2 ਆ ਹੁਣ ਆਪਾਂ ਜੀਪੀ ਦੇ ਵਿੱਚ ਪੜਿਆ ਹੋਇਆ ਅਗਰ ਮੇਰੇ ਕੋਲੇ r ਦੀ ਵੈਲਿਊ ਲੈਸ ਦੈਨ 1 ਆ ਗ੍ਰੇਟਰ ਦੈਨ -1 ਆ ਠੀਕ ਹੈ ਜੀ ਫਿਰ ਮੇਰੇ ਕੋਲੇ ਕੀ ਬਣ ਜਾਂਦਾ ਕਨਵਰਜੈਂਟ ਬਣ ਜਾਂਦੀ ਹੈ ਕਨਵਰਜੈਂਟ ਮਤਲਬ ਇਹਦਾ ਸਮ ਐਗਜ਼ਿਸਟ ਕਰਦਾ ਤਾਂ ਮਤਲਬ ਇਹ ਕੀ ਹੋਏਗਾ ਫਾਈਨਾਈਟ ਹੋਏਗਾ ਨਾ x ਤੇ ਤਾਂ ਡਿਪੈਂਡ ਕਰਿਆ ਹੀ ਨਹੀਂ ਤਾਂ ਮਤਲਬ x ਦੀਆਂ ਸਾਰੀਆਂ ਵੈਲਿਊ ਵਾਸਤੇ ਇਹ ਟਰੂ ਆ ਕਲੀਅਰ ਹੈ ਜੀ ਹਾਂਜੀ ਕਾਂਸਟੈਂਟ ਟਰਮ ਫਾਈਂਡ ਕਰਨੀ ਹੈ ਜੀ ਦੱਸ ਦਿਓ ਕਿੰਨੀ ਹੋਏਗੀ ਜਿਹਦੇ ਚ x ਵਗੈਰਾ ਨਾ ਹੋਵੇ ਤਾਂ ਮੇਰੇ ਕੋਲ ਕੀ ਹੁੰਦਾ r+1 ncr x ਪਾਵਰ n ਮਾਈਨਸ r ਹਾਂਜੀ ਹੁਣ ਇੱਥੇ ਮੇਰੇ ਕੋਲ 2 ਪਾਵਰ x ਲਿਖਿਆ ਹੋਇਆ ਇਹ ਮੇਰੇ ਕੋਲ ਕੀ ਬਣ ਜਾਏਗਾ r n ਦੀ ਪਾਵਰ 6 n ਬਣ ਗਿਆ 6 ਮੀਨਿੰਗ ਇਹ ਬਣ ਗਿਆ x n ਮਾਈਨਸ r ਇਹ ਬਣ ਜਾਣਾ 2 raised to power r x raised to power minus r ਠੀਕ ਹੈ ਜੀ ਕਾਂਸਟੈਂਟ ਮਤਲਬ ਮੇਰੇ ਕੋਲ ਕਿਤੇ ਵੀ x ਨਾ ਆਵੇ ਵਿੱਚ ਲਓ ਜੀ ਆਪਾਂ ਕਰ ਦਿੰਦੇ ਹਾਂ ਜੀ ਕਿੰਨਾ ਬਣ ਗਿਆ x ਦੀ ਪਾਵਰ ਜਦੋਂ ਸੋਲਵ ਕਰਾਂਗੇ n minus 2r ਹਾਂਜੀ n minus 2r 0 ਦੇ ਬਰਾਬਰ ਕਰਾਂਗੇ ਤਾਂ ਹੀ ਖਤਮ ਹੋਏਗਾ ਤਾਂ ਮੇਰੇ ਕੋਲੇ ਕੀ ਆ ਗਿਆ ਆਨਸਰ ਇਹਦਾ ਓਕੇ ਜੀ ਇੱਥੇ 6 ਆਉਣਾ ਇੱਥੇ ਗੜਬੜ ਕਰ ਦਿੱਤੀ ਆਪਾਂ 6 ਫਿਲ ਨਹੀਂ ਕੀਤਾ ਜੀ 6 ਹਾਂਜੀ ਤਾਂ ਸੋਲਵ ਕਰਕੇ ਕਿੰਨਾ ਆ ਗਿਆ ਜੀ r ਦੀ ਵੈਲਿਊ 3 ਆ ਗਈ ਹਾਂਜੀ ਹੁਣ r ਨੂੰ 3 ਫਿਲ ਕਰ ਦਿਓ ਤੁਹਾਡਾ ਆਨਸਰ ਆ ਜਾਏਗਾ ਇਹ ਬਣ ਜਾਏਗਾ 4 t ਪਾਵਰ 4 6c4 ਇਹਨੂੰ ਭਾਵੇਂ ਛੱਡ ਦਿਓ ਇਹ ਤਾਂ ਖਤਮ ਹੀ ਹੋ ਜਾਣਾ 2 raised to power 4 6 into 5 2 into 1 16 ਕਟਿੰਗ ਕਰੀ ਤਾਂ ਇਹ ਬਣ ਗਿਆ ਮੇਰੇ ਕੋਲ 8 ਠੀਕ ਹੈ ਜੀ ਹੁਣ ਦੇਖ ਲਓ ਕਿੰਨਾ ਬਣਦਾ ਜੀ ਸੋਲਵ ਕਰਕੇ ਇਹ ਬਣ ਗਿਆ ਮੇਰੇ ਕੋਲ 30 6c3 ਆਏਗਾ ਹਾਂਜੀ ਸੌਰੀ 6c3 ਹਾਂਜੀ 6c3 ਆਏਗਾ इधर 3 हो जाएगा इधर 2 raised to power 3 हो गया तो इन्हें भी चेक कर लो जरा हाँ जी 6 into 5 into 4 3 into 2 into 1 into 8 6 ना 6 कटेगा हाँ जी 20 गुणा 8 160 आ गया हाँ जी हुण आ सम तां दस्सण दी जरूरत नहीं देखो जी हरेक वाला नीचे वाली टर्म दे विच एक ऐड हो रहा ਤਾਂ ਕੀ ਬਣ ਜਾਏਗਾ ਤੁਹਾਡੇ ਕੋਲੇ 33/32 ਪਤਾ ਨਹੀਂ ਕਿੰਨੀ ਵਾਰ ਕਰ ਲਿਆ ਤਾਂ ਆਪਾਂ ਹਾਂਜੀ ਕੀ ਕਹਿ ਰਿਹਾ ਮੇਰੇ ਕੋਲੇ ਇਫ a and b ਕੋਐਫੀਸ਼ੀਐਂਟ ਆ x ਪਾਵਰ r ਤੇ x ਪਾਵਰ n ਮਾਈਨਸ r ਦੇ ਠੀਕ ਹੈ ਜੀ ਇੱਥੇ ਮੇਰੇ ਕੋਲੇ ਸ਼ਾਇਦ ਕੁਝ ਹੋਰ ਆ ਜੀ ਇੱਥੇ n ਹੋਏਗਾ ਇੱਥੇ ਮੇਰੇ ਕੋਲੇ n ਆ
ਤਾਂ ਮੇਰੇ ਕੋਲੇ ਕੀ ਆਨਸਰ ਆਏਗਾ। ਆਪਾਂ ਕੋਐਫੀਸ਼ੀਐਂਟ ਫਾਈਂਡ ਕਰ ਦਈਏ। ਪਹਿਲਾਂ x ਪਾਵਰ r ਦਾ ਕੋਐਫੀਸ਼ੀਐਂਟ ਫਾਈਂਡ ਕਰਦੇ ਆ। ਤਾਂ ਮੇਰੇ ਕੋਲ ਕੀ ਹੋਏਗਾ NCR 1 ਰੇਜ਼ ਟੂ ਪਾਵਰ n ਮਾਈਨਸ r, ਇਧਰ ਬਣ ਜਾਣਾ ਮੇਰੇ ਕੋਲ x ਰੇਜ਼ ਟੂ ਪਾਵਰ r, ਇਹਦਾ ਕੋਐਫੀਸ਼ੀਐਂਟ ਇਹ ਵਾਲਾ। ਠੀਕ ਹੈ, ਹੁਣ ਇਹ ਸਾਰੀ ਮੇਰੇ ਕੋਲ ਕਿੰਨੀ ਵੈਲਿਊ ਬਣ ਗਈ, a ਦੀ ਵੈਲਿਊ ਬਣ ਗਈ। ਤਾਂ a ਬਣ ਗਿਆ ਮੇਰੇ ਕੋਲੇ ਜਸਟ, ਹੁਣ 1 ਦੀ ਪਾਵਰ ਜਿੰਨੀ ਮਰਜ਼ੀ ਹੋ ਜਾਏ ਕੋਈ ਫਰਕ ਨਹੀਂ ਪੈਂਦਾ ਮੇਰੇ ਕੋਲੇ, ਜਸਟ ਕੀ ਰਹਿ ਗਿਆ ਮੇਰੇ ਕੋਲੇ NCR। ਤਾਂ ਸੈਕੰਡ n ਮਾਈਨਸ r ਆ, ਤੇ ਇੱਥੇ ਮੈਂ ਲਿਖੂੰਗਾ n ਮਾਈਨਸ r, ਇਹ ਬਣ ਜਾਏਗਾ 1 ਰੇਜ਼ ਟੂ ਪਾਵਰ, ਜਦੋਂ ਇਹਦੇ ਚ ਮੈਂ ਮਾਈਨਸ ਕਰਿਆ ਇੱਥੇ ਜਸਟ ਕੀ ਰਹਿ ਜਾਣਾ, ਇੱਥੇ ਨਾਲ ਮਾਈਨਸ x ਵੀ ਸੀਗਾ ਬਈ, ਇੱਥੇ ਨਾਲ ਮਾਈਨਸ ਵੀ ਆਏਗਾ, ਮਾਈਨਸ 1 ਰੇਜ਼ ਟੂ ਪਾਵਰ r ਰਹਿ ਗਿਆ ਜੀ। ਹੁਣ ਇੱਥੇ ਬਣ ਜਾਏਗਾ ਮੇਰੇ ਕੋਲ n ਮਾਈਨਸ r, ਸੋਲਵ ਕਰਕੇ ਇਹ ਦੋਨੋਂ ਕੱਟੇ ਗਿਆ, 1 ਦੀ ਪਾਵਰ ਜੋ ਮਰਜ਼ੀ ਹੋ ਜਾਏ ਕੋਈ ਫਰਕ ਨਹੀਂ ਪੈਂਦਾ। ਇੱਥੋਂ ਮੇਰੇ ਕੋਲ ਕਿੰਨਾ ਆ ਜਾਏਗਾ ਮਾਈਨਸ 1 ਰੇਜ਼ ਟੂ ਪਾਵਰ n ਮਾਈਨਸ r NC n ਮਾਈਨਸ r। ਠੀਕ ਹੈ, ਇਹ ਮੇਰੇ ਕੋਲ b ਬਣ ਗਿਆ। ਹੁਣ ਕਹਿੰਦਾ a ਤੇ b ਦੇ ਵਿੱਚ ਰਿਲੇਸ਼ਨ ਕੀ ਆ, ਇਹ ਚੈੱਕ ਕਰ ਲਓ ਜੀ। ਹੁਣ ਆਪਾਂ ਨੂੰ ਪਤਾ ਆ NCR ਤੇ NC n ਮਾਈਨਸ r ਦੋਨੋਂ ਬਰਾਬਰ ਹੁੰਦੇ ਆ। ਠੀਕ ਹੈ ਜੀ, ਤਾਂ ਫਿਰ ਇਹਦੀ ਜਗ੍ਹਾ ਮੈਂ ਲਿਖ ਦਿੰਦਾ 1 ਰੇਜ਼ ਟੂ ਪਾਵਰ n ਮਾਈਨਸ r। ਹੁਣ NCR ਦੀ ਵੈਲਿਊ ਕਿੰਨੀ ਹੈ ਮੇਰੇ ਕੋਲੇ, ਉਹਦੀ ਜਗ੍ਹਾ ਕੀ ਲਿਖ ਦਿੱਤਾ ਮੈਂ NCR, ਇਹ ਮੇਰੇ ਕੋਲੇ b ਬਣ ਗਿਆ। ਕਲੀਅਰ ਹੈ ਜੀ, ਇੱਥੇ ਮੇਰੇ ਕੋਲੇ ਬਣਨਾ ਸੀ r n ਮਾਈਨਸ r। ਠੀਕ ਹੈ ਜੀ, ਹੁਣ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਤੁਹਾਡੇ ਕੋਲੇ ਕਿਹੜਾ ਆਨਸਰ ਆ ਗਿਆ ਜੀ, a ਇਜ਼ ਇਕੁਅਲ ਟੂ b ਆ ਰਿਹਾ, ਨੈਗੇਟਿਵ ਦਾ ਇੱਕ ਬਚੇਗਾ ਮੇਰੇ ਕੋਲੇ, ਤਾਂ ਮੇਰੇ ਕੋਲੇ ਕੀ ਆ ਗਿਆ a ਇਜ਼ ਇਕੁਅਲ ਟੂ b। ਇਸ ਤਰ੍ਹਾਂ ਕਈ ਵਾਰ ਕੁਐਸਚਨ ਟਫ ਹੋ ਜਾਂਦਾ ਹਨਾ, ਹੁਣ ਆਪਾਂ ਨੂੰ ਕਈ ਵਾਰ ਕਨਫਿਊਜ਼ਨ ਹੋ ਜਾਂਦੀ, ਤਾਂ ਇਹਦਾ ਸਭ ਤੋਂ ਸੌਖਾ ਤਰੀਕਾ ਕੀ ਆ, ਫਿਰ ਆਪਾਂ ਕੀ ਕਰਨਾ ਆ, ਸੋਲਵ ਕਿਵੇਂ ਕਰਨਾ, n ਦੀ ਕੋਈ ਵੈਲਿਊ ਲੈ ਕੇ, ਸਿੰਪਲ ਮੈਥਡ ਨਾਲ ਤੁਹਾਨੂੰ ਇੱਕ ਵਾਰ ਹੋਰ ਨਾਲ ਸੋਲਵ ਕਰਕੇ ਦਿਖਾ ਦਿੰਦਾ। ਇੱਕ ਮੇਰੇ ਕੋਲੇ ਲਾਸਟ ਪੇਜ ਪਿਆ ਆ, ਠੀਕ ਹੈ, ਲਾਸਟ ਪੇਜ ਤੇ ਇਹਨੂੰ ਸਮ ਨੂੰ ਆਪਾਂ ਕਰਦੇ ਆ, ਖਾਲੀ ਪਿਆ ਆ ਉਹ, ਠੀਕ ਹੈ ਜੀ। ਮੈਂ ਚੈੱਕ ਕਰਨਾ 1 ਮਾਈਨਸ x ਰੇਜ਼ ਟੂ ਪਾਵਰ n, ਕੋਐਫੀਸ਼ੀਐਂਟ ਫਾਈਂਡ ਕਰਨਾ r ਤੇ n x ਦੀ ਪਾਵਰ n ਮਾਈਨਸ r ਦਾ। ਠੀਕ ਹੈ, n ਨੂੰ ਲੈ ਲਓ ਤੁਸੀਂ 3 ਤੇ r ਨੂੰ ਤੁਸੀਂ ਲੈ ਲਓ 1। ਤੁਸੀਂ ਫਿਰ ਕੋਐਫੀਸ਼ੀਐਂਟ ਕਿਹਦਾ ਫਾਈਂਡ ਕਰੋਗੇ, x ਦਾ ਤੇ x ਸਕੁਅਰ ਦਾ, ਕੀ ਰਿਲੇਸ਼ਨ ਆ ਰਿਹਾ ਉਹਦੇ ਵਿੱਚ, ਬਸ ਇਹਨੂੰ ਮੈਂ ਫਿਲ ਕਰਦਾ। ਵੈਸੇ ਤਾਂ ਮੈਨੂੰ 2 ਨਾਲ ਹੀ ਸੋਲਵ ਕਰ ਦੇਣਾ ਸੀ, ਪਰ ਫਿਰ ਵੀ ਮੈਨੂੰ 3 ਦੇ ਨਾਲ ਕਰਦੇ। ਇਹ ਕੀ ਬਣ ਜਾਣਾ ਮੇਰੇ ਕੋਲ 1, ਹਾਂਜੀ ਜੀ ਖੋਲ ਕੇ ਲਿਖਣਾ ਹੋਵੇ ਤਾਂ ਕੀ ਬਣਦਾ ਮਾਈਨਸ x ਕਿਊਬ, ਹਾਂਜੀ ਫਾਰਮੂਲਾ ਕਿਸੇ ਨੂੰ ਯਾਦ ਆ ਤਾਂ ਦੱਸ ਦਿਓ, 1 ਮਾਈਨਸ x ਕਿਊਬ प्लस 3x स्क्वायर माइनस मैं बायनोमियल एक्सपेंशन ही खोल देना क्योंकि मेरे दिमाग में माइनस सर a क्यूब माइनस b क्यूब माइनस 3a स्क्वायर b प्लस 3a b स्क्वायर सर शायद ये ਹੁੰਦਾ ਫਾਰਮੂਲਾ। ओके मेरे दिमाग च भी नहीं हैगा एवें ਆਪਾਂ मतलब कोई साइन ਦੀ ਮਿਸਟੇਕ ਨਾ ਹੋ ਜੇ। ਆਹੀ ਸਰ ਮੈਂ ਸਿੰਪਲ ਆਹੀ ਸਰ ਡਬਲ ਐਡ ਦਾ। ਚਲੋ ਆਪਾਂ ਖੋਲ ਹੀ ਲੈਨੇ ਯਾਰ। NC1 ਕਿੰਨਾ ਹੁੰਦਾ 1, ਅੱਗੇ ਬਣ ਜਾਣਾ ਮੇਰੇ ਕੋਲੇ 3C1, ਇਹਨੇ ਬਣ ਜਾਣਾ ਮੇਰੇ ਕੋਲੇ -x, ਅੱਗੇ ਬਣ ਜਾਣਾ ਮੇਰੇ ਕੋਲੇ 3C2, ਇਹਨੇ ਬਣ ਜਾਣਾ -x ਦਾ ਸਕੁਅਰ, ਅੱਗੇ ਬਣ ਜਾਣਾ 3C3। ਕਿਉਂਕਿ ਮੈਂ ਇਹਨੇ ਫਾਰਮੂਲੇ ਯਾਦ ਨਹੀਂ ਰੱਖਦਾ ਕਦੇ ਵੀ, ਜੇ ਜ਼ਰੂਰਤ ਪਵੇ ਤਾਂ ਉਸ ਹਿਸਾਬ ਨਾਲ ਸੈਟਿੰਗ ਕਰ ਲਈਦੀ ਹੈ। ਇਹ -3x ਬਣ ਜਾਣਾ, ਇਹਨੇ ਸੋਲਵ ਕੀਤਾ ਇਹ ਬਣ ਜਾਣਾ 3x ਸਕੁਅਰ, ਇਹਨੂੰ ਜਦੋਂ ਸੋਲਵ ਕੀਤਾ ਤਾਂ ਇਹਨੇ ਬਣ ਜਾਣਾ -x। ਹੁਣ ਆਪਾਂ x ਤੇ x ਸਕੁਅਰ ਦੇ ਕੋਐਫੀਸ਼ੀਐਂਟ ਦੇ ਵਿੱਚ ਰਿਲੇਸ਼ਨ ਦੇਖਣਾ। ਲਓ ਜੀ ਦੋਨੋਂ ਕੀ ਆ, ਇਹਦੇ ਕੋਐਫੀਸ਼ੀਐਂਟ ਨੂੰ a ਬੋਲਦੇ ਆ, ਇਹਦੇ ਕੋਐਫੀਸ਼ੀਐਂਟ ਨੂੰ b ਬੋਲਦੇ ਆ। ਦੇਖੋ -3 ਇਜ਼ ਇਕੁਅਲ ਟੂ 3 ਆ ਗਿਆ, ਇੱਕ a ਆ ਗਿਆ ਇੱਕ b ਆ ਗਿਆ। ਹੁਣ ਇੱਕ ਨੂੰ ਮੈਂ ਮਾਈਨਸ ਨਾਲ ਮਲਟੀਪਲਾਈ ਕਰਨਾ ਪੈਣਾ ਤਾਂ ਹੀ ਬਰਾਬਰ ਆਉਣਗੇ, ਇਹਨੂੰ ਮੈਂ ਮਾਈਨਸ ਨਾਲ ਮਲਟੀਪਲਾਈ ਕਰਨਾ, ਫਿਰ ਮੇਰੇ ਕੋਲ ਰਿਜ਼ਲਟ ਕੀ ਆ ਗਿਆ a ਇਜ਼ ਇਕੁਅਲ ਟੂ -। ਸਿੰਪਲ ਜਿਹਾ ਕੰਮ ਸੀ। ਲਓ ਜੀ ਪਿੱਛੋਂ ਚੱਲ ਪਏ ਨੇ 2-3 ਸਮ ਰਹਿ ਗਏ n ਦੀ ਵੈਲਿਊ, ਹਾਂਜੀ
n ਦੀ ਵੈਲਿਊ ਅਗਰ ਹਾਂਜੀ ਈਵਨ ਹਾਂਜੀ ਰੱਖੀ ਤਾਂ ਮੈਨੂੰ ਲੱਗਦਾ ਚੇਂਜ ਹੋ ਜਾਏਗਾ। ਨਹੀਂ ਹੁੰਦਾ, ਕਰਕੇ ਦੇਖ ਲਿਓ, ਸੇਮ ਹੀ ਰਹੇਗਾ, ਕੋਈ ਫਰਕ ਨਹੀਂ ਪੈਂਦਾ। ਫਿਰ ਇਹ ਹੋ ਸਕਦਾ ਵੀ ਦੋ ਆਪਸ਼ਨ ਸੇਮ ਆ ਜਾਣ ਤੁਹਾਡੀਆਂ। ਸਰ ਦੇਖੋ ਨਾ, ਜਿੱਦਾਂ ਬਾਈਨੋਮੀਅਲ ਕੋਐਫੀਸ਼ੀਐਂਟ ਹੀ ਹੈ, ਇੱਕ x ਦੀ ਪਾਵਰ r, ਇੱਕ n ਮਾਈਨਸ r ਹੋ ਗਿਆ, ਤੇ ਹਾਂਜੀ ਬਾਈਨੋਮੀਅਲ ਕੋਐਫੀਸ਼ੀਐਂਟ ਅੱਗੋਂ ਪਿੱਛੋਂ ਸੇਮ ਹੀ ਹੁੰਦੇ ਆ, ਹਾਂਜੀ, ਅੱਗੋਂ ਪਿੱਛੋਂ ਸੇਮ ਹੀ ਹੁੰਦੇ ਆ। ਆਣੇ ਤੇ ਇਕੁਅਲ ਹੀ ਹੈ। ਹਾਂ ਬਟ ਅਗਰ ਓਡ ਨੈਗੇਟਿਵ ਆ ਪਾਵਰ ਨਾ, ਹੋਈ ਤਾਂ ਅਲਟਰਨੇਟਿਵ ਸਾਈਨ ਚੱਲਣੇ ਨਾ। ਹਾਂ ਅਲਟਰਨੇਟਿਵ ਸਾਈਨ ਹਾਂ ਆਏਗਾ, ਤਾਂ ਅਗਰ ਉਸ ਹਿਸਾਬ ਈਵਨ ਨਾਲ ਆਪਣੇ ਪਾਵਰ ਕੋਲੇ ਹੋਈ ਤਾਂ ਸਾਰੇ ਬਰਾਬਰ ਆ ਫਰਜ਼ ਹੀ ਜਾਣਗੇ ਹੋਣੇ ਨਾ। ਈਵਨ। ਹਾਂ ਸਰ, ਇਹ ਕੁਝ ਗੜਬੜ ऐसे लगते हैं। ਇੱਕ ਮਿੰਟ, ਸਟੇਟਮੈਂਟ ਇੱਕ ਵਾਰ ਫਿਰ ਚੈੱਕ ਕਰ ਲੈਂਦੇ ਹਾਂ ਜੀ। सर एक बार n इवन रख के देखो ना। ਹਾਂਜੀ ਆਪਾਂ ਈਵਨ ਰੱਖ ਕੇ ਦੇਖ ਲੈਂਦੇ ਹਾਂ ਜੀ। ਜੀ ਉੱਥੇ ਕਰ ਦਿੰਦੇ, ਕਿਉਂਕਿ ਆਪਣੇ ਕੋਲ ਪੀਡੀਐਫ ਸੇਵ ਕਰਨਾ ਨਾ, ਇਹਨੇ ਇੱਕ ਵਾਰ ਮੈਂ ਸੇਵ ਕਰਦਾ, ਰੁਕੋ। ਲਓ ਜੀ ਆਪਾਂ ਇੱਥੇ ਸਾਈਡ ਤੇ ਰੱਖ ਕੇ ਦੇਖ ਲੈਂਦੇ। ਹਾਂਜੀ ਮੈਂ n ਦੀ ਵੈਲਿਊ ਤੁਸੀਂ 4 ਰੱਖ ਲਓ, ਠੀਕ ਹੈ ਜੀ। ਇੱਕ ਤੁਸੀਂ 1 ਹੀ ਰਹਿਣ ਦਿਓ, ਠੀਕ ਹੈ ਜੀ, r ਦੀ ਵੈਲਿਊ 1 ਰਹਿਣ ਦਿੱਤੀ। ਇੱਕ ਤੁਸੀਂ 1 ਫਾਈਂਡ ਕਰਨਾ, ਤੇ ਇੱਕ ਤੁਸੀਂ ਫਾਈਂਡ ਕਰਨਾ। ਚੈੱਕ ਕਰ ਲਓ ਜੀ ਕਿੰਨਾ ਆ ਰਿਹਾ ਤੁਹਾਡੇ ਕੋਲ। ਹਾਂਜੀ ਤੁਹਾਡੇ ਕੋਲ ਕੀ ਬਣ ਜਾਏਗਾ, 1 ਮਾਈਨਸ 4 C1, ਠੀਕ ਹੈ, ਨਾਲ x ਹੋ ਜਾਏਗਾ 4C2 ਹੋ ਜਾਏਗਾ, ਮਾਈਨਸ 4C3 x ਕਿਊਬ ਹੋ ਜਾਏਗਾ, ਤੇ ਪਲੱਸ 4C4 x ਪਾਵਰ 4 ਹੋ ਜਾਏਗਾ। ਹੁਣ ਮੈਂ ਕੋਐਫੀਸ਼ੀਐਂਟ ਚੈੱਕ ਕਰਨੇ x ਤੇ x ਕਿਊਬ ਦੇ। ਹਾਂਜੀ ਦੇਖੋ C3, दूसरे बने चेक करना मैं माइनस 4C1 ਤੇ 4C3 ਪੈ ਗਿਆ ਹਨਾ ਜੀ। ਹਾਂਜੀ ਈਵਨ ਆਡ ਦੇ ਵਿੱਚ ਚੱਕਰ ਪੈ ਰਿਹਾ, ਜੇ ਆਡ ਆ ਰਿਹਾ ਤਾਂ ਫਿਰ ਮੇਰੇ ਕੋਲ ਨੈਗੇਟਿਵ ਦਾ ਆ ਰਿਹਾ, ਜੇ ਈਵਨ ਆ ਰਿਹਾ ਤਾਂ ਫਿਰ ਮੇਰੇ ਕੋਲ ਸੇਮ ਆ ਰਿਹਾ। ਹਾਂਜੀ ਸਰ। ਠੀਕ ਹੈ ਜੀ, ਇਹ ਫਰਕ ਪੈ ਰਿਹਾ। ਹਾਂਜੀ ਇੱਕ ਚੀਜ਼ ਮੈਨੂੰ ਹੋਰ ਚੈੱਕ ਕਰ ਲੈਣ ਦਿਓ ਜਰਾ, ਸਮ ਦੇ ਵਿੱਚ ਇੱਥੇ ਪਲੱਸ ਤਾਂ ਨਹੀਂ ਕਿਤੇ ਕੰਫਿਊਜ਼ਨ ਆ, ਮੈਨੂੰ ਲੱਗਦਾ ਮੈਂ ਸਮ ਦੇ ਵਿੱਚ ਇੱਥੇ ਪਲੱਸ ਆ, ਚੈੱਕ ਕਰ ਲੈਣ ਦਿਓ, ਨਿਗਾਹ ਮਾਰ ਲੈਣ। सर अगर प्लस होया फिर तो a इक्वल टू b हो जाना। ਹਾਂਜੀ ਚੈੱਕ ਕਰ ਲਈ ਇੱਕ ਮਿੰਟ ਜਰਾ। ਨਹੀਂ ਨੈਗੇਟਿਵ ਆ, ਠੀਕ ਹੈ ਜੀ, ਨੈਗੇਟਿਵ ਹੀ ਆ। ਫਿਰ ਇਸ ਹਿਸਾਬ ਦੇ ਨਾਲ ਦੋਨੋਂ ਆਨਸਰ ਬਣ ਰਹੇ ਆ ਆਪਣੇ ਕੋਲੇ, ਇਹ ਵੀ ਬਣ ਰਿਹਾ, ਇਹ ਵੀ ਬਣ ਰਿਹਾ, ਠੀਕ ਹੈ ਜੀ। ਤਾਂ ਕੋਈ ਪ੍ਰੋਬਲਮ ਨਹੀਂ, ਫਿਰ ਅਗਰ ਦੋ ਬਣ ਰਹੇ ਤਾਂ ਆਪਣੇ ਦੋਨੋਂ ਹੀ ਬਣ ਰਹੇ, ਹੋਰ ਇਹਦੇ ਚ ਕੋਈ ਆਪਾਂ ਗੜਬੜ ਤਾਂ ਕਰੀ ਨਹੀਂ, ਸਮ ਤਾਂ ਬਿਲਕੁਲ ਐਕੂਰੇਟ ਕਰਿਆ ਆਪਾਂ। हाँ जी सर। ਇੱਕ ਮਿੰਟ ਜੀ, ਸ਼ਾਇਦ ਸਮ ਦੇ ਵਿੱਚ ਹੁਣ ਧੁੰਦਲਾ ਜਿਹਾ ਇਹ ਨਹੀਂ ਸਮਝ ਆ ਰਿਹਾ, ਪਲੱਸ ਆ ਕਿ ਇਕੱਲਾ ਮਾਈਨਸ ਆ, ਠੀਕ ਹੈ ਜੀ। ਆਪਾਂ ਮਤਲਬ ਮੈਥਡ ਇਹੀ ਲਗਾਉਣਾ, ਹੁਣ ਇੱਥੇ ਜੇ ਪਲੱਸ ਹੋਇਆ ਤਾਂ ਫਿਰ ਕੁਝ ਥੋੜੀ ਸੈਟਿੰਗ ਹੋ ਜਾਏਗੀ। ਹੁਣ ਐਕੂਰੇਟ ਜਿਹੜੇ ਮੇਰੇ ਕੋਲ ਕੁਐਸਚਨਸ ਨੇ ਉਹ ਥੋੜਾ ਜਿਹਾ ਇਹ ਡਾਰਕ ਨਹੀਂਗਾ, ਧੁੰਦਲਾ ਆ, ਠੀਕ ਹੈ ਜੀ। ਤਾਂ ਮਤਲਬ ਆਪਾਂ ਇਸੇ ਤਰ੍ਹਾਂ ਹੀ ਸਮ ਕਰਨਾ ਮੇਨ। ਓਕੇ ਲਾਸਟ ਸਮ ਦੇਖ ਲਓ ਜਰਾ ਜੀ, e raised to power sin x, ਇਹਦਾ ਡੈਰੀਵੇਟਿਵ ਕਰਨਾ sin x ਤੇ, ਮਤਲਬ ਪਹਿਲਾਂ ਇਹਦਾ ਡੈਰੀਵੇਟਿਵ ਕਰ ਦਿੱਤਾ, ਇਹ ਕੀ ਬਣੇ ਨਾਲ cos x ਅਪੋਨ cos x, ਦੋਨੋਂ ਕੱਟੇ ਗਏ, ਆਨਸਰ ਕਿੰਨਾ ਆ ਗਿਆ ਮੇਰੇ ਕੋਲ e raised to power sin x। 1 ਸੈਕਿੰਡ ਦਾ ਕੰਮ ਸੀਗਾ। ਪਿੱਛੇ ਚੱਲਦੇ ਹਾਂ ਜੀ, ਯਾਦ ਆ ਜੀ ਕਿਵੇਂ ਕਰਨਾ ਇਹਨੂੰ, tan ਇਨਵਰਸ cos ਦੇ ਨਾਲ ਡਿਵਾਈਡ ਕਰ ਦਿਓ, 1 ਬਣ ਇੱਥੇ tan x ਬਣ ਗਿਆ, 1 plus tan x ਬਣ ਗਿਆ, cos ਦੇ ਨਾਲ ਡਿਵਾਈਡ ਕਰ ਦਿੱਤਾ ਸਾਰੇ ਨੂੰ, ਇਹ ਮੇਰੇ ਕੋਲ ਫਾਰਮੂਲਾ ਬਣ ਜਾਂਦਾ ਹੁੰਦਾ। ਹਾਂਜੀ ਇਹਨੂੰ ਆਪਾਂ ਲਿਖ ਸਕਦੇ ਹਾਂ tan pi by 4, pi by 4 minus x, माइनस एक्स दोनों कैंसिल हो गए। हाँ x बन गया था f dash। ਪਿੱਛੇ ਚੱਲਦੇ ਹਾਂ ਜੀ। ਹਾਂਜੀ ਕਿੰਨੇ ਨੰਬਰ ਦੇ ਉੱਪਰ ਆਪਣੇ ਕੋਲੇ ਕੀ ਆ, ਇਹ ਵਾਲਾ ਫੰਕਸ਼ਨ ਡਿਸਕੰਟੀਨਿਊਸ ਹੋਏਗਾ ਜੀ, ਡਿਸਕੰਟੀਨਿਊਟੀ ਚੈੱਕ ਕਰਨੀ ਹੈ ਜੀ ਆਪਾਂ। ਕਿਸ ਤਰ੍ਹਾਂ ਚੈੱਕ ਕਰੀਏ ਜੀ ਆਪਾਂ ਡਿਸਕੰਟੀਨਿਊਟੀ।
जी एक मिनट जी बाद च करदे हैं, दिमाग च क्वेश्चन आ नहीं रहा ये वाला। हाँ जी, आ देख लो जरा जी। हैंस वॉरल किहदे वास्ते अपने कोले हुंदी आ, नेचर ऑफ कंपैक्ट सबसेट ऑफ रियल, ठीक है, क्योंकि अपने कोले क्लोज एंड बाउंडेड वास्ते इहनूं आपां यूज करदे हां जी। ठीक है जी, ओके जी, हो गया, लास्ट क्वेश्चन ही रह गया अपने कोले। हाँ जी, निगाह मारिए जरा, इहनूं किवें कर सकदे हां जी। नंबर ऑफ पॉइंट्स वेयर द फंक्शन इज डिसकंटिन्यूअस, मतलब कितने कितने ये डिसकंटिन्यूअस हो सकदा। ਸਰ ਇੱਕ ਤੇ +-1 ਹੀ ਹੋ ਗਿਆ ਨਾ। प्लस माइनस 1 ਮੋਡ ਦੀਆਂ ਸਰ ਦੋ ਵੈਲਿਊ ਨਾ 네ਗੇਟਿਵ ਪੋਜ਼ਿਟਿਵ ਹੋ ਜਾਏਗਾ ਨਾ, ਤੇ log 1 0 ਹੋ ਜਾਣਾ ਤੇ 1/0 ਇਨਫਿਨਿਟੀ ਹੋ ਜਾਏਗਾ ਨਾ। एक जीरो भी फिर रह गया, 3 पॉइंट ਹਾਂ हो ਤਿੰਨ ਹੋ ਗਏ ਨਾ 0 ਇਨਕਲੂਡ हाँ ਕਰਕੇ। जी हाँ जी, जे ਆਪਾਂ ਇਹਦੇ ਚ ਦੇਖੋ log ਦੇ ਵਿੱਚ 1 ਪਾਉਣ, ਇਹਦੇ ਚ ਜਦੋਂ ਮੈਂ -1 ਫਿਲ ਕੀਤਾ ਤਾਂ ਮੇਰੇ ਕੋਲ ਕੀ ਬਣ ਜਾਣਾ, log 1 ਉਹਦੀ ਵੈਲਿਊ ਹੁੰਦੀ 0, 1/0 ਇਨਫਿਨਿਟੀ ਹੋ ਗਿਆ। ठीक है जी, एक पॉइंट ये हो गया, एक मेरे को बन गया जी log 1, वो भी 0 हो जाना। एक मेरे को बन जाना 3.0, 0 तो भी इनफाइनाइट हो जाता, डिफाइन नहीं होता मेरे को। 3 पॉइंट सी मेरे को डिसकंटिन्यूटी। ओके डन। हाँ जी, पेपर ਦੇ ਵਿੱਚ ਕੋਈ ਸਮ ਨਾ ਸੋਲਵ ਹੋਇਆ ਹੋਵੇ ਜਾਂ ਨਾ ਪਤਾ ਲੱਗਾ ਹੋਵੇ ਦੱਸ ਦਿਓ ਜੀ। ਕਲੀਅਰ ਹੈ ਜੀ? ਹਾਂਜੀ ਸਰ ਕਲੀਅਰ ਹੈ। ਓਕੇ ਜੀ, ਕੱਲ ਮਾਰਨਿੰਗ ਆਪਾਂ ਸਟੈਟ ਦੀ ਕਲਾਸ ਲਗਾ ਲਾਂਗੇ। ਜਿਹੜੇ ਇਹਦੇ ਉਹ ਯਾਰ ਲਾਸਟ ਵਾਲੇ ਕਦੋਂ ਕ ਅਪਡੇਟ ਕਰਿਆ ਸੀ ਮੈਂ, मतलब एक दो सम रह गए। हाँ सर 3 ਕਿਰਨ ਦੇ ਲਾਸਟ ਵਾਲੇ ਬਸ ਬਾਕੀ ਹੋ ਗਿਆ ਸੀ।